ਚਲੋ ਅਸੀਂ ਵਾਪਸ ਆ ਕੇ ਜਿਹੜੇ ਸਾਡੇ ਕੋਲ ਰੋਟੀਆਂ ਸੀਗੀਆਂ ਸਾਡੇ ਕੋਲ ਅਸੀਂ ਉਹ ਰੋਟੀ ਸਮੈਲ ਮਾਰ ਰਹੀ ਸੀ, ਗਰਮੀ ਦਾ ਟਾਈਮ ਸੀ। ਅਸੀਂ ਉੱਥੇ ਕੁੱਤਾ ਸਟੇਸ਼ਨ ਤੋਂ ਉਹਨੂੰ ਸੁੱਟ ਕੇ ਦੇਖੀ, ਉਹਨੇ ਖਾਧੀ ਨਹੀਂ। ਸਾਡੇ ਕੋਲ ਪੈਸੇ ਘੱਟ ਹੋਣ ਦੇ ਕਾਰਨ ਅਸੀਂ ਉਹ ਰੋਟੀ ਸਾਨੂੰ ਖਾਣੀ ਪਈ। ਭੁੱਖ ਦਾ ਟਾਈਮ ਸੀਗਾ ਜੀ, ਭੁੱਖ ਸਾਨੂੰ ਲੱਗ ਰਹੀ ਸੀ। ਉਹ 'ਚੋਂ 21 ਦੇਸ਼ਾਂ ਨੇ ਭਾਗ ਲਿਆ, ਆਪਣੇ ਏਸ਼ੀਆ ਦੇ ਨੇ, ਰੋਇੰਗ ਦੇ ਨੇ, ਜਿਸ 'ਚੋਂ ਮੈਂ ਗੋਲਡ ਮੈਡਲ ਲੈ ਕੇ ਜੀ ਅੱਜ ਤੱਕ ਮੈਂ ਏਸ਼ੀਆ ਦਾ ਕੀ ਆਪਣੇ ਭਾਰਤ ਦਾ ਹੀ ਪਹਿਲਾ ਖਿਡਾਰੀਆਂ ਜਿਹੜਾ ਗੋਲਡ ਲੈ ਕੇ ਕੁਆਲੀਫਾਈ ਕੀਤਾ ਓਲੰਪਿਕ ਦੇ ਲਈ। ਉਹਦੇ ਨਾਲ ਮੇਰੀ ਟੱਕਰ ਨਹੀਂ ਹੁੰਦੀ ਸੀ। 11 'ਚ ਉਹਨੇ ਗੋਲਡ ਜਿੱਤਿਆ ਸੀਗਾ ਜੀ, ਮੇਰਾ ਬ੍ਰੌਂਜ਼ ਸੀ। 11 'ਚ ਮੈਨੂੰ ਚੈਲੰਜ ਕਰਕੇ ਆਇਆ ਸੀਗਾ ਕਿ ਅਗਲੀ ਵਾਰੀ ਮੈਂ ਗੋਲਡ ਉਹਦਾ ਓਕੇ ਸੀ ਜੋ। ਇੱਕ ਗੱਲ ਮੈਂ ਹੋਰ ਐਡ ਕਰਦਾ, ਮੈਂ ਇੱਕ ਵਾਅਦਾ ਮੇਰੇ ਪਿਓ ਨਾਲ ਵੀ ਕੀਤਾ ਸੀ। ਸਾਡੇ ਪਸ਼ੂ ਮਰ ਗਏ ਸੀ ਬਚਪਨ ਦੇ ਵਿੱਚ, ਤਾਂ ਮੇਰਾ ਬਾਪ ਸੀ ਜਿਹੜਾ ਉਹ ਰੋ ਰਿਹਾ ਸੀ ਇੱਕਦਮ। ਤਾਂ ਸਵੇਰੇ ਸਵੇਰੇ ਉੱਠਿਆ ਸੀ, ਅਜੇ ਤੱਕ ਖਾਲੀ ਹੱਥ ਨਹੀਂ ਹੁੰਦਾ। ਆਪਣਾ ਕੱਲ੍ਹ ਨੂੰ ਇੱਕ ਇਵੈਂਟ ਹੈਗਾ, ਕੁਛ ਨਹੀਂ ਹੁੰਦਾ। ਮੈਨੂੰ ਇਹ ਵਿਸ਼ਵਾਸ ਸੀ ਕਿ ਸਾਡਾ ਇੱਕ ਸ਼ਾਇਦ ਬ੍ਰੌਂਜ਼ ਤਾਂ ਆਇਆ, ਪਰ ਉਸ ਦਿਨ ਸਾਡਾ ਰੋਇੰਗ ਟੀਮ ਦਾ ਕੋਈ ਵੀ ਮੈਡਲ ਨਹੀਂ। ਅੱਛਾ ਬਾਈ ਜੀ, ਗੱਲ ਕਰੀਏ ਆਪਾਂ ਵੀ ਜਦੋਂ ਵੀ ਤੁਹਾਡਾ ਕੋਈ ਮੈਡਲ ਆਉਂਦਾ ਸੀ ਤੇ ਸਰਕਾਰਾਂ ਵੱਲੋਂ ਤੁਹਾਨੂੰ ਮਤਲਬ ਕਿ ਕੀ ਕੁਝ ਮਿਲਦਾ ਰਿਹਾ, ਕੀ ਤੁਹਾਡੀ ਮਦਦ ਹੁੰਦੀ ਰਹੀ ਹੈ? ਤੰਗ ਕਰਦੇ ਸੀ ਲੋਕ? ਤੰਗ ਤਾਂ ਛੋਟਾ ਹੁੰਦਾ, ਫਿਰ ਜੇ ਖੇਡ ਦਾ ਕੰਮ ਤਾਂ ਕਰਦਾ ਰਹਿੰਦਾ। ਜੇ ਅੜ ਜਾਂਦਾ ਫਿਰ ਇਹ ਨਹੀਂ ਪਤਾ ਕਿੱਧਰ ਨੂੰ ਤੁਰਲੀ ਮਾਰ ਕੇ ਨਿਕਲ ਜਾਂਦਾ, ਪਤਾ ਨਹੀਂ ਸਿੱਧਾ ਲੱਗਦਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਜਿਸ ਤਰ੍ਹਾਂ ਹਰ ਵਾਰ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੇ ਰੂਬਰੂ ਕਰਵਾਉਂਦੇ ਹਾਂ, ਉਸੇ ਤਹਿਤ ਅੱਜ ਸਾਡੇ ਨਾਲ ਹੋਣਗੇ ਜ਼ਿਲ੍ਹਾ ਮਾਨਸਾ ਦੇ, ਮਾਣ ਨਹੀਂ ਕਹਿ ਸਕਦੇ ਇਕੱਲਾ, ਕਿਉਂਕਿ ਪੂਰੇ ਉਹ ਭਾਰਤ ਦਾ, ਪੂਰੇ ਪੰਜਾਬ ਦਾ ਮਾਣ ਨੇ, ਜੋ ਕਿ ਰੋਇੰਗ ਗੇਮ ਦੇ ਨਾਲ ਜੁੜੇ ਹੋਏ ਨੇ, ਆਰਮੀ ਦੇ ਵਿੱਚ ਮੇਜਰ ਸੂਬੇਦਾਰ ਨੇ। ਤੇ ਰੋਇੰਗ ਗੇਮ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ, ਇਹਨੂੰ ਅਸੀਂ ਪੰਜਾਬੀ ਦੇ ਵਿੱਚ ਕਿਸ਼ਤੀ ਚਾਲਕ ਕਹਿੰਦੇ ਹਾਂ। ਸੋ ਅੱਜ ਸਾਡੇ ਨਾਲ ਹੋਣਗੇ ਸਰਦਾਰ ਸਵਰਨ ਸਿੰਘ ਜੀ ਵਿਰਕ, ਓਲੰਪੀਅਨ, ਅਰਜਨ ਅਵਾਰਡੀ, ਸਟੇਟ ਅਵਾਰਡੀ, ਜਿਨ੍ਹਾਂ ਦਾ ਪਿੰਡ ਦਲੇਲਵਾਲਾ, ਜ਼ਿਲ੍ਹਾ ਮਾਨਸਾ। ਮਾਲਵੇ ਦੀ ਧਰਤੀ ਦੇ ਇਸ ਅਨਮੋਲ ਹੀਰੇ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ। ਹਾਂਜੀ ਵਿਰਕ ਸਾਹਿਬ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਰੰਗ ਪੰਜਾਬ ਜਿਹੜਾ ਚੈਨਲ ਹੈ ਇੱਥੇ ਪਹੁੰਚਿਆਗਾ, ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਦਰਸ਼ਕਾਂ ਦੇ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਵਿਰਕ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਜਨਮ ਅਤੇ ਪਰਿਵਾਰ ਬਾਰੇ ਦੱਸੋ ਜੀ। ਮੇਰਾ ਜਨਮ ਜੀ 20 ਫਰਵਰੀ 1990 ਨੂੰ ਪਿੰਡ ਦਲੇਲਵਾਲਾ ਦੇ ਵਿੱਚ ਹੋਇਆ ਜੀ। ਮੇਰੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ, ਮਾਤਾ ਜੀ, ਮੇਰੇ ਭਰਾ, ਭਾਬੀ ਅਤੇ ਮੇਰੀ ਧਰਮ ਪਤਨੀ ਅਤੇ ਇੱਕ ਮੇਰਾ ਭਤੀਜਾ ਜੀ। ਤੇ ਕੀ ਨਾਮ ਨੇ ਜੀ ਫਾਦਰ ਸਾਹਿਬ ਦੇ, ਸਾਰੇ ਪਰਿਵਾਰ ਦੇ? ਮੇਰੇ ਪਿਤਾ ਦਾ ਨਾਮ ਸਰਦਾਰ ਗੁਰਮੁਖ ਸਿੰਘ ਵਿਰਕ ਹੈ ਜੀ, ਮਾਤਾ ਦਾ ਨਾਮ ਸਰਜੀਤ ਕੌਰ ਹੈ ਜੀ, ਭਰਾ ਦਾ ਨਾਮ ਲਖਵਿੰਦਰ ਸਿੰਘ ਹੈ ਜੀ, ਮੇਰੀ ਭਰਜਾਈ ਦਾ ਨਾਮ ਸਿਮਰਜੀਤ ਕੌਰ ਹੈ ਜੀ, ਅਤੇ ਮੇਰੀ ਘਰ ਦੀ ਦਾ ਨਾਮ ਰਵਿੰਦਰ ਕੌਰ ਹੈ ਜੀ, ਅਤੇ ਮੇਰੇ ਭਤੀਜੇ ਦਾ ਨਾਮ ਸਹਿਜ ਸਿੰਘ ਹੈ ਜੀ। ਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਬਾਈ ਨੇ? ਮੈਂ ਜੀ +2 ਕੀਤੀ ਸੀ ਜੀ। ਉਹ ਕਦੇ ਖੁਦਾ ਨਾ ਖਾਸ ਸਕੇ, ਜਿਹੜੇ ਸਕੂਲਾਂ 'ਚ ਮੈਂ ਪੜ੍ਹਿਆ ਸੀ ਜੀ, ਪ੍ਰਾਈਵੇਟ ਸਕੂਲ ਸਾਰੇ ਬੰਦ ਹੋ ਗਏ ਜੀ। ਸਭ ਤੋਂ ਪਹਿਲਾਂ ਅਸੀਂ ਜਨਤਾ ਮਾਡਲ ਸਕੂਲ ਬੋਹਾ ਦੇ ਵਿੱਚ ਛੋਟੇ ਹੁੰਦੇ ਜੀ, ਇੱਥੋਂ ਬੱਸ ਜਾਂਦੀ ਅਤੇ ਉੱਥੇ ਅਸੀਂ ਮੈਂ ਨਰਸਰੀ ਸੀ, ਭਰਾ ਮੇਰਾ ਮੇਰੇ ਤੋਂ ਅੱਗੇ ਸੀ 1-2 ਕਲਾਸਾਂ, ਉਹ ਹੁਸ਼ਿਆਰ ਸੀ ਮੇਰੇ ਤੋਂ ਪੜ੍ਹਨ 'ਚ, ਮੈਂ ਥੋੜ੍ਹਾ ਪੜ੍ਹਾਈ 'ਚ ਠੀਕ ਠਾਕ ਸੀ। ਉਸ ਤੋਂ ਬਾਅਦ ਸਾਨੂੰ ਉੱਥੇ ਬੱਸ ਦਾ ਚੱਕਰ ਜਿਹਾ ਪੈਂਦਾ ਸੀ ਕਿ ਬੱਸ ਅਪ ਡਾਊਨ ਸਾਨੂੰ ਨਹੀਂ ਛੱਡਦੇ ਸੀਗੇ, ਜਿਹੜੇ ਉਦੋਂ ਪ੍ਰਾਈਵੇਟ ਬੱਸ ਹੁੰਦੀ ਜਿਹੜੀ ਸੀ, ਸਕੂਲ ਬੱਸ ਨਹੀਂ ਸੀ ਹੁੰਦੀ, ਮਤਲਬ ਜਿਹੜੀਆਂ ਨਾਰਮਲ ਬੱਸਾਂ 'ਚ ਉਹਨਾਂ 'ਚ ਚੜ੍ਹ ਕੇ ਆਉਣਾ ਪੈਂਦਾ ਸੀ। ਫਿਰ ਉਹਨਾਂ ਦੇ ਸਾਨੂੰ ਝਨੀਰ ਲਾਤਾ ਜੀ, ਉੱਥੇ ਪੀਟੀ ਰੇੜਾ ਹੁੰਦਾ ਸੀ ਸਾਡੇ ਪਿੰਡ ਉਦੋਂ ਜੀ, ਦਸ਼ਮੇਸ਼ ਪਬਲਿਕ ਸਕੂਲ ਝਨੀਰ, ਉਹ ਵੀ ਸਕੂਲ ਬੰਦ ਹੋ ਗਏ, ਜਨਤਾ ਮਾਡਲ ਸਕੂਲ ਵੀ ਬੰਦ ਹੋ ਗਏ। ਇਹ ਸਾਡੇ ਜਿਹੜੇ ਉਸ ਟਾਈਮ ਦੇ ਪ੍ਰਿੰਸੀਪਲ ਸੀ ਸੁਰਜੀਤ ਕੁਮਾਰ ਵਸ਼ਿਸ਼ਟ ਜੀ, ਉਹ ਪਟਿਆਲੇ ਸ਼ਿਫਟ ਹੋ ਗਏ। ਫਿਰ ਉਸ ਤੋਂ ਬਾਅਦ ਸਾਰਾ ਸਕੂਲ ਸਾਡਾ ਬੰਦ ਹੋ ਗਿਆ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ 8ਵੀਂ ਦੇ ਵਿੱਚ ਮੈਂ ਅੱਕਾਂ ਵਾਲੀ ਪੜ੍ਹਿਆ ਜੀ, ਗੁਰੂ ਨਾਨਕ ਪਬਲਿਕ ਸਕੂਲ, ਇਹ ਵੀ ਪ੍ਰਾਈਵੇਟ ਸੀ, ਇਹ ਵੀ ਬੰਦ ਹੋ ਗਿਆ ਜੀ। ਫਿਰ 6ਵੀਂ ਜਿਹੜੀ ਕਲਾਸ ਸੀ ਮੇਰੀ, ਉਹ ਮੈਂ ਪਿੰਡ ਦੇ ਸਕੂਲ 'ਚ ਕੀਤੀ ਜੀ। ਅਤੇ 9ਵੀਂ ਅਤੇ 10ਵੀਂ ਮੈਂ ਫਿਰ ਦਸ਼ਮੇਸ਼ ਸਕੂਲ 'ਚ ਕੀਤੀ। 11ਵੀਂ 12ਵੀਂ ਫਿਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਨੀਰ ਤੋਂ ਪਾਸ ਕੀਤੀ। ਅੱਛਾ ਬਿਰਕ ਸਾਹਿਬ, ਆਪਾਂ ਗੱਲ ਕਰੀਏ ਵੀ ਜੋ ਗੇਮ ਤੁਸੀਂ ਅਪਣਾਈ ਰੋਇੰਗ, ਆਪਣੇ ਬਹੁਤ ਘੱਟ ਕਰੇਜ਼ ਹੈ, ਬਹੁਤ ਮੇਰੇ ਵਰਗੇ ਇੱਦਾਂ ਦੇ ਵੀ ਹੋਣਗੇ ਜਿਹੜੇ ਇਹਦੇ ਬਾਰੇ ਨਹੀਂ ਜਾਣਦੇ ਹੋਣਗੇ, ਅਤੇ ਤੁਸੀਂ ਇਹ ਕਦੋਂ ਅਤੇ ਕਿਵੇਂ ਮਤਲਬ ਕਿ ਇਸ ਗੇਮ ਵੱਲ ਆਏ, ਅਤੇ ਭਰਤੀ ਕਦੋਂ ਹੋਈ ਸੀ, ਕਿਸ ਰੈਂਕ 'ਤੇ ਹੋਏ ਸੀ? ਮੈਂ ਨਾਰਮਲ ਭਰਤੀ ਹੋਇਆ ਸੀ ਜੀ। ਅਸੀਂ ਕਣਕ ਵੱਢ ਰਹੇ ਸੀਗੇ, ਕਣਕ ਵੱਢਦੇ ਹੀ ਭਰਤੀ ਆ ਗਈ ਜੀ ਰਾਮਗੜ੍ਹ ਰਾਂਚੀ। ਉਦੋਂ ਸੈਂਟਰ ਦੇ ਵਿੱਚ ਖੁੱਲ੍ਹੀ ਓਪਨ ਭਰਤੀ ਹੁੰਦੀ ਸੀ। ਅੱਜ ਕੱਲ੍ਹ ਰਿਲੇਸ਼ਨ ਦੀਆਂ ਭਰਤੀਆਂ ਹੋਣ ਲੱਗ ਗਈਆਂ ਉੱਥੇ ਹੀ। ਬਾਕੀ ਉਹ ਆਪਣੇ ਜਿਹੜੇ BR ਹੁੰਦੇ ਨੇ ਉੱਥੇ ਭਰਤੀਆਂ ਹੋ ਜਾਂਦੀਆਂ ਨੇ। ਤਾਂ ਸੈਂਟਰ 'ਚ ਭਰਤੀ ਹੋਈ ਸੀ। ਅਸੀਂ ਤਾਂ ਕਦੇ ਮਾਨਸਾ ਵੀ ਨਹੀਂ ਟੱਪੇ ਸੀ।
ਬਾਕੀ ਕੰਮ ਦਾ ਟਾਈਮ ਸੀ, ਕਣਕ ਵਾਢੀ ਦਾ ਟਾਈਮ ਸੀ, ਅਪ੍ਰੈਲ ਦੇ ਵਿੱਚ ਮਹੀਨੇ ਦੇ ਵਿੱਚ ਭਰਤੀ ਆਈ ਸੀ। ਤੇ ਅਸੀਂ ਪਿੰਡ, ਮੈਂ ਕਿਹਾ ਕਿ ਹੁਣ ਮੇਰੇ ਨਾਲ ਜਿਹੜੇ ਪਿੰਡ ਦੇ ਹੋਰ ਮੁੰਡੇ ਦੇਖਦੇ ਸੀ ਭਰਤੀਆਂ, ਮੈਂ ਉਹਨਾਂ ਕੋਲੇ ਗਿਆ ਜੀ। ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਜਾਂਦੇ ਹੈਗੇ, ਕੰਮ ਦਾ ਟਾਈਮ ਹੈ ਜੀ। ਹਾਂਜੀ। ਤੇ ਇੱਕ ਮੁੰਡਾ ਮੈਂ ਹੋਰ ਪਿੰਡ ਦਾ ਤਿਆਰ ਕੀਤਾ, ਉਹਦੀ ਵੀ ਉਮਰ ਮੇਰੇ ਕਿੰਨੀ 17.5 ਸਾਲ ਸਾਡੀ ਉਮਰ ਸੀ ਉਦੋਂ ਹੀ। ਉਹਨੂੰ ਮੈਂ ਤਿਆਰ ਕੀਤਾ ਵੀ ਆਪਾਂ ਭਰਤੀ ਦੇਖਣ ਚੱਲੀਏ। ਉਹ ਕਹਿੰਦਾ ਨਹੀਂ ਜੀ ਆਪਾਂ, ਕਿਉਂਕਿ ਉਹਨਾਂ ਦੇ ਵੀ ਹਾਲਾਤ ਜਿਹੜੇ ਘਰ ਦੇ ਸੀ ਉਹ ਸਾਡੇ ਹਾਲਾਤ, ਘਰ ਦੇ ਹਾਲਾਤਾਂ ਦੇ ਨਾਲ ਹੀ ਮੈਚ ਕਰਦੇ ਸੀ। ਉਹ ਕਹਿੰਦਾ ਨਹੀਂ ਯਾਰ, ਨਹੀਂ ਜਾਇਆ ਨਾ, ਕਣਕ ਦਾ ਸੀਜ਼ਨ ਹੈ, ਬੰਦਾ ਮਿਲਦਾ ਨਹੀਂ ਅੱਜ ਕੱਲ੍ਹ। ਇੱਦਾਂ ਅਸੀਂ ਕਣਕ ਵੱਢਦੇ ਹੀ ਸਾਡੀ ਨਿਆਈ ਵਾਲਾ ਪੌਣਾ ਕਿੱਲਾ ਵੱਢ ਰਹੇ ਸੀ। ਵੱਢਦੇ ਤੇ ਫਾਦਰ ਸਾਹਿਬ ਕਹਿੰਦਾ ਕਿ ਨਹੀਂ ਤੂੰ ਜਾ। ਮੇਰਾ ਭਰਾ ਉਸ ਤੋਂ ਪਹਿਲਾਂ ਭਰਤੀ ਹੋ ਗਿਆ ਸੀ। ਤੇ ਮੈਂ ਕਿਹਾ ਚਲੋ ਠੀਕ ਹੈ ਜੀ। ਅਸੀਂ ਦਿੱਲੀ ਪਹੁੰਚੇ ਜੀ। ਦਿੱਲੀ ਜਾ ਕੇ ਮੈਂ ਮੁੜਾਂ ਕਿ ਨਹੀਂ ਯਾਰ, ਅੱਗੇ ਨਹੀਂ ਜਾ ਜਾਣਾ, ਕਿਉਂਕਿ ਅਸੀਂ ਉਦੋਂ ਛੋਟੇ ਹੁੰਦੇ ਸੁਣਦੇ ਹੁੰਦੇ ਕਿ ਦਿੱਲੀ ਚਿੜੀ ਗਲੀ 'ਚ ਬੰਦਾ ਪੈ ਜਾਂਦਾ ਵੀ ਦੁਬਾਰੇ ਇੱਥੇ ਆਉਂਦਾ ਨਹੀਂ, ਉਹ ਉਸ ਦਾ ਮਾਰ ਕੇ ਖਾ ਜਾਂਦੇ ਨੇ, ਐਂ ਕਰਦੇ ਨੇ। ਛੋਟੇ ਛੋਟੇ ਹੁੰਦੇ ਉਦੋਂ ਜਦੋਂ ਅਸੀਂ ਸੁਣਦੇ ਸੀ ਇਹ ਗੱਲਾਂ ਜੀ। ਜਦੋਂ ਅੱਜ ਮੌਕਾ ਮਿਲਿਆ ਸੀ ਦਿੱਲੀ ਜਾਣ ਦਾ, ਸਾਡੇ ਮਨ 'ਚ ਡਰ ਸੀਗਾ ਉਹ ਗੱਲਾਂ ਦਾ ਵੀ ਅਸੀਂ ਕਿਵੇਂ ਫੇਸ ਕਰਾਂਗੇ ਇਸ ਚੀਜ਼ ਨੂੰ। ਫਿਰ ਅਸੀਂ ਪਿੰਡ ਦੇ ਮੁੰਡਿਆਂ ਨੂੰ ਫੋਨ ਲਾ ਕੇ, STD ਤੋਂ ਫੋਨ ਹੈ ਨਹੀਂ ਸੀਗੀ, STD ਤੋਂ ਫੋਨ ਲਾਏ। ਇਹ 2008 ਦੀ ਗੱਲ ਹੈ। ਤੇ ਅਸੀਂ STD ਤੋਂ ਫੋਨ ਲਾ ਕੇ ਪੁੱਛਿਆ ਵੀ ਅਸੀਂ ਇੱਥੇ ਜੇ ਆ ਗਏ ਵੀ ਕਿਵੇਂ ਉਹ ਕਰੀਏ। ਕਹਿੰਦੇ ਕਿ ਤੁਸੀਂ ਫਲਾਨੀ ਟ੍ਰੇਨ ਫੜ ਲਓ, ਤੁਹਾਨੂੰ ਉਹ ਬਨਾਰਸ ਛੱਡ ਦੂਗੀ। ਅਸੀਂ ਉਹਦੇ ਚੜ੍ਹ ਗਏ ਜੀ। ਥੱਕੇ ਸੀ ਸਾਰੇ ਦਿਨ ਦੇ ਜੀ, ਕਿਉਂ ਕਣਕ ਦੀ ਵਾਢੀ 'ਚੋਂ ਵੀ ਗਏ ਸੀਗੇ। ਅਸੀਂ ਟ੍ਰੇਨ ਚੜ੍ਹ ਕੇ ਸੌਂ ਗਏ। ਅਤੇ ਉਹ ਟ੍ਰੇਨ ਸੀ ਪੈਸੇਂਜਰ, ਉਹਨੇ ਸਾਨੂੰ ਸਾਰੀ ਰਾਤ 'ਚ ਬਨਾਰਸ ਪਹੁੰਚਾਇਆ ਜੀ। ਅਸੀਂ ਸਵੇਰੇ 5 ਵਜੇ ਉੱਥੇ ਪਹੁੰਚੇ ਜੀ। 5 ਵਜੇ ਪਹੁੰਚੇ ਅਤੇ ਅਸੀਂ ਉੱਤਰ ਕੇ ਪੁੱਛਿਆ ਵੀ ਦੂਸਰੀ ਟ੍ਰੇਨ ਹੈ ਜਿਹੜੀ ਟਾਟਾ ਮੋਰੀ ਟ੍ਰੇਨ ਜਿਹੜੀ ਚੱਲਦੀ ਹੈ ਜੀ ਰਾਮਗੜ੍ਹ ਰਾਂਚੀ, ਉਹ ਕਿੰਨੇ ਵਜੇ? ਉਹ ਕਹਿੰਦੇ ਉਹ ਸ਼ਾਮ ਨੂੰ 5 ਵਜੇ ਆਓ ਜੀ। ਸਾਡੇ ਕੋਲ 12 ਘੰਟੇ ਸੀ। ਸਾਡੇ ਕੋਲ ਰੋਟੀਆਂ ਵੀ ਅਸੀਂ ਬੰਨ੍ਹ ਕੇ ਲੈ ਗਏ ਸੀ ਨਾਲ। ਅਸੀਂ ਆਖਿਆ ਚਲੋ ਗੁਰਦੁਆਰਾ ਲੱਭਦੇ ਹਾਂ। ਪਹਿਲਾਂ ਤਾਂ ਅਸੀਂ ਗੁਰਦੁਆਰਾ ਲੱਭਣਾ ਸ਼ੁਰੂ ਕੀਤਾ ਜੀ। ਇੱਥੇ ਪਾਣ ਦੇ ਨਾਲ ਸੜਕਾਂ ਜਿਹੜੀਆਂ ਸਾਰੀਆਂ ਲਾਲ ਹੋਈਆਂ ਸੀ। ਅਸੀਂ ਆਖਿਆ ਲਾਲ ਕਿਉਂ ਨੇ ਇਹ? ਮਨ 'ਚ ਸਾਡੇ ਡਰ। ਫਿਰ ਪਤਾ ਲੱਗਿਆ ਵੀ ਲੋਕ ਸੁੱਟੀ ਜਾਂਦੇ ਸੀ ਪਾਣ ਖਾ ਕੇ, ਕਹਿੰਦੇ ਨੇ ਬਨਾਰਸ ਦਾ ਪਾਣ ਬਹੁਤ ਮਸ਼ਹੂਰ ਹੈ ਜੀ। ਹਾਂਜੀ। ਅਤੇ ਉਹ ਫਿਲਮਾਂ ਦੇ ਗਾਣੇ ਗੁਣੇ ਸੁਣੇ ਸੀ। ਅਤੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ। ਉੱਥੇ ਪਾਠ ਹੋ ਰਿਹਾ ਸੀਗਾ, ਅਰਦਾਸ ਹੋਣ ਲੱਗੀ ਅਤੇ ਅਸੀਂ ਅਰਦਾਸ ਸ਼ਾਮਲ ਹੋਏ। ਮੱਥਾ ਟੇਕ ਕੇ ਅਤੇ ਅਸੀਂ ਪੁੱਛਿਆ ਬਾਈ ਜੀ ਵੀ ਲੰਗਰ ਛਕਣਾ? ਉਹ ਕਹਿੰਦੇ ਵੀ 11 ਵਜੇ ਤੋਂ ਪਹਿਲਾਂ ਲੰਗਰ ਨਹੀਂ ਖੁੱਲ੍ਹਦਾ ਇੱਥੇ। ਅਸੀਂ 5 ਵਜੇ ਪਹੁੰਚ ਗਏ ਸੀਗੇ ਜੀ। ਸਾਡੇ ਕੋਲ ਸਮਾਨ ਵੀ, ਜਿਹੜੇ ਸਾਡੇ ਪਿੰਡ ਦੇ ਪਹਿਲਾਂ ਮੁੰਡੇ ਭਰਤੀ ਹੋ ਚੁੱਕੇ ਸੀ, ਉਹਨਾਂ ਦੀਆਂ ਪੰਜੀਰੀਆਂ ਵੀ ਸਾਡੇ ਕੋਲੇ ਸੀਗੀਆਂ ਜੀ। ਅਤੇ ਕਿਸੇ ਦੇ ਕੋਈ ਬਿਸਕੁਟ ਸੀ, ਸਮਾਨ ਸਾਡੇ ਕੋਲ ਕਾਫੀ ਸੀ। ਚਲੋ ਅਸੀਂ ਵਾਪਸ ਆ ਕੇ, ਜਿਹੜੇ ਸਾਡੇ ਕੋਲ ਰੋਟੀਆਂ ਸੀਗੀਆਂ ਸਾਡੇ ਕੋਲ, ਅਸੀਂ ਉਹ ਰੋਟੀ ਸਮੈਲ ਮਾਰ ਰਹੀ ਸੀ, ਗਰਮੀ ਦਾ ਟਾਈਮ ਸੀਗਾ। ਅਸੀਂ ਉੱਥੇ ਕੁੱਤਾ ਸਟੇਸ਼ਨ 'ਤੇ ਉਹਨੂੰ ਸੁੱਟ ਕੇ ਦੇਖੀ, ਉਹਨੇ ਖਾਧੀ ਨਹੀਂ। ਸਾਡੇ ਕੋਲ ਪੈਸੇ ਘੱਟ ਹੋਣ ਦੇ ਕਾਰਨ ਅਸੀਂ ਉਹ ਰੋਟੀ ਸਾਨੂੰ ਖਾਣੀ ਪਈ ਉਹ, ਕਿਉਂ ਭੁੱਖ ਦਾ ਟਾਈਮ ਸੀਗਾ ਜੀ। ਭੁੱਖ ਸਾਨੂੰ ਲੱਗ ਰਹੀ ਸੀ, ਉਹ ਟਾਈਮ ਸੀ। ਅਤੇ ਪੈਸੇ ਸਾਡੇ ਕੋਲ 800 ਰੁਪਇਆ ਸੀ ਮੇਰੇ ਕੋਲ, ਜਿਹੜਾ 500 ਦਾ ਜਾਣ ਸਾਰ ਜਮ੍ਹਾਂ ਕਰਾ ਲੈਂਦੇ ਨੇ ਜੀ ਖਾਣੇ ਪੀਣੇ ਦਾ। ਉੱਥੇ 300 ਰੁਪਇਆ ਸੀਗਾ ਜੀ। ਅਸੀਂ ਉੱਥੋਂ ਟਿਕਟ ਲਈ ਵੀ ਟਾਟਾ ਮੋਰੀ ਆ ਰਹੀ ਆ। ਉਦੋਂ ਸਾਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਬੁਕਿੰਗ ਵੀ ਹੁੰਦੀ ਆ ਪਹਿਲਾਂ ਟ੍ਰੇਨ ਦੀ, ਹੈ ਨਾ ਜੀ, ਵੀ ਟਿਕਟ ਇੱਦਾਂ ਆਉਂਦੀ। ਹੁਣ ਤਾਂ ਬਹੁਤ ਫਾਰਵਰਡ ਹੋ ਗਿਆ, ਕਿਉਂਕਿ ਸੋਸ਼ਲ ਮੀਡੀਆ ਨੇ ਆਪਾਂ ਨੂੰ ਬਹੁਤ ਇਹ ਚੀਜ਼ ਨੂੰ ਐਕਟਿਵ ਕਰਤਾ ਜੀ। ਫਿਰ ਇੱਦਾਂ ਜਾ ਕੇ ਸੈਂਟਰ ਦੇ ਵਿੱਚ ਮੈਂ 21 ਜੁਲਾਈ 2008 ਨੂੰ ਮੈਂ, ਜਿਹੜੀ ਮੇਰੀ ਐਨਰੋਲਮੈਂਟ ਹੈਗੀ, ਭਰਤੀ ਮੈਂ ਪਹਿਲਾਂ ਦੇਖ ਲਈ, ਜਿਹੜੀ ਮੇਰੀ ਐਨਰੋਲਮੈਂਟ ਹੈਗੀ ਉਹ ਕਾਫੀ ਪ੍ਰੋਸੈਸ ਹੋ ਜਾਂਦਾ। 21 ਜੁਲਾਈ 2008 ਨੂੰ ਮੈਂ ਫੌਜ ਦੇ ਵਿੱਚ ਜਾ ਕੇ ਭਰਤੀ ਹੋ ਗਿਆ ਜੀ। ਰੇਸ ਕੱਢੀ, ਸਾਰਾ ਕੁਛ ਕੀਤਾ ਜੀ, ਮੈਡੀਕਲ ਵੀ ਹੋ ਗਿਆ ਜੀ। ਫਿਰ ਪੇਪਰ ਵਾਸਤੇ ਜਦੋਂ ਤਿਆਰੀ ਕਰਦੇ ਸੀਗੇ, ਇੱਥੇ ਸਾਡੇ ਪਿੱਛੇ ਘਰ ਦੇ ਬਾਗ ਹੁੰਦਾ ਜੀ, ਨਾਲ ਤਾਂ ਮੈਂ ਬਾਗ ਦੀ ਰਾਖੀ ਰੱਖਦਾ ਅਤੇ ਨਾਲੇ ਪੜ੍ਹਦਾ। ਬਸ ਐਂ ਸੋਚਿਆ ਸੀਗਾ ਵੀ ਇਹ ਪਹਿਲੀ ਅਤੇ ਆਖਰੀ ਭਰਤੀ ਸੋਚ ਕੇ ਵੀ ਇਹ ਆਪਾਂ ਜ਼ੋਰ ਲਾਇਆ। ਉਦੋਂ ਪਹਿਲਾਂ ਮੈਂ 2 ਭਰਤੀਆਂ ਦੇਖ ਚੁੱਕਿਆ ਸੀ, ਇੱਕ ਪੈਰਾਸ਼ੂਟ ਦੀ ਲੁਧਿਆਣੇ ਜੀ, ਇੱਕ ਬਠਿੰਡੇ ਜੀ। ਬਠਿੰਡੇ ਮੈਨੂੰ ਅੱਖਾਂ 'ਚੋਂ ਕੱਢਤਾ, ਮੈਡੀਕਲ 'ਚੋਂ ਕਹਿੰਦੇ ਅੱਖਾਂ 'ਚ ਧੱਬੇ ਨਹੀਂ, ਅਤੇ ਪੈਰਾਸ਼ੂਟ ਦੀ ਭਰਤੀ 'ਚੋਂ ਮੈਂ ਪੇਪਰ 'ਚ ਰਹਿ ਗਿਆ ਜੀ। ਤੇ ਇਹ ਮਨ ਦੇ ਵਿੱਚ ਕਿਵੇਂ ਸੋਚਿਆ ਸੀ ਵੀ ਇਕੱਲਾ ਮਤਲਬ ਕਿ ਫੌਜ ਦੇ ਵਿੱਚ ਹੀ ਭਰਤੀ ਹੋਣਾ, ਵੀ ਹੋਰ ਕੰਮ ਨਹੀਂ ਕਰਨਾ ਜੀ? ਇਹ ਤੁਸੀਂ ਮੇਰੇ, ਹੁਣ ਮੈਂ ਗੱਲ ਅੱਗੇ ਸ਼ੇਅਰ ਕਰਨੀ ਸੀ, ਤੁਸੀਂ ਬਹੁਤ ਵਧੀਆ ਗੱਲ ਕੀਤੀ। ਅਸਲ ਮੈਂ ਛੋਟਾ ਹੁੰਦਾ ਸੀ, ਮੇਰੀ ਮਾਤਾ ਦੇ ਨਾਨਕੇ ਨੇ ਮਲੋਟ ਜੀ। ਅਸੀਂ ਬੱਸ ਦੇ ਵਿੱਚ ਜਾਂਦੇ ਤਾਂ ਪਿਛਲੀ ਸੀਟ 'ਤੇ ਜਾਂ ਕਿਸੇ ਵੀ ਸੀਟ ਦੇ ਵਿੱਚ ਹੁੰਦੇ ਤਾਂ ਮੈਂ ਉੱਧਰਲੀ ਸਾਈਡ ਹੀ ਬਹਿੰਦਾ, ਜਿਹੜੀ ਸਾਈਡ 'ਤੇ ਬਠਿੰਡੇ ਲੰਘਦੇ ਟਾਈਮ ਬੁੱਤ ਆਉਂਦਾ ਸੀਗਾ ਆਨੰਦ ਸਿੰਘ ਦਾ ਜੀ। ਤਾਂ ਉਹ ਰਫਲ ਦੇ ਨਾਲ ਬਣਿਆ ਹੋਇਆ, ਪਿੱਛੇ ਉਹਦੇ ਪਿੱਠੂ ਬੈਗ ਲੱਗਿਆ ਹੋਇਆ, ਤਾਂ ਮਨ 'ਚ ਆਇਆ ਸੀ ਕਿ ਫੌਜੀ ਬਣਨਾ। ਮੈਂ ਨਿੱਕਾ ਜਿਹਾ ਕਹਿਣ ਲੱਗ ਗਿਆ ਸੀ ਮਾਤਾ ਨੂੰ, ਸਾਡੇ ਇੱਥੇ ਚਾਚੇ ਤਾਏ ਪੁੱਛਦੇ ਕੀ ਬਣੇਗਾ ਵੱਡਾ, ਕੇ ਫੌਜੀ ਬਣੂਗਾ ਜੀ। ਪਰ ਹਾਲਾਤਾਂ ਦਾ ਨਹੀਂ ਸੀ ਪਤਾ ਕਿ ਵੱਡੇ ਹੋ ਕੇ ਵਾਕਈ ਇੱਕ ਫੌਜ ਹੀ ਇਹੋ ਜਿਹੀ ਸੰਸਥਾ ਹੈਗੀ ਜਿਹੜੀ ਆਪਣੇ ਪੰਜਾਬ, ਹਰਿਆਣਾ ਜਾਂ ਆਪਾਂ ਯੂਪੀ, ਜਿਹੜੇ ਆਪਾਂ ਇੱਧਰਲੇ ਸਟੇਟਾਂ ਨੂੰ ਜ਼ਿਆਦਾਤਰ ਆਪਣੇ ਫੌਜ ਹੀ ਆਪਾਂ ਨੂੰ ਸਾਂਭਦੀ ਹੈ ਜੀ। ਹਾਂਜੀ। ਅਤੇ ਇੱਕ ਘਰ ਦੇ ਹਾਲਾਤ ਇੱਦਾਂ ਸੀ ਕਿ ਮੈਨੂੰ ਫੌਜ ਦਾ, ਇੱਕ ਮੇਰੀ ਪੜ੍ਹਾਈ ਇੱਦਾਂ ਦੀ ਸੀ, ਮੈਂ ਬਹੁਤ ਘੱਟ ਪੜ੍ਹਾਈ ਕਮਜ਼ੋਰ ਸੀ, ਥੋੜ੍ਹਾ ਜਿਹਾ ਜੀ, ਘੱਟ ਪੜ੍ਹਦਾ ਸੀ। ਅਤੇ ਬਸ ਇਹੀ ਜ਼ਰੀਆ ਸੀ ਕਿ ਇੱਕ ਫੌਜ ਦੇ ਵਿੱਚ ਜਾਣਾ ਸੀ। ਉਸ ਟਾਈਮ 'ਤੇ ਇੱਕ ਸੁਪਨਾ ਸੀ, ਪਰ ਵੱਡੇ ਹੋ ਕੇ ਇਹ ਨਹੀਂ ਸੀ ਪਤਾ ਵੀ ਇਹ ਸੁਪਨਾ ਜਿਹੜੀ ਮੇਰੀ ਮਜਬੂਰੀ ਬਣ ਜੂਗੀ। ਅਤੇ ਫਿਰ ਉੱਥੇ ਜਾ ਕੇ ਜਿਹੜਾ ਰੋਇੰਗ ਵੱਲ ਕਿਵੇਂ ਆਏ ਤੁਸੀਂ? ਰੋਇੰਗ ਵੱਲ ਜੀ ਮੈਂ ਆਰਡੀ ਪਰੇਡ ਦੀ ਤਿਆਰੀ ਕਰ ਰਹੀ ਸੀ, ਰਿਪਬਲਿਕ ਡੇ ਪਰੇਡ ਦੀ। ਮੇਰੀ ਕਸਮ ਹੋ ਗਈ 2009 ਦੇ ਵਿੱਚ, 21 ਮਈ 2009 ਦੇ ਵਿੱਚ ਜਦੋਂ ਮੇਰੀ ਕਸਮ ਹੋ ਗਈ, ਪੂਰਾ 1 ਸਾਲ ਲੱਗ ਗਿਆ ਸਾਨੂੰ ਜੀ। ਜਦੋਂ ਮੇਰੀ ਟ੍ਰੇਨਿੰਗ ਤੋਂ ਬਾਅਦ ਫਿਰ ਮੈਨੂੰ
ਸੌਰੀ ਜਦੋਂ ਮੇਰੀ ਆਰਡੀ ਪਰੇਡ ਚੱਲ ਰਹੀ ਸੀ ਤਾਂ ਆਰਡੀ ਪਰੇਡ ਦੇ ਦੌਰਾਨ ਫਿਰ ਇੱਕ ਲੈਟਰ ਆਇਆ ਆਰਮੀ ਰੋਇੰਗ ਨੋਡ ਪੂਨੇ ਤੋਂ ਹੀ। ਕਹਿੰਦੇ ਕਿ ਰੋਇੰਗ ਵਾਸਤੇ ਸਾਨੂੰ 185 ਹਾਈਟ ਤੋਂ ਤੇ ਇੰਨੀ ਕੁ ਉਮਰ ਦੇ ਮੁੰਡੇ ਚਾਹੀਦੇ ਨੇ 18-19 ਸਾਲ ਦੇ। ਸੋ ਮੇਰੀ ਉਮਰ ਵੀ ਸੀ ਤੇ ਹਾਈਟ ਵੀ ਸੀ। ਇਹਦੇ 'ਚ ਵੀ ਮੈਂ ਕਹਿੰਦਾ ਵੀ ਇੱਕ ਮੇਰੀ ਇਮਾਨਦਾਰੀ ਕੰਮ ਆਈ ਉੱਥੇ ਵੀ, ਕਿ ਮਾਤਾ ਪਿਤਾ ਨੇ ਸ਼ੁਰੂ ਤੋਂ ਇੱਕ ਚੀਜ਼ ਸਿਖਾਈ ਸੀ ਕਿ ਇਮਾਨਦਾਰੀ ਤੇ ਮਿਹਨਤ ਆ ਨਾ। ਉੱਥੇ ਜਿਹੜੇ ਜੁਨਟਾਂ 'ਚ ਬੰਦੇ ਆਏ ਸੀ, ਮੁੰਡੇ ਆਏ ਸੀ, ਉਹਨਾਂ ਨੇ ਆਪਦੀ ਹਾਈਟ ਘੱਟ ਲਿਖਾਈ ਸੀ ਵੀ ਸਾਨੂੰ ਇਹ ਆਰਡੀ ਪਰੇਡ ਦਾ ਹਿੱਸਾ ਉਹ ਔਖੀ ਆ ਥੋੜ੍ਹੀ ਕਰਨੀ ਕਹਿੰਦੇ, ਕਿਉਂਕਿ 12-13 ਕਿਲੋਮੀਟਰ ਮਾਰਚ ਕਰਕੇ ਜਾਣਾ। ਹਾਂਜੀ ਕਰਦੇ ਜਿਹੜੇ ਨੇ ਉਹ ਵੀ ਮਾਵਾਂ ਦੇ ਪੁੱਤ ਨਹੀਂ। ਹਾਂਜੀ ਸਾਡੇ ਦਿਮਾਗ 'ਚ ਇਹ ਚੀਜ਼ ਹੈ ਨਹੀਂ ਸੀ। ਅਸੀਂ ਆਪਣੀ ਹਾਈਟ ਜਿਹੜੀ ਉਹ ਪ੍ਰੋਪਰ ਲਿਖਾਈ ਸੀ 185 ਸੈਂਟੀਮੀਟਰ ਹੀ, ਤੇ ਉਹਨਾਂ ਨੇ ਘੱਟ ਲਿਖਾਈ ਸੀ। ਜਦੋਂ ਲੈਟਰ ਆਇਆ ਤੇ ਉਹਨਾਂ ਨੇ ਲਿਸਟ ਚੱਕੀ ਆਫਿਸ ਦੇ ਵਿੱਚੋਂ ਹੀ ਕਿ 185 ਹਾਈਟ ਵਾਲੇ ਕਿਹੜੇ ਕਿਹੜੇ ਨੇ। ਉਹ 'ਚ ਅਸੀਂ 3 ਕੁ ਮੁੰਡੇ ਸਿਲੈਕਟ ਹੋਏ ਜਿਨ੍ਹਾਂ ਨੇ ਸਹੀ ਲਿਖਾਈ ਸੀ। ਸਾਡੇ ਤੋਂ ਵੀ ਹਾਈਟ ਵਾਲੇ ਸੀਗੇ ਜੀ, ਪਰ ਕਹਿੰਦੇ ਕਿ ਕਿਸਮਤ ਤੋਂ ਜ਼ਿਆਦਾ ਦੇ ਸਮੇਂ ਤੋਂ ਪਹਿਲਾਂ ਆਪਾਂ ਨੂੰ ਕਹਿੰਦੇ ਮਿਲਦਾ ਨਹੀਂ। ਤੇ ਉਹਨਾਂ ਨੇ ਸਾਨੂੰ ਜੇ ਲਿਸਟ ਕੱਢੀ ਤੇ ਉਹਨਾਂ ਨੇ ਸਾਨੂੰ ਆਫਿਸ 'ਚ ਬੁਲਾ ਲਿਆ, ਕਹਿੰਦੇ ਤੁਹਾਡੀ ਇੰਟਰਵਿਊ ਹੈ ਕਮਾਂਡਰ ਸਾਹਿਬ ਦੀ। ਅਸੀਂ ਆਖਿਆ ਇਹੋ ਜਿਹੀ ਕਿਹੜੀ ਗਲਤੀ ਕਰਦੀ ਜਿਹਨੂੰ ਕਮਾਂਡਰ ਦੀ ਇੰਟਰਵਿਊ ਹੋ ਗਈ ਸਾਡੀ। ਕਹਿੰਦੇ ਨਹੀਂ ਤੁਹਾਨੂੰ ਕਿਸੇ ਗੇਮ ਨਾਲ ਭੇਜਣਾ। ਅਸੀਂ ਸੋਚੀਏ ਵੀ ਬਾਸਕਟਬਾਲ ਨਾਲ ਭੇਜਣਾ ਹੋਣਾ ਜੀ। ਅਸੀਂ ਇੱਧਰੋਂ ਤਿਆਰੀ ਉਹਦੀ ਕਰਦੇ ਕਰਦੇ ਅਸੀਂ ਵਰਦੀ ਦੂਜੀ ਪਾ ਕੇ ਇੰਟਰਵਿਊ ਵਾਲੀ ਉੱਥੇ ਪਹੁੰਚੇ ਜੀ। ਕਹਿੰਦੇ ਜੀ ਇੰਟਰਵਿਊ ਟਾਈਮ ਲੰਘ ਗਿਆ, ਕੱਲ੍ਹ ਨੂੰ ਆਇਆ। ਅਸੀਂ ਅਗਲੇ ਦਿਨ ਗਏ ਜੀ, ਇੰਟਰਵਿਊ ਕਰਵਾਈ। ਫਿਰ ਸਾਨੂੰ ਉਹਨਾਂ ਨੇ ਕਹਿੰਦੇ ਵੀ ਤੁਸੀਂ ਇਸ ਗੇਮ ਲਈ ਜਾਣਾਗਾ। ਹੁਣ ਆਰਡੀ ਪਰੇਡ ਜਦੋਂ ਕਰਦੇ ਜੀ ਆਪਣੇ ਬਾਹਾਂ ਜ਼ੋਰ ਰਹਿੰਦਾ ਨਹੀਂ, ਕਦੇ ਲੱਤਾਂ ਜ਼ੋਰ ਰਹਿੰਦਾ ਜੀ। ਉਹ ਸਾਨੂੰ ਕਹਿੰਦੇ ਪੁਸ਼ਅਪ ਮਾਰ ਕੇ ਦਿਖਾਓ। ਅਸੀਂ ਸਾਥੋਂ ਪੁਸ਼ਅਪ ਨਾ ਲੱਗਣੀ, 10 ਦਾ ਲੱਗਣਾ ਸਾਥੋਂ, ਕਿਉਂਕਿ ਮਾਰਚ ਕਰਨ ਦਾ ਜਿਹੜਾ ਸਟੈਮਨਾ ਸੀ ਉਹ ਲੱਤਾਂ ਦਾ ਬਣ ਚੁੱਕਿਆ ਸੀ। 3 ਮਹੀਨੇ ਮੈਂ ਉਹਦੀ ਟ੍ਰੇਨਿੰਗ ਕਰਨ ਤੋਂ ਬਾਅਦ ਮੈਨੂੰ ਇੱਧਰ ਭੇਜਤਾ। ਕੋਈ ਕਹਿੰਦਾ ਤੁਸੀਂ ਬਾਕਸਿੰਗ ਲੈ ਲਿਓ, ਕੋਈ ਕਹਿੰਦਾ ਜੀ ਤੁਸੀਂ ਵਾਲੀਬਾਲ ਖੇਡ ਲਿਓ, ਕੋਈ ਕਹਿੰਦਾ ਬਾਸਕਟਬਾਲ ਖੇਡ ਲਿਓ। ਅਸੀਂ ਆਖਿਆ ਠੀਕ ਹੈ ਜੀ। ਤੇ ਪਰ ਸਾਨੂੰ ਖੁਦ ਨੂੰ ਨਹੀਂ ਪਤਾ ਸੀ ਕਿਸ ਖੇਡ ਲਈ ਜਾ ਰਹੇ ਹਾਂਗੇ। ਸਾਨੂੰ ਮੂੰਹ ਟੱਡਰ ਦੇਖ ਕੇ ਤੇ ਸਾਨੂੰ ਕਹਿੰਦੇ ਵੀ ਤੁਸੀਂ CME ਦੇ ਵਿੱਚ ਜਾਣਾਗਾ, ਆਰਮੀ ਰੋਇੰਗ ਨੋਡ ਪੂਨੇ। 11 ਸਤੰਬਰ 2009 ਨੂੰ ਜੀ ਮੈਂ ਛੁੱਟੀ ਕੱਟ ਕੇ 11 ਸਤੰਬਰ 2009 ਨੂੰ ਮੈਂ ਉੱਥੇ ਰਿਪੋਰਟ ਕਰਤੀ ਜੀ ਰੋਇੰਗ ਨੋਡ ਪੂਨੇ ਦੇ ਵਿੱਚ। ਉੱਥੇ ਜਾ ਕੇ ਪਤਾ ਲੱਗਿਆ ਵੀ ਇੱਦਾਂ ਦੀ ਖੇਡ ਹੈ, ਪਾਣੀ ਦੇ ਵਿੱਚ ਛੋਟੀ ਜਿਹੀ ਬੋਟ ਪੈਂਦੀ ਹੈ। 3 ਮਹੀਨੇ ਸਾਨੂੰ ਗਰਾਊਂਡ ਵਰਕ ਹੀ ਕਰਾਈ ਗਈ। ਸਾਡਾ ਇੰਟਰਸਟ ਦੇਖੀ ਗਿਆ ਵੀ ਹੈਗੇ ਕਰਨ ਦੇ ਲਾਇਕ ਕਹਿੰਦੇ। ਅਸੀਂ ਉੱਧਰ ਤਰਾ ਭਾਈ ਦੇ ਸਾਨੂੰ ਪਾਣੀ 'ਚ ਕਦੋਂ ਲੈ ਕੇ ਜਾਣੇ, ਘੜੇ ਲੈ ਕੇ ਜਾਣੇ, ਕਦੋਂ ਲੈ ਕੇ ਜਾਣਗੇ। ਉਹ ਕਹਿੰਦੇ ਨੇ ਵੀ ਜਦੋਂ ਆਪਾਂ ਨਵਾਂ ਇੱਕ ਬੰਦੇ ਦੇ ਅੰਦਰ ਸ਼ੌਂਕ ਹੁੰਦਾ ਨਾ, ਇੱਕ ਜੋਸ਼ ਹੁੰਦਾ ਵੀ ਚਲੋ ਇੱਦਾਂ ਇੱਦਾਂ। ਉਹ ਕਹਿੰਦੇ ਵੀ ਤੁਸੀਂ ਭੱਜੋਗੇ ਇਹਦੇ ਤੋਂ, ਤੁਸੀਂ ਪਹਿਲਾਂ ਗਰਾਊਂਡ ਵਰਕ ਬਿਲਕੁਲ ਪੱਕ ਜਾਓ, ਫਿਰ ਤੁਹਾਨੂੰ ਉਹਦੇ 'ਚ ਟੈਕਨੀਕ ਸਿਖਾਵਾਂਗੇ। ਫਿਰ ਅਸੀਂ ਉਹਦੇ 'ਚ ਜ਼ੋਰ ਲਾਉਂਦੇ ਸੀਗੇ ਜੀ। ਉਹ ਕਹਿੰਦੇ ਜ਼ੋਰ ਦਾ ਟਾਈਮ ਨਹੀਂ ਹੈ, ਪਹਿਲਾਂ ਟੈਕਨੀਕ ਸਿੱਖੋ। ਫਿਰ ਇੱਦਾਂ ਮੇਰੀ ਰੋਇੰਗ ਦੀ ਖੇਡ ਦੀ ਸ਼ੁਰੂਆਤ ਹੋ ਗਈ ਜੀ। ਹਾਂਜੀ। ਤੇ ਪਹਿਲਾ ਮੈਡਲ ਤੁਹਾਡਾ ਫਿਰ ਕਦੋਂ ਆਇਆ ਸੀ, ਕਿੱਥੇ ਸੀ? ਮੇਰਾ ਪਹਿਲਾ ਮੈਡਲ ਜੀ ਝਾਰਖੰਡ 34ਵੇਂ ਨੈਸ਼ਨਲ ਖੇਡਾਂ ਜਿਹੜੀਆਂ ਝਾਰਖੰਡ ਦੇ ਵਿੱਚ ਹੋਈਆਂ ਸੀਗੀਆਂ, ਨੈਸ਼ਨਲ ਗੇਮਾਂ ਹੀ ਹੋ ਗਈਆਂ ਹੋਈ। ਅਤੇ ਉਹਦੇ ਵਿੱਚ ਮੇਰਾ ਜਿਹੜਾ ਪਹਿਲਾ ਗੋਲਡ ਮੈਡਲ ਆਇਆ ਜੀ। ਉਸ ਤੋਂ ਪਹਿਲਾਂ ਮੈਂ ਜਦੋਂ ਪਿੰਡ ਲੈਵਲ 'ਤੇ ਵਾਲੀਬਾਲ ਖੇਡਦਾ ਹੁੰਦਾ ਸੀ ਤਾਂ ਮੈਂ ਵਾਲੀਬਾਲ ਦੇ ਵਿੱਚ ਸੋਚਿਆ ਸੀ ਕਦੇ ਨੈਸ਼ਨਲ ਖੇਡੂੰਗਾ ਜੀ। ਵੀ ਮੈਂ ਉਸ ਟਾਈਮ 'ਤੇ ਮੇਰੇ ਹੁਣ ਵੀ ਆ ਦੇਖੋ ਰੋਂਗਟੇ ਖੜ੍ਹੇ ਹੋ ਰਹੇ ਨੇ ਇਸ ਚੀਜ਼ ਦੇ, ਕਿ ਮੈਂ ਉਦੋਂ ਸੋਚਿਆ ਸੀ ਜੇ ਮੈਂ ਨੈਸ਼ਨਲ ਖੇਡੂੰਗਾ, ਮੇਰਾ ਪਹਿਲਾ ਮੈਡਲ ਆਊ ਤਾਂ ਮੇਰੀ ਕੋਈ ਇੰਟਰਵਿਊ ਕਰੂਗਾ ਤਾਂ ਮੈਂ ਕੀ ਬੋਲੂੰਗਾ ਜੀ। ਇਹ ਮੇਰੇ ਉਸ ਟਾਈਮ ਦੇ ਮਤਲਬ ਬਲਬਲੇ ਸੀਗੇ ਛੋਟੇ ਹੁੰਦਿਆਂ ਦੇ। ਪਰ ਜਦੋਂ ਉਹ ਮੇਰੇ ਸਾਹਮਣੇ ਸੀਨ ਕ੍ਰੀਏਟ ਹੋ ਗਿਆ, ਮੇਰੇ ਸਾਹਮਣੇ ਇੱਦਾਂ ਮੈਚ ਆਏ ਜੀ ਨੈਸ਼ਨਲ ਗੇਮ, ਕਿਉਂਕਿ ਸਾਰੀਆਂ ਖੇਡਾਂ ਉਹਦੇ 'ਚ ਪਾਰਟੀਸਪੇਟ ਕਰਦੀਆਂ ਨੇ ਜੀ। ਇੱਕ ਚੈਂਪੀਅਨਸ਼ਿਪ ਹੁੰਦੀ ਉਹ ਇਕੱਲੀ ਖੇਡਦੀ ਹੋ ਜਾਂਦੀ ਹੈ। ਤਾਂ ਉਹਦੇ 'ਚ ਮੀਡੀਆ ਵੀ ਸੀਗਾ, ਅਤੇ ਉਹਨਾਂ ਨੇ ਜਦੋਂ ਮੇਰੇ ਸਾਹਮਣੇ ਮੈਚ ਕੀਤੇ ਤਾਂ ਇੱਕ ਵਾਰੀ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿ ਵਾਕਈ ਜਿਹੜੀ ਚੀਜ਼ ਮੈਂ ਸੋਚੀ ਸੀ, ਮੈਨੂੰ ਉਹ ਚੀਜ਼ ਖਿਆਲ 'ਚ ਨਹੀਂ ਸੀ ਉਸ ਟਾਈਮ 'ਤੇ, ਪਰ ਮੇਰੇ ਜਦੋਂ ਸਾਹਮਣੇ ਆਏ ਕੈਮਰੇ ਤਾਂ ਮੈਨੂੰ ਉਹ ਚੀਜ਼ ਮਹਿਸੂਸ ਹੋ ਗਈ ਜਿੱਦਾਂ ਵੀ ਮੈਂ ਇਹ ਚੀਜ਼ ਜਿਹੜੀ ਸੋਚੀ ਸੀ ਉਹ ਮੇਰੀ ਪੂਰੀ ਹੋ ਰਹੀ ਹੈ। ਇੱਦਾਂ ਹੀ ਮੇਰਾ ਫੌਜ ਦਾ ਸੁਪਨਾ ਪੂਰਾ ਹੋਇਆ ਜੀ, ਕਿਉਂਕਿ ਮੈਂ ਆਨੰਦ ਸਿੰਘ ਸਟੇਟ ਜਿਹੜਾ ਬੁੱਤ ਹੈ ਜੀ ਇਹ ਦੇਖਿਆ ਸੀ ਇੱਥੇ, ਅਤੇ ਜਮਾਦਾਰ ਆਨੰਦ ਸਿੰਘ ਜੀ। ਜਦੋਂ ਮੈਂ ਸੈਂਟਰ 'ਚ ਭਰਤੀ ਹੋ ਗਿਆ, ਸਿੱਖ ਸੈਂਟਰ 'ਚ ਭਰਤੀ ਹੋ ਗਿਆ, ਅਤੇ ਉੱਥੇ ਆਨੰਦ ਸਿੰਘ ਦਾ ਸਟੇਡੀਅਮ ਬਣਿਆ ਹੋਇਆ ਜੀ। ਮੈਂ ਗਿਆ ਵੀ ਇਹਨਾਂ ਦੇ ਸੈਂਟਰ 'ਚ ਹੀ, ਸਿੱਖ ਸੈਂਟਰ 'ਚ ਜੀ। ਇਹ ਮਤਲਬ ਆਪਾਂ ਵੀ ਪਰਮਾਤਮਾ ਦਾ ਕੋਈ ਕੌਤਕ ਮੰਨ ਲਈ ਹੈ ਨਾ, ਕੋਈ ਜਾਂ ਮੇਰੀ ਕੋਈ ਸ਼ਰਧਾ ਮੰਨ ਲਓ ਜਾਂ ਕੁਛ ਵੀ ਮੰਨ ਲਓ ਨਾ, ਜਾਂ ਮੇਰੇ ਮਾਂ ਪਿਓ ਦੀ ਤਪੱਸਿਆ ਮੰਨ ਲਓ, ਕਿ ਮੈਂ ਜਿਹੜੀ ਚੀਜ਼ ਸੋਚਦਾ ਸੀ ਉਹ ਮੈਨੂੰ ਟਾਈਮ ਟੂ ਟਾਈਮ ਮਿਲ ਰਹੀ ਹੈ ਜੀ। ਜਿਨ੍ਹਾਂ ਦਾ ਤੁਸੀਂ ਸਟੈਚੂ ਦੇਖਦੇ ਹੁੰਦੇ ਸੀ ਜਦੋਂ ਬਠਿੰਡੇ ਵੀ ਨਹੀਂ ਜਾਂਦੇ, ਤਾਂ ਉਹਨਾਂ ਦੇ ਨਾਂ 'ਤੇ ਬਣੇ ਸਟੇਡੀਅਮ ਦੇ ਵਿੱਚ ਹੀ ਤੁਹਾਨੂੰ ਖੇਡਣਾ ਪਿਆ ਜੀ। ਹਾਂਜੀ, ਉੱਥੇ ਜਾ ਕੇ ਅਸੀਂ ਰੇਸ ਉਸ ਸਟੇਡੀਅਮ ਦੇ ਵਿੱਚ ਲਾਈ ਗਈ, ਅਤੇ ਫਿਰ ਉਦੋਂ ਮਹਿਸੂਸ ਹੋਇਆ, ਉਦੋਂ ਮੈਨੂੰ ਪਤਾ ਲੱਗਿਆ ਸੀ ਆਨੰਦ ਸਿੰਘ ਸਟੇਡੀਅਮ ਜਾਂ ਕਿੱਦਾਂ, ਕਿਉਂਕਿ ਦਿਮਾਗ 'ਚ ਹੈ ਨਹੀਂ ਸੀ। ਉਹ ਛੋਟੇ ਹੁੰਦੇ ਸੋਚਿਆ ਸੀਗਾ ਜੀ, ਇੱਥੇ ਵੱਡੇ ਹੋ ਕੇ ਆ ਗਈ। ਅਤੇ ਫਿਰ ਜਦੋਂ ਭਰਤੀ ਹੋ ਗਏ ਫਿਰ ਮੇਰੇ ਦਿਮਾਗ 'ਚ ਆਇਆ ਕਿ ਵਾਕਈ ਮੈਂ ਜਿਹੜਾ ਉੱਥੇ ਚੀਜ਼ ਸੋਚੀ ਸੀ ਉਹ ਅੱਜ ਮੇਰੀ ਇੱਥੇ ਪੂਰੀ ਹੋ ਗਈ। ਇੱਦਾਂ ਹੀ ਜਦੋਂ ਨੈਸ਼ਨਲ ਖੇਡਣ ਤੋਂ ਬਾਅਦ ਜਦੋਂ ਮੀਡੀਆ ਸਾਹਮਣੇ ਆਇਆ ਤਾਂ ਮੈਨੂੰ ਲੱਗਿਆ ਵੀ ਜਿਹੜਾ ਮੈਂ ਵਾਲੀਬਾਲ ਦੇ ਸੁਪਨਾ ਸੋਚਿਆ ਸੀ, ਸ਼ਾਇਦ ਮੈਨੂੰ ਪਰਮਾਤਮਾ ਨੇ ਇਸ ਪਾਸੇ ਲੈ ਕੇ ਆਉਣਾ ਸੀ। ਤਾਂ ਉਹ ਮੇਰੇ ਅੱਖਾਂ ਅੱਗੇ ਸਾਹਮਣੇ ਆ ਤਾਂ ਖੁਸ਼ੀ ਮਹਿਸੂਸ ਹੋਈ। ਮੈਂ ਇੱਥੇ ਵੀ ਥੋੜ੍ਹਾ ਰੋਇਆ, ਉੱਥੇ ਹੀ ਮੈਂ ਇਹ ਚੀਜ਼ ਸ਼ੇਅਰ ਕੀਤੀ ਕਿ ਮੇਰੇ ਨਾਲ, ਉਹ ਕਹਿੰਦੇ ਰੋਈ ਕਿਹੜੀ ਗੱਲੋਂ? ਉਹ ਕਹਿੰਦੇ ਨੇ ਖੁਸ਼ੀ ਦੇ ਹੰਝੂ ਨੇ ਜਾਂ ਕਿੱਦਾਂ। ਮੇਰੇ ਕੋਈ ਇੱਦਾਂ ਦੀ ਕੋਈ ਹੰਝੂ ਨਹੀਂ ਆਉਂਦੇ ਜਦੋਂ ਖੁਸ਼ੀ ਹੋਣ ਜਾਂ ਗਮੀ ਹੋਵੇ, ਕਿਉਂਕਿ ਮੈਂ ਇਕੁਅਲ ਰਹਿਣਾ ਜੀ। ਹਾਰ ਜਾਂ ਤਾਂ ਵੀ ਨਹੀਂ ਜ਼ਿਆਦਾ, ਦੁੱਖ ਵੀ ਨਹੀਂ ਮਨਾਉਂਦਾ ਜੀ, ਜਿੱਤ ਜਾਂ ਜ਼ਿਆਦਾ ਖੁਸ਼ੀ ਵੀ ਨਹੀਂ ਮਨਾਉਂਦਾ ਜੀ। ਖੁਸ਼ੀ ਹੁੰਦੀ ਹੈ ਮਨ 'ਚ, ਦੁੱਖ ਵੀ ਹੁੰਦਾ ਗਾ, ਪਰ ਉਹਨਾਂ ਨਹੀਂ ਕਿ ਆਪਣੇ ਆਪ ਨੂੰ ਡਿਪਰੈਸ਼ਨ 'ਚ ਲੈ ਜਾਓ, ਉਹ ਚੀਜ਼ ਨਹੀਂ। ਤੇ ਹੁਣ ਤੱਕ ਕਿੰਨੇ ਮੈਡਲ ਨੇ ਤੁਹਾਡੇ ਜੀ? ਹੁਣ ਤੱਕ ਮੇਰੇ 13 ਮੈਡਲ ਨੇ ਜੀ।
ਇਹ ਵੀ ਬਾਬੇ ਨਾਨਕ ਦੀ ਚਲੋ ਤੱਕੜੀ ਵਾਲੀ ਆਪਾਂ ਤੋਲ ਮੰਨ ਲਈ ਕਿ 13 ਮੈਡਲ ਨੇ ਹੁਣ ਤੱਕ ਜੀ। ਪਹਿਲਾਂ ਮੇਰੇ 5 ਮੈਡਲ ਸੀ, ਉਸ ਤੋਂ ਬਾਅਦ ਮੇਰੀ ਬੈਕ ਦੀ ਇੰਜਰੀ ਆ ਗਈ। ਫਿਰ ਉਸ ਤੋਂ ਬਾਅਦ ਮੈਂ ਬੈਕ ਇੰਜਰੀ ਤੋਂ ਰਿਕਵਰ ਹੋ ਕੇ ਮੈਂ ਤਾਂ ਗੇਮ ਉੱਥੇ ਹੀ ਛੱਡਣ ਦਾ ਫੈਸਲਾ ਕਰ ਲਿਆ ਸੀ 2014 ਦੇ ਵਿੱਚ ਹੀ। ਪਰ ਮੈਨੂੰ ਨਹੀਂ ਸੀ ਪਤਾ ਪਰਮਾਤਮਾ ਨੇ ਮੈਥੋਂ ਹੋਰ ਅੱਗੇ ਕੁਝ ਕਰਵਾਉਣਾ ਗਾ। ਗੇਮ ਛੱਡਣ ਤੋਂ ਬਾਅਦ ਮੈਂ ਦੁਬਾਰਾ ਆਪਣੇ ਨੂੰ ਕਮਬੈਕ ਕਰਕੇ ਉਸ ਤੋਂ ਬਾਅਦ ਮੈਂ 8 ਮੈਡਲ ਫਿਰ ਜਿੱਤੇ ਜੀ। ਤੇ ਕਿੱਥੇ ਕਿੱਥੇ ਜਿੱਤੇ ਨੇ ਇਹ ਤੁਸੀਂ ਸਾਰਿਆਂ ਦੱਸੋ। ਜਿਹੜਾ ਮੇਰਾ ਪਹਿਲਾ ਮੈਡਲ ਤੁਹਾਨੂੰ ਦੱਸ ਚੁੱਕਿਆ, ਮੈਂ ਨੈਸ਼ਨਲ ਗੇਮ ਝਾਰਖੰਡ ਦੇ ਵਿੱਚ ਜਿੱਤਿਆ ਜੀ। ਫਿਰ ਮੈਂ ਵਰਲਡ ਰੋਇੰਗ ਚੈਂਪੀਅਨਸ਼ਿਪ ਖੇਡਿਆ ਜੀ। ਉਹ ਵੀ ਮੈਂ ਇੱਕ ਇਤਿਹਾਸ ਰਚਿਆ ਆਪਣੇ ਭਾਰਤ ਦਾ ਕਿ ਇਹਦੇ ਪਹਿਲਾਂ ਜਿਹੜਾ ਉਹਦਾ ਸਥਾਨ ਹੁੰਦਾ ਸੀਗਾ, ਰੈਂਕ ਹੁੰਦਾ ਸੀਗਾ, ਉਹ 21ਵਾਂ ਜਾਂ 27ਵਾਂ ਹੁੰਦਾ ਸੀ। ਉਹ ਮੈਂ 17ਵਾਂ ਰੈਂਕ ਹਾਸਲ ਕੀਤਾ ਜੀ। ਇਸੇ ਤਰ੍ਹਾਂ ਹੀ 2011 ਦੇ ਵਿੱਚ ਹੀ ਮੈਂ ਏਸ਼ੀਅਨ ਚੈਂਪੀਅਨਸ਼ਿਪ ਖੇਡਿਆ ਜੀ। ਇੱਥੋਂ ਮੇਰਾ ਇੱਕ ਬ੍ਰੌਂਜ਼ ਮੈਡਲ ਆਇਆ ਜਿੱਤੇ ਮੈਨੂੰ ਸੈਨਾ ਨੇ ਤਰੱਕੀ ਦਿੱਤੀ, ਭਾਰਤੀ ਫੌਜ ਨੇ ਮੈਨੂੰ ਹੌਲਦਾਰ ਬਣਾਇਆ ਜੀ 2011 ਦੇ ਵਿੱਚ। ਮਤਲਬ ਇਹ 3 ਸਾਲ ਦੇ ਵਿੱਚ ਮੈਂ ਹੌਲਦਾਰ ਬਣ ਗਿਆ ਸੀਗਾ ਜੀ। ਉਸ ਤੋਂ ਬਾਅਦ ਮੈਂ 2012 ਦੇ ਵਿੱਚ ਏਸ਼ੀਅਨ ਓਲੰਪਿਕ ਕੁਆਲੀਫਿਕੇਸ਼ਨ ਰਗਾਟਾ ਸਾਊਥ ਕੋਰੀਆ ਦੇ ਵਿੱਚ ਖੇਡਿਆ ਜੀ, ਜਿਸ 'ਚੋਂ 21 ਦੇਸ਼ਾਂ ਨੇ ਭਾਗ ਲਿਆ, ਆਪਣੇ ਏਸ਼ੀਆ ਦੇ ਨੇ, ਰੋਇੰਗ ਦੇ ਨੇ, ਜਿਸ 'ਚੋਂ ਮੈਂ 골ਡ ਮੈਡਲ ਲੈ ਕੇ ਜੀ ਅੱਜ ਤੱਕ ਮੈਂ ਏਸ਼ੀਆ ਦਾ ਕੀ ਆਪਣੇ ਭਾਰਤ ਦਾ ਹੀ ਪਹਿਲਾ ਖਿਡਾਰੀਆਂ ਜਿਹੜਾ 골ਡ ਲੈ ਕੇ ਕੁਆਲੀਫਾਈ ਕੀਤਾ ਓਲੰਪਿਕ ਦੇ ਲਈ ਜੀ। ਅੱਜ ਤੱਕ ਕਿਸੇ ਨੇ ਕੀਤਾ ਨਹੀਂ ਜੀ। ਵੀ ਇਹ ਵੀ ਇੱਕ ਇਤਿਹਾਸ ਰਚਿਆ ਉੱਥੇ ਹੀ। ਫਿਰ 2012 ਦੇ ਵਿੱਚ ਲੰਡਨ ਓਲੰਪਿਕ ਖੇਡਿਆ ਜੀ। ਉਦੋਂ ਇੱਕ ਗਾਣਾ ਬਹੁਤ ਮਸ਼ਹੂਰ ਹੋਇਆ ਜਦੋਂ ਹੀ ਕਿ ਜੱਟ ਲੰਡਨ ਪਹੁੰਚ ਗਿਆ, ਹੁਣ ਕਿਉਂ ਚਿੱਠੀਆਂ ਵੈਰ ਨੇ ਪਾਉਂਦੀ। ਉਹ ਜਦੋਂ ਮੈਂ ਇੱਥੇ ਖੇਡ ਕੇ ਆਇਆ ਜੀ, ਜਿੱਤ ਕੇ ਆਇਆ, ਜਦੋਂ ਮੈਂ ਖੇਡ ਕੇ ਆਇਆ ਉੱਥੇ ਮੇਰਾ ਕੁਆਟਰ ਫਾਈਨਲ 'ਚ ਮੈਂ ਪਹੁੰਚਿਆ। ਉੱਥੇ ਵੀ ਜਿਹੜਾ ਰੈਂਕ ਸੀ ਸਾਡਾ ਉਹ ਪਹਿਲਾਂ ਓਲੰਪਿਕ ਦਾ 27ਵਾਂ ਸੀਗਾ ਜੀ, ਅਤੇ ਉਹ ਮੈਂ ਘਟਾ ਕੇ 16ਵਾਂ ਸਥਾਨ ਹਾਸਲ ਕੀਤਾ ਜੀ। ਉਹ ਵੀ ਇੱਕ ਇਤਿਹਾਸ ਰਚਿਆ ਜੀ। ਫਿਰ ਜਦੋਂ ਮੈਨੂੰ ਇੱਥੇ ਕਾਫਲੇ ਦੇ ਨਾਲ ਲੈ ਕੇ ਆ ਰਹੇ ਸੀ, ਉਦੋਂ ਹੀ ਗਾਣਾ ਬਹੁਤ ਲਵਾ ਰਹੇ ਸੀ ਜਿਹੜੇ ਨੌਜਵਾਨ ਸੀਗੇ ਜੀ। ਤਾਂ ਉਦੋਂ ਬੜਾ ਰੋਂਗਟੇ ਖੜੇ ਹੋਇਆ ਕਰਨ ਵੀ ਵਾਕਈ ਕੁਛ ਕਰਿਆ ਨਾ, ਆਪਾਂ ਮਿਹਨਤ ਕਰੀਏ, ਸ਼ਾਇਦ ਇਹ ਤਾਂ ਆਪਾਂ ਨੂੰ ਜਿੰਨਾ ਆਪਾਂ ਨੂੰ ਗਾਜੇ ਵਾਜੇ ਨਾਲ ਲੈ ਕੇ ਜਾ ਰਹੇ ਨੇ। ਹਾਂਜੀ, ਮਤਲਬ ਮੈਨੂੰ ਮੇਰਾ ਮੈਡਲ ਭਾਵੇਂ ਨਹੀਂ ਆਇਆ ਉੱਥੇ, ਪਰ ਮੈਨੂੰ ਖੁਸ਼ੀ ਮੈਡਲ ਤੋਂ ਹੀ ਵੱਧ ਇਹਨਾਂ ਨੇ, ਪ੍ਰਸ਼ਾਸਨ ਨੇ ਵੀ ਅਤੇ ਪਿੰਡ ਵਾਸੀਆਂ ਨੇ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਨੇ, ਇਲਾਕਾ ਨਿਵਾਸੀਆਂ ਨੇ ਇੰਨੀ ਮਤਲਬ ਕਿ ਕਾਫਲਾ ਵੱਡਾ ਕਰਕੇ ਮੈਨੂੰ ਹੌਸਲਾ ਦਿੱਤਾ। ਮਤਲਬ ਮੇਰੇ ਥੱਲੇ ਪੈਰ ਨਹੀਂ ਲੱਗਣ ਦਿੱਤੇ ਧਰਤੀ 'ਤੇ ਵੀ ਚਾਕੀ ਮੈਨੂੰ ਜਿਪਸੀ ਚੜ੍ਹਾਤਾ ਜੀ, ਚਾਕੀ ਲਾ ਲੈਂਦੇ ਜਿੱਥੇ ਜ਼ਰੂਰਤ ਪੈਂਦੀ ਸੀ। ਮਤਲਬ ਕਿ ਉਹ ਚੀਜ਼ ਨੇ ਮੈਨੂੰ ਹੁਲਾਰਾ ਬਹੁਤ ਦਿੱਤਾ ਜੀ ਕਿ ਜਦੋਂ ਮੈਂ ਓਲੰਪਿਕ ਇੱਕ ਲਾਸਟ ਵਾਲਾ ਕੰਪੀਟੀਸ਼ਨ ਹੁੰਦਾ ਨਾ, ਨੈਸ਼ਨਲ ਤੋਂ ਲੈ ਕੇ ਓਲੰਪਿਕ ਤੱਕ, ਮੈਂ ਕਦੇ ਛੁੱਟੀ ਦਾ ਕਦੇ ਲਾਲਚ ਨਹੀਂ ਕੀਤਾ ਫੌਜ ਦੀ ਦਾ ਕਿ ਮੈਂ ਛੁੱਟੀ ਆਵਾਂ ਜੀ, ਛੁੱਟੀ ਕੱਟਾਂ ਜੀ। ਮੈਂ ਕਦੇ 3 ਮਹੀਨਿਆਂ 'ਚੋਂ ਕਦੇ ਪੂਰੀ ਛੁੱਟੀ ਕੱਟੀ ਹੋਈ ਨਹੀਂ, 45 ਦਿਨ ਪੂਰੇ ਸਾਲ 'ਚ ਹੀ। ਵੀ ਆਪਾਂ ਨੂੰ ਕੁਛ ਚੀਜ਼ਾਂ ਨੇ ਆਪਾਂ ਨੂੰ ਤਿਆਗ ਵੀ ਕਰਨਾ ਪੈਂਦਾ ਜੀ। ਕੋਈ ਵਿਆਹ ਸ਼ਾਦੀ ਸੀ ਮੈਂ ਉਹ ਵੀ ਛੱਡੇ ਨਹੀਂ, ਕੁਛ ਪਾਉਣ ਵਾਸਤੇ ਕੁਛ ਖੋਣਾ ਪੈਂਦਾ। ਹਾਂਜੀ, ਉਸ ਤੋਂ ਬਾਅਦ ਮੈਂ ਜੀ 2013 ਦੇ ਵਿੱਚ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਫਿਰ ਖੇਡਿਆ ਸਾਊਥ ਕੋਰੀਆ ਦੇ ਵਿੱਚ ਹੀ ਓਲੰਪਿਕ ਤੋਂ ਬਾਅਦ, ਜਿਹਦੇ ਵਿੱਚ ਵੀ ਮੇਰਾ ਹੁਣ ਤੱਕ ਦਾ ਉਹ ਰਿਕਾਰਡ ਹੈ ਜੀ, ਮੇਰਾ 12ਵਾਂ ਸਥਾਨ ਹਾਸਲ ਕੀਤਾ ਮੈਂ। ਮਤਲਬ ਵੀ ਆਪਣੇ ਮੈਂ ਜਿਹੜਾ ਸਥਾਨ ਸੀ ਉਹ ਹੌਲੀ ਹੌਲੀ ਕਲੋਜ਼ ਕਰ ਰਿਹਾ ਸੀਗਾ ਵਰਲਡ ਦੇ ਵਿੱਚ ਵੀ। ਏਸ਼ੀਆ ਦੇ ਵਿੱਚ ਤਾਂ ਚਲੋ ਹੈਗਾ ਜੀ, 골ਡ ਹੀ ਸੀਗਾ ਜੀ, ਓਲੰਪਿਕ ਕੁਆਲੀਫਾਈ ਦਾ 골ਡ ਸੀ। ਫਿਰ 13 ਦੀ ਏਸ਼ੀਅਨ ਚੈਂਪੀਅਨਸ਼ਿਪ ਹੀ ਚਾਈਨਾ ਦੇ ਵਿੱਚ ਹੋਈ, ਉੱਥੇ ਫਿਰ 골ਡ ਮੈਡਲ ਜਿੱਤਿਆ ਜੀ। ਫਿਰ 14 ਦੇ ਵਿੱਚ ਇੱਕ ਇੰਟਰਨੈਸ਼ਨਲ ਰਿਗਾਟਾ ਹੋਇਆ ਇਟਲੀ ਦੇ ਵਿੱਚ ਜੀ, ਉੱਥੇ ਮੇਰਾ 5ਵਾਂ ਸਥਾਨ ਆਇਆ ਜੀ। ਉਹਦੇ ਜਾਂਦੇ ਟਾਈਮ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਜਾਂਦੇ ਟਾਈਮ ਜਿਹੜੀ ਫਲਾਈਟ ਸੀ ਉਹ ਡਬਲ ਫਲਾਈਟਡ ਸੀ, ਡਬਲ ਸਟੋਰੀ ਸੀ ਫਲਾਈਟ ਹੀ, ਅਤੇ ਉਹਦੇ ਵਿੱਚ ਮੇਰੇ ਪੱਗ ਬੰਨੀ ਸੀ ਅਤੇ ਮੇਰੇ ਕੰਨਾਂ ਦੇ ਵਿੱਚੋਂ ਖੂਨ ਬਾਹਰ ਆ ਗਿਆ ਸੀ, ਬਲੱਡ ਬਾਹਰ ਆ, ਕਿਉਂ ਹਵਾ ਦਾ ਕਹਿੰਦੇ ਦਬਾਅ ਵਧ ਜਾਂਦਾ ਤਾਂ ਉਹ ਬਲੱਡ ਬਾਹਰ ਆ ਜਾਂਦਾ ਜੀ। ਅਤੇ ਮੇਰੇ ਉਹ ਬਲੱਡ ਮਤਲਬ ਹਲਕਾ ਪਾਣੀ ਜਿਹੇ ਟਾਈਪ ਮੈਂ ਕੰਨਾਂ 'ਚ ਹੱਥ ਮਾਰਿਆ ਅਤੇ ਮੇਰੇ ਬਲੱਡ ਆ ਗਿਆ, ਅਤੇ ਮੈਂ ਪੱਗ ਲਾ ਕੇ ਹੀ ਸਾਈਡ 'ਤੇ ਰੱਖ ਕੇ ਅਤੇ ਮੈਨੂੰ ਆਕਸੀਜਨ ਦਿੱਤੀ। ਉਸ ਤੋਂ ਬਾਅਦ ਮੈਨੂੰ ਬੁਖਾਰ ਹੋਣਾ ਸਟਾਰਟ ਹੋ ਗਿਆ ਜੀ। ਮੈਂ ਬਿਮਾਰ ਹੋ ਗਿਆ। ਫਿਰ ਵੀ ਮੈਂ ਉੱਥੇ ਬੁਖਾਰ ਦੇ ਵਿੱਚ 2 ਰੇਸਾਂ 3 ਰੇਸਾਂ ਕਰ ਲਈਆਂ, ਫਿਰ ਵੀ ਮੈਂ 5ਵਾਂ ਸਥਾਨ ਹਾਸਲ ਕੀਤਾ ਜੀ। ਫਿਰ 14 ਦੇ ਵਿੱਚ ਮਤਲਬ ਕਿ ਉੱਥੋਂ ਮੇਰਾ ਮੈਂ ਸਮਝਣਾ ਕਿ ਮੇਰਾ ਥੋੜ੍ਹਾ ਜਿਹਾ ਬੈਡ ਮੰਨ ਲਾਂ ਕਿ ਉੱਥੋਂ ਮੇਰਾ ਜਿਹੜਾ ਸਥਾਨ ਸੀਗੇ ਮੇਰੇ ਜਿਹੜੇ ਮੈਂ ਹਾਸਲ ਕੀਤੇ ਸੀਗੇ ਜੀ, ਉਹ ਮੇਰੇ ਹੁਣ ਸਰੀਰ ਵੀ ਟੁੱਟਣਾ ਸਟਾਰਟ ਹੋ ਗਿਆ ਮੰਨ ਲਓ ਜੀ। ਅਤੇ 14 ਦੇ ਵਿੱਚ ਮੈਨੂੰ ਕਮਰ ਦੀ ਇੰਜਰੀ ਆ ਗਈ। ਏਸ਼ੀਅਨ ਗੇਮ ਦੇ ਸਾਡੇ ਟਰਾਇਲ ਹੋਏ, ਉਹਦੇ 'ਚ ਮੈਂ ਸਾਰਾ ਕੁਛ ਕੁਆਲੀਫਾਈ ਕੀਤਾ ਕਿ ਟਰਾਇਲ ਵੀ ਮੈਂ ਕਲੀਅਰ ਕੀਤੇ ਇੰਡੀਆ ਦੇ ਵਿੱਚ ਜੀ। ਇੱਦਾਂ ਸੀ ਕਿ ਹਾਂ ਸਵਰਨ ਸਿੰਘ ਹੀ ਜਾ ਰਿਹਾ, ਕਿਉਂਕਿ ਉਸ ਤੋਂ ਪਹਿਲਾਂ ਇੱਕ ਉਮੀਦ ਵੀ ਸੀ ਮੇਰੇ 'ਤੇ, ਕਿਉਂਕਿ 12 ਦੇ ਵਿੱਚ ਏਸ਼ੀਆ 'ਚੋਂ 골ਡ ਸੀ, 13 ਦੇ ਵਿੱਚ ਏਸ਼ੀਆ 'ਚੋਂ 골ਡ ਸੀ, 12 'ਚ ਵਰਲਡ ਦੇ ਵਿੱਚੋਂ 12ਵਾਂ ਸੀ। ਬਹੁਤ ਵੱਡੀ ਉਮੀਦ ਸੀ ਕਿ ਏਸ਼ੀਆ ਦਾ 골ਡ ਮੈਡਲਿਸਟ ਬਣੂਗਾ, ਪਰ ਮੈਂ ਨਹੀਂ ਬਣ ਪਾਇਆ ਉੱਥੇ, ਕਿਉਂਕਿ ਮੇਰੀ ਬੈਕ ਇੰਜਰੀ ਸੀ। ਮੈਂ 2 ਮਹੀਨੇ ਬਿਲਕੁਲ ਬੈੱਡ ਰੈਸਟ ਕੀਤੀ। ਕੋਚ ਮੇਰੇ 4 ਪਈ 'ਤੇ ਆ ਕੇ ਬੈਠ ਜਾ ਕਰੇ ਮੰਜੇ 'ਤੇ ਆ ਕੇ ਕਿਹਾ ਕਰੇ ਕਿ ਸਵਰਨ ਸਿੰਘ ਕੀ ਬਣਦਾ। ਮੈਂ ਕਿਹਾ ਜੀ ਸਰੀਰ ਤਾਂ ਕਹਿੰਦਾ ਕਿ ਕੁਛ ਕਰਾਂ, ਪਰ ਮੇਰੀ ਕਮਰ ਨਹੀਂ ਸਾਥ ਦੇ ਰਹੀ। ਮੈਂ ਕਹਿੰਦੇ ਚਲੋ ਕੋਈ ਨਹੀਂ ਤੂੰ ਰੈਸਟ ਕਰ। ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਦੇ
ਮੈਂ ਚੈੱਕਅਪ ਕਰਵਾਇਆ ਜੀ, ਮੈਂ ਸਵਿਮਿੰਗ ਕਰਦਾ ਰਿਹਾ ਜੀ। ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਬਸ ਮੇਰੀ ਗੇਮ ਹੁਣ ਖਤਮ ਹੈ ਜੀ। ਪਰ ਮੈਨੂੰ ਮੋਟੀਵੇਸ਼ਨ ਕੀਤਾ ਕੋਚਾਂ ਨੇ ਜੀ, ਸਾਡੀ ਫੈਡਰੇਸ਼ਨ ਨੇ, ਆਰਮੀ ਨੇ ਜੀ, ਜਿਹੜੇ ਨਾਲ ਦੇ ਪਲੇਅਰ ਸੀ ਉਹਨਾਂ ਨੇ। ਘਰੇ ਤਾਂ ਮੈਂ ਦੱਸਿਆ ਹੀ ਨਹੀਂ ਕਿ ਮੈਨੂੰ ਆਹ ਪ੍ਰੋਬਲਮ ਹੈ ਜੀ। ਕਿਉਂਕਿ ਫਿਰ ਉਹ ਨਾ ਘਰੇ ਦੱਸਣ ਨਾਲ ਮੇਰੀ ਪ੍ਰੋਬਲਮ ਤਾਂ ਠੀਕ ਹੋਣੀ ਨਹੀਂ ਸੀ। ਇਹ ਅੱਡ ਟੈਨਸ਼ਨ ਲੈਂਦੇ ਆ ਨਾ ਜੀ। ਹਾਂਜੀ। ਉਸ ਤੋਂ ਬਾਅਦ ਮੈਂ ਜੀ ਇੱਕ ਦਿਨ ਉੱਠਿਆ, ਮੈਂ ਉੱਠ ਕੇ ਆਪਣੀ ਕਮਰ 'ਤੇ ਜਿਹੜੇ ਫਿਜ਼ੀਓ ਸੀ ਉਹਨਾਂ ਤੋਂ ਬੁਲਟਾਂ ਲਗਵਾਈਆਂ ਜੀ। ਪਹਿਲਾਂ ਟੇਪ ਲਗਵਾਈ, ਫਿਰ ਜਿਹੜੀ ਆਪਣੀ ਨਾਰਮਲ ਟੇਪ ਹੁੰਦੀ, ਜਿਹੜੀ ਪਲਾਸਟਰ ਟੇਪ ਹੁੰਦੀ, ਉਹ ਲਗਵਾ ਕੇ ਫਿਰ ਹੱਡੀ ਨੂੰ ਮੈਂ ਜੀ ਕੱਸ ਕੇ ਬੰਨ੍ਹ ਲਿਆ, ਲੱਕ ਦੀ ਹੱਡੀ ਨੂੰ ਜੀ। ਮੈਨੂੰ ਨਹੀਂ ਸੀ ਪਤਾ ਵੀ ਮੇਰੀ ਪ੍ਰੋਬਲਮ ਕੀ ਹੈਗੀ। ਉਦੋਂ ਪਹਿਲਾਂ ਮੈਂ MRI ਕੋਈ ਕਰਵਾਈ ਨਹੀਂ ਸੀ, ਮੈਂ ਕਿਤੇ ਨਾਰਮਲ ਦਰਦ ਹੈ। ਜਦੋਂ ਮੈਨੂੰ ਬੰਨ੍ਹ ਲੈਂਦਾ ਉਦੋਂ ਬਾਅਦ ਮੈਂ ਉੱਤੇ ਕਮਰ ਬੈਲਟ ਆਉਂਦੀ ਹੈ ਇੱਕ ਮੈਡੀਕਲ ਤੋਂ ਲੈ ਕੇ, ਉਹ ਲਾ ਕੇ ਜੀ, ਕਿਉਂਕਿ ਉਹ ਫਿਜ਼ੀਓ ਜਿਵੇਂ ਕਹਿੰਦਾ ਮੈਂ ਉਵੇਂ ਕਰਕੇ ਇਹਨੂੰ ਸੈੱਟ ਕਰਕੇ ਕਿਤੇ ਮੈਂ ਪਾਣੀ 'ਚ ਗਿਆ ਅਤੇ ਮੇਰੇ ਦਰਦ ਨਾ ਹੋਇਆ ਜੀ। ਮਤਲਬ ਉਹਨੇ ਕੱਸ ਕੇ ਰੱਖਿਆ, ਮਸਲ ਨੂੰ ਫੜ ਕੇ ਰੱਖਿਆ ਜੀ, ਲੋਡ ਘੱਟ ਆਇਆ ਜੀ। ਪਰ ਜਿਹੜਾ ਮੈਂ 2 ਮਹੀਨੇ ਰੈਸਟ ਕਰ ਲਈ ਸੀ, ਕਿਉਂਕਿ ਸਟੈਮਿਨੇ ਦੀ ਖੇਡ ਹੈ ਜੀ ਇਹ, ਉਹਦਾ ਇਫੈਕਟ ਤਾਂ ਪੈਂਦਾ ਹੈਗਾ। ਚਲੋ ਮੈਂ ਇੱਦਾਂ ਹੀ ਰੇਸਾਂ ਕਰਦਾ ਰਿਹਾ ਜੀ। 1 ਮਹੀਨਾ ਮੈਂ ਪ੍ਰੈਕਟਿਸ ਕੀਤੀ, ਇੱਦਾਂ ਹੀ ਮੈਂ ਜਾ ਕੇ ਏਸ਼ੀਆ ਦੇ ਵਿੱਚੋਂ ਏਸ਼ੀਅਨ ਗੇਮਾਂ ਏਸ਼ੀਅਨ ਗੇਮਾਂ ਜਿਹੜੀਆਂ ਹੋਈਆਂ ਸੀ ਇੰਚੌਨ ਸਾਊਥ ਕੋਰੀਆ ਦੇ ਵਿੱਚ 2014 ਦੇ ਵਿੱਚ ਹੀ, ਉਹਦੇ ਵਿੱਚ ਮੈਂ ਭਾਗ ਲਿਆ ਅਤੇ ਮੈਂ ਖੇਡਿਆ। ਜਦੋਂ ਸਾਰੇ 'ਚ ਮੈਂ ਫਸਟ ਆ ਰਿਹਾ ਸੀ। ਫਾਈਨਲ ਦੇ ਵਿੱਚ ਮੇਰੇ ਨਾਲ ਇੱਕ ਪਲੇਅਰ ਸੀ ਈਰਾਨ ਦਾ ਜੀ, ਉਹਦੇ ਨਾਲ ਮੇਰੀ ਟੱਕਰ ਰਹਿੰਦੀ ਹੁੰਦੀ ਸੀ। 11 'ਚ ਉਹਨੇ ਗੋਲਡ ਜਿੱਤਿਆ ਸੀਗਾ ਜੀ, ਮੇਰਾ ਬ੍ਰੌਂਜ਼ ਸੀ। 11 'ਚ ਮੈਂ ਉਹਨੂੰ ਚੈਲੰਜ ਕਰਕੇ ਆਇਆ ਸੀਗਾ ਕਿ ਅਗਲੀ ਵਾਰੀ ਮੈਂ ਗੋਲਡ ਲਊਂਗਾ। ਉਹਦਾ ਓਕੇ ਸੀ ਜੋ। ਤੋਂ ਅਗਲੀ ਵਾਰੀ ਜਦੋਂ 12 'ਚ ਮੈਂ ਗਿਆ ਜੀ, ਮੈਂ ਗੋਲਡ ਜਿੱਤਿਆ ਜੀ। ਫਿਰ ਉਹਨੇ ਮੈਨੂੰ ਚੈਲੰਜ ਕੀਤਾ ਜੀ, ਅਤੇ ਹੁਣ ਚੈਲੰਜ ਮੈਂ ਐਕਸੈਪਟ ਕੀਤਾ, ਇਟਸ ਓਕੇ। ਉਹ ਕਹਿੰਦੇ ਕਿ 13 'ਚ ਮੈਂ ਫਿਰ ਉਹਨੂੰ ਹਰਾ ਕੇ ਗੋਲਡ ਜਿੱਤਿਆ ਜੀ, ਉਹਦਾ ਸਿਲਵਰ ਰਹਿ ਗਿਆ ਜੀ। ਫਿਰ ਉਹਨੇ ਮੈਨੂੰ ਫਿਰ ਚੈਲੰਜ ਕੀਤਾ ਜੀ ਕਿ ਓਕੇ ਸੀ ਜੋ ਏਸ਼ੀਅਨ ਗੇਮ, ਇਟਸ ਓਕੇ। ਉਹਨਾਂ ਨੇ ਚੈਲੰਜ ਕਰਨ ਤੋਂ ਬਾਅਦ 'ਚ 14 'ਚ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਇਹ ਪ੍ਰੋਬਲਮ ਆ ਜੂਗੀ। ਪ੍ਰੈਕਟਿਸ ਕਰਦੇ ਜਿੱਥੇ ਵੀ ਕਿਤੇ ਮੈਂ ਡੋਲਦਾ ਸੀ, ਮੇਰਾ ਕੋਚ ਕਹਿੰਦਾ ਨਹੀਂ ਤੈਨੂੰ ਚੈਲੰਜ ਕੀਤਾ, ਪਹਿਲਾਂ ਤੂੰ 2 ਪੂਰੇ ਕੀਤੇ ਨੇ, ਇਹ ਵੀ ਪੂਰਾ ਕਰਨਾ। ਤਾਂ ਮੈਂ ਲੱਗਿਆ ਰਿਹਾ। ਇੰਜਰੀ ਵੀ ਸ਼ਾਇਦ ਮੇਰੀ ਇਸੇ ਵਜ੍ਹਾ ਨਾਲ ਆਈ, ਮੈਂ ਓਵਰਲੋਡ ਲੈਂਦਾ ਰਿਹਾ ਜੀ ਸਰੀਰ 'ਤੇ। ਸੋ ਜਦੋਂ ਮੈਂ ਉੱਥੇ ਸੈਮੀਫਾਈਨਲ 'ਚ ਮੈਂ ਫਸਟ ਸੀ, ਉਹਦੇ ਤੋਂ ਫਾਈਨਲ ਦੇ ਵਿੱਚ ਜਾ ਕੇ ਮੈਂ ਪਹਿਲੇ 1000 ਮੀਟਰ ਤੱਕ ਸਭ ਤੋਂ ਅੱਗੇ ਸੀ। ਉਸ ਤੋਂ ਬਾਅਦ ਜਿਵੇਂ ਕਿ ਮੈਂ ਉਦੋਂ ਬੈਲਟ ਥੋੜ੍ਹੀ ਜ਼ਿਆਦਾ ਟਾਈਟ ਲਾ ਗਿਆ ਜੀ। ਡਰ ਹੁੰਦਾ ਨਾ ਬੰਦੇ ਨੂੰ ਵੀ ਥੋੜ੍ਹਾ ਜਿਹਾ ਕਿਤੇ ਦਰਦ ਨਾ ਹੋ ਜਾਏ, ਯਾਰ ਬਾਕੀ ਤਾਂ ਕੋਈ ਪ੍ਰੋਬਲਮ ਨਹੀਂ। ਉਹ ਮੈਂ ਬੈਲਟ ਜ਼ਿਆਦਾ ਟਾਈਟ ਲੱਗ ਗਈ, ਸਾਹ ਲੈਣ 'ਚ ਵੀ ਤਕਲੀਫ ਹੋਵੇ, ਕਿਉਂਕਿ ਜਦੋਂ ਇਕੱਠੇ ਹੁੰਦੇ ਆ ਇਹ ਸਾਰੀ ਬੋਡੀ ਹਰਕਤ 'ਚ ਆਉਂਦੀ ਹੈ ਜੀ। ਸਾਰੀ ਜਿਹੜੀ ਲੱਤਾਂ ਨੇ ਬਿਲਕੁਲ ਇੱਥੇ ਆ ਜਾਂਦੀਆਂ, ਰੀਚਾਂ ਲੱਗੀ ਜਾਂਦੀਆਂ ਨੇ, ਬਿਲਕੁਲ ਛਾਤੀ ਦੇ ਸਾਹਮਣੇ ਗੋਡੇ ਆ ਕੇ ਫਿਰ ਖੁੱਲ੍ਹਦੇ ਨੇ ਜੀ। ਤੋਂ ਬੈਲਟ ਵੀ ਲੱਗੀ ਸੀ, ਕਮਰ ਦਰਦ ਵੀ ਸੀ। ਸੋ ਮੈਂ 1000 ਤੋਂ ਬਾਅਦ ਪਛੜਨਾ ਪਿੱਛੇ ਹੋਣਾ ਸ਼ੁਰੂ ਹੋ ਗਿਆ ਜੀ। ਫਿਰ ਮੇਰੇ ਦਿਮਾਗ 'ਚ ਇਹ ਸੀ ਕਿ ਨਹੀਂ ਮੈਂ ਗੋਲਡ ਜਿੱਤਣਾ। ਜੇ ਮੈਂ ਸਿਲਵਰ ਸੋਚ ਕੇ ਚੱਲਦਾ ਸ਼ਾਇਦ ਮੇਰਾ ਸਿਲਵਰ ਆ ਜਾਂਦਾ ਜੀ, ਪਰ ਦਿਮਾਗ 'ਚ ਇਹ ਸੀ ਕਿ ਨਹੀਂ ਗੋਲਡ ਜਿੱਤਣਾ, ਆਪਾਂ ਗੋਲਡ ਵਾਸਤੇ ਹਾਂ, ਗੋਲਡ ਜਿੱਤਣਾ, ਆਪਾਂ ਕੁਛ ਨਹੀਂ ਹੁੰਦਾ। ਜਦੋਂ ਫਿਰ ਇੰਨੇ ਕੋਰੀਆ ਦਾ ਪਲੇਅਰ ਵੀ ਉੱਤੇ ਚੜ੍ਹਦਾ ਹੁੰਦਾ ਸੀ, ਅਤੇ ਮੈਂ ਲਾਸਟ 250 ਮੀਟਰ ਦੇ ਬਾਅਦ ਮੈਂ ਪਛੜਿਆ। ਮੈਂ ਸਿਰਫ 100 ਮੀਟਰ 'ਚ ਆਈ, 100 ਮੀਟਰ 'ਚ ਪਛੜਦਾ ਮੈਂ ਬਿਲਕੁਲ ਤੀਜਾ ਹੋ ਗਿਆ ਅਤੇ ਬ੍ਰੌਂਜ਼ ਮੈਡਲ ਆਇਆ। ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਬ੍ਰੌਂਜ਼ ਮੈਡਲ ਹੈ। ਮੇਰੇ ਦਰਦ ਇੰਨਾ ਕੁ ਵਧਿਆ ਕਿ ਮੈਂ ਪਾਣੀ 'ਚ ਪਲਟੀ ਹੋ ਗਿਆ, ਬੇਹੋਸ਼ ਹੋ ਗਿਆ। 1.5-2 ਘੰਟਿਆਂ ਬਾਅਦ ਜਾ ਕੇ ਮੈਨੂੰ ਉਹਨਾਂ ਨੇ ਐਂਬੂਲੈਂਸ 'ਚ ਪਤਾ ਲੱਗਿਆ, ਮੈਂ ਐਂਬੂਲੈਂਸ 'ਚ ਪਿਆ ਜੀ, ਅਤੇ ਉੱਥੇ ਮੈਨੂੰ ਹੋਸ਼ ਆਇਆ। ਫਿਰ ਮੇਰੀ ਮੈਡਲ ਸੈਰਮਨੀ ਥੋੜ੍ਹਾ ਰੁਕ ਕੇ ਹੋਈ, ਫੀਲ ਵੀ ਹੋ ਰਿਹਾ ਸੀ। ਖੁਸ਼ੀ ਮੈਨੂੰ ਹੈ ਨਹੀਂ ਸੀ ਪੂਰਾ ਜੀ, ਮੈਨੂੰ ਬ੍ਰੌਂਜ਼ ਮੈਡਲ ਦੀ ਪੂਰਾ ਖੁਸ਼ੀ ਨਹੀਂ ਸੀ ਉਸ ਟਾਈਮ ਦੀ। ਫਿਰ ਕੋਚ ਵੀ ਰੋ ਰਿਹਾ ਸੀਗਾ ਜੀ, ਸ਼ਾਇਦ ਕੋਚ ਇਸ ਵਜ੍ਹਾ ਨਾਲ ਰੋ ਰਿਹਾ ਸੀ ਕਿ ਇੰਨੀ ਐਡੀ ਪ੍ਰੋਬਲਮ ਤੋਂ ਬਾਅਦ ਵੀ ਬ੍ਰੌਂਜ਼ ਜਿੱਤਿਆ ਜੀ। ਮੇਰੇ ਦਿਮਾਗ 'ਚ ਇਹ ਆਇਆ ਕਿ ਸ਼ਾਇਦ ਮੇਰੀ ਵਜ੍ਹਾ ਨਾਲ ਰੋ ਰਹੇ ਨੇ। ਤਾਂ ਮੈਂ ਵਾਅਦਾ ਕੀਤਾ ਉੱਥੇ, ਇੱਕ ਗੱਲ ਮੈਂ ਹੋਰ ਐਡ ਕਰਦਾ, ਮੈਂ ਇੱਕ ਵਾਅਦਾ ਮੇਰੇ ਪਿਓ ਨਾਲ ਵੀ ਕੀਤਾ ਸੀ। ਸਾਡੇ ਪਸ਼ੂ ਮਰ ਗਏ ਸੀ ਬਚਪਨ ਦੇ ਵਿੱਚ, ਤਾਂ ਮੇਰਾ ਬਾਪ ਸੀ ਜਿਹੜਾ ਉਹ ਰੋ ਰਿਹਾ ਸੀ ਇੱਕ ਦਿਨ। ਤਾਂ ਸਵੇਰੇ ਉੱਠਿਆ ਜੀ, ਅਤੇ ਮੈਂ ਦੇਖਿਆ ਕਿ ਉਹ ਅਸਲ ਦੇ ਵਿੱਚ ਮੱਝ ਚੋਣ ਜਾ ਰਹੀ ਸੀ। ਮੱਝ ਅੱਗੇ ਸਾਡੀ ਪਹਿਲਾਂ ਮਰ ਚੁੱਕੀ ਸੀ। ਉਹ ਰੋਜ਼ ਦੀ ਰੂਟੀਨ ਦੇ ਮੁਤਾਬਕ ਅਗਲੇ ਦਿਨ ਵੀ ਬਾਲਟੀ ਚੱਕ ਕੇ ਜਾਣ ਲੱਗੇ। ਫਿਰ ਉਹ ਵਾਪਸ ਆ ਗਿਆ, ਰੋ ਰਹੇ ਸੀ ਸਾਡੇ ਤੋਂ ਸਾਈਡ ਹੋ ਕੇ ਰੋ ਰਹੇ ਸੀ। ਮੈਂ ਇਹਨਾਂ ਨੂੰ ਦੇਖ ਲਿਆ ਚੋਰੀ। ਤਾਂ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ, ਇਹਨਾਂ ਨੂੰ ਤਾਂ ਮੈਂ ਦੱਸਿਆ ਨਹੀਂ, ਕਿਉਂਕਿ ਆਪਣੇ ਸੰਗ ਹੁੰਦੀ ਹੈ ਨਾ ਪਿੰਡਾਂ ਦੇ ਵਿੱਚ ਵੀ, ਮੈਂ ਮੰਮੀ ਨੂੰ ਕਿਵੇਂ ਕਹਾਂ ਇਹ ਵਾਅਦਾ ਕਿਵੇਂ ਕੀਤਾ। ਹੁਣ ਆਪਾਂ ਬੋਲ ਸਕਦੇ ਹਾਂ, ਕੌਨਫੀਡੈਂਸ ਆਇਆ ਥੋੜ੍ਹਾ ਜਿਹਾ ਚੀਜ਼ ਨੂੰ, ਉਹ ਵੀ ਸਮਝਦੇ ਨੇ। ਤਾਂ ਮੈਂ ਆਪਣੇ ਆਪ ਨੂੰ ਵਾਅਦਾ ਕੀਤਾ ਵੀ ਮੈਂ ਇਹਨਾਂ ਨੂੰ ਕਦੇ ਰੋਣ ਨਹੀਂ ਦੇਣਾ ਜੀ। ਇਹੀ ਚੀਜ਼ ਮੇਰੀ ਉੱਥੇ ਯਾਦ ਆਈ ਵੀ ਮੈਂ ਇਹਦੇ ਬਾਅਦ ਕੋਚ ਨੂੰ ਨਹੀਂ ਰੋਣ ਦੇਣਾ ਕਦੇ, ਮੇਰੀ ਵਜ੍ਹਾ ਨਾਲ ਰੋ ਰਹੇ ਨੇ। ਮੈਂ ਆਪਣੇ ਮਨ 'ਚ ਇਹ ਚੀਜ਼ ਸੋਚ ਲਈ। ਜਦੋਂ ਸਾਡਾ ਮੈਡਲ ਸੈਰਮਨੀ ਹੋ ਗਈ, ਸਾਰਾ ਕੁਛ ਹੋ ਗਿਆ, ਉਹ ਕਹਿੰਦੇ ਕਿ ਵੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਜੀ। ਮੈਂ ਕਿਹਾ ਜੀ ਮੈਂ ਗੇਮ ਨਹੀਂ ਕਰਨੀ ਇਸ ਤੋਂ ਅੱਗੇ। ਕਹਿੰਦੇ ਕਿਉਂ? ਮੈਂ ਕਿਹਾ ਜੀ ਤੁਹਾਨੂੰ ਪਤਾ ਮੇਰੀ ਬੈਕ ਇੰਜਰੀ ਆ, ਮੈਂ ਗੇਮ ਨਹੀਂ ਕਰਨੀ, ਜੇ ਕਰਨੀ ਹੈ ਤਾਂ ਇੱਦਾਂ ਦੀ ਕਰਨੀ ਹੈ ਵੀ ਮੈਂ ਤੁਹਾਨੂੰ ਰੋਣ ਨਾ ਦੇਵਾਂ। ਕਹਿੰਦੇ ਠੀਕ ਹੈ। ਚਲੋ ਮੈਂ ਗੇਮ ਤੋਂ ਕਿਨਾਰਾ ਕਰ ਲਿਆ ਜੀ। 2015 ਨਿਕਲਿਆ, 16 ਨਿਕਲਿਆ ਜੀ,
17 ਦੇ ਵਿੱਚ ਮੈਨੂੰ ਫੋਨ ਆਇਆ ਉਸ ਕੋਚ ਸਾਹਿਬ ਦਾ, ਕਹਿੰਦੇ ਕਿ ਗੇਮ ਸ਼ੁਰੂ ਕਰੇਗਾ ਦੁਬਾਰਾ ਜੀ। ਮੈਂ ਕਿਹਾ ਜੀ ਹਾਂ ਜੀ ਮੈਂ ਕਰ ਲੂੰਗਾ ਜੀ। ਮੇਰੇ ਮੂੰਹ 'ਚੋਂ ਹਾਂ ਨਿਕਲਿਆ ਜੀ। ਕਹਿੰਦੇ ਠੀਕ ਹੈ ਫਿਰ ਆ ਜਾ। ਮੈਂ ਕਿਹਾ ਜੀ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ। ਉਹਨਾਂ ਨੇ ਦਸੰਬਰ 'ਚ ਮੈਨੂੰ ਫੋਨ ਕੀਤਾ ਅਤੇ ਮੈਂ ਉਹਨਾਂ ਕੋਲੇ ਮਾਰਚ 'ਚ ਪਹੁੰਚਿਆ ਜੀ। ਮੈਂ ਫਿਰ ਗੇਮ ਕਰਨੀ ਸ਼ੁਰੂ ਕਰਤੀ ਜੀ। 6 ਮਹੀਨਿਆਂ ਦੇ ਵਿੱਚ ਜਿਹੜਾ 2016 ਦਾ ਓਲੰਪਿਕ ਖੇਡਿਆ ਸੀ ਮੁੰਡਾ ਜੀ, ਉਹਨੂੰ ਮੈਂ ਹਰਾਤਾ ਉੱਥੇ ਟਰਾਲਾਂ 'ਚ ਜੀ। ਮੈਨੂੰ ਹੋਰ ਕੌਨਫੀਡੈਂਸ ਆ ਗਿਆ ਜੀ। ਉਸ ਤੋਂ ਬਾਅਦ ਫਿਰ ਮੈਂ ਨੈਸ਼ਨਲ ਖੇਡਿਆ ਜੀ। ਨੈਸ਼ਨਲ 'ਚ ਫਿਰ ਮੈਂ ਸਿਲਵਰ ਮੈਡਲ ਲਈ ਜੀ। ਫਿਰ ਮੈਂ ਬਿਮਾਰ ਹੋਣਾ ਸ਼ੁਰੂ ਹੋ ਗਿਆ ਜੀ। ਕਦੇ ਸ਼ੋਲਡਰ ਇੰਜਰੀ ਹੋ ਗਈ ਜੀ, ਕਦੇ ਬੁਖਾਰ ਚੜ੍ਹ ਜਾਣਾ ਜੀ। ਕਿਉਂਕਿ ਕਮਬੈਕ ਕਰਨਾ ਨਾ ਜਦੋਂ ਹੀ ਟੱਚ ਟੁੱਟ ਜਾਂਦਾ ਹਾਂਜੀ ਤਾਂ ਉਹ ਮੇਰੇ ਖਿਆਲ 'ਚ ਜਿਹੜਾ ਨਵੇਂ ਸਿਰ ਤੋਂ ਗੇਮ ਸਟਾਰਟ ਕਰਨੀ ਹੈ ਦੁਬਾਰਾ ਹੀ, ਉਹ ਬਹੁਤ ਔਖੀ ਹੋ ਜਾਂਦੀ ਹੈ। ਕਿਉਂਕਿ ਇੱਕ ਵਾਰੀ ਮੈਂ ਟੱਚ ਹੁੰਦਾ ਸ਼ਾਇਦ ਇੰਨੀ ਦਿੱਕਤ ਮੈਨੂੰ ਜਦੋਂ ਗੇਮ ਸ਼ੁਰੂ ਕੀਤੀ ਸੀ ਉਦੋਂ ਉਨੀ ਨਹੀਂ ਆਈ ਜਦੋਂ ਮੈਨੂੰ ਗੇਮ ਦੁਬਾਰਾ ਸ਼ੁਰੂ ਕਰਨ 'ਚ ਆਈ। ਟੈਕਨੀਕ ਮੇਰੇ ਕੋਲ ਹੈਗੀ ਸੀ, ਪਰ ਜਿਹੜਾ ਸਟੈਮਨਾ ਸੀ, ਇੱਕ ਮੇਰੇ ਮਨ 'ਚ ਡਰ ਹੁੰਦਾ ਸੀ ਕਿਤੇ ਦੁਬਾਰਾ ਨਾ ਦਰਦ ਉੱਠ ਖੜੇ, ਦੁਬਾਰਾ ਨਾ ਦਰਦ ਉੱਠ ਖੜੇ। ਕਿਉਂਕਿ ਮੈਨੂੰ ਡਾਕਟਰ ਕਹਿੰਦੇ ਸੀ ਇਹਦਾ ਆਪਰੇਸ਼ਨ ਕਰਾ ਲਓ ਜੀ। ਆਪਰੇਸ਼ਨ ਮੈਂ ਕਰਵਾਇਆ ਨਹੀਂ ਸਰ। ਮੈਂ ਜਿਹੜਾ ਮੇਰਾ ਟਰੀਟਮੈਂਟ ਆ ਮੇਰਾ ਫੈਡਰੇਸ਼ਨ ਨੇ ਕਰਵਾਇਆ ਜੀ। ਉਹਨਾਂ ਨੇ ਮੈਨੂੰ ਚੇਨਈ ਭੇਜਿਆ। ਉੱਥੋਂ ਮੇਰਾ ਸਿਰਫ ਰਿਹੈਬ ਟ੍ਰੇਨਿੰਗ ਨਾਲ ਹੀ ਮੈਨੂੰ ਠੀਕ ਕੀਤਾ, ਜਿਹੜੇ ਮਸਲਸ ਉਹਨੂੰ ਮਜ਼ਬੂਤ ਕੀਤੇ ਹੌਲੀ ਹੌਲੀ ਰਿਹੈਬ ਟ੍ਰੇਨਿੰਗ ਕਰਕੇ। ਪਰ ਡਰ ਸੀਗਾ ਮਨ 'ਚ ਵੀ ਕਿਤੇ ਦੁਬਾਰਾ ਨਾ ਹੋ ਜਾਏ। ਫਿਰ ਕਿਤੇ ਸੋਚਿਆ ਕਿ ਨਹੀਂ ਮਨਾ, ਡਰ ਕੇ ਕਿੰਨਾ ਚਿਰ ਜੀਵਾਂਗੇ, ਇਹ ਡਰ ਤਾਂ ਕੱਢਣਾ ਪੈਣਾ ਵੀ ਜੇ ਪਰਮਾਤਮਾ ਨੇ ਆਪਾਂ ਨੂੰ ਵਾਪਸ ਮੋੜਿਆਗਾ ਸ਼ਾਇਦ ਕੁਛ ਚੰਗੇ ਲਈ ਮੋੜਿਆਗਾ। ਹਾਂਜੀ। ਫਿਰ 2017 ਦੇ ਵਿੱਚ ਮੇਰੇ 2 ਸਿਲਵਰ ਆਏ ਜੀ। ਉਹ ਮੇਰੇ ਪਹਿਲੇ 2 ਮੈਡਲ ਸੀ ਇਕੱਠੇ, ਕਿ ਅੱਜ ਤੱਕ ਪਹਿਲਾਂ ਮੈਂ 1 ਮੈਡਲ ਜਿੱਤਦਾ ਆਇਆ ਸੀਗਾ ਸਿੰਗਲਸ ਕੱਲ ਦੇ ਵਿੱਚ ਹੀ ਹੁੰਦਾ ਜੀ। ਪਰ ਮੈਂ ਇੱਕੋ ਹੀ ਇਵੈਂਟ ਖੇਡਦਾ, ਮੈਂ 2 ਇਵੈਂਟ ਖੇਡਿਆ ਜੀ, 500 ਮੀਟਰ ਵੀ ਅਤੇ 2 ਕਿਲੋਮੀਟਰ ਵੀ। ਦੋਨਾਂ 'ਚ ਮੇਰੇ ਸਿਲਵਰ ਆਏ ਜੀ। ਫਿਰ ਮੇਰੀ ਕੈਂਪ ਦੇ ਵਿੱਚ ਫਿਰ ਚੋਣ ਹੋ ਗਈ। ਸ਼ੁਰੂ ਕੀਤਾ ਮੈਂ ਜੀ। ਨੈਸ਼ਨਲ ਖੇਡਿਆ, ਪਹਿਲਾਂ ਵੀ ਨੈਸ਼ਨਲ ਖੇਡਿਆ ਸੀ, ਫਿਰ ਕੈਂਪ 'ਚ ਗਿਆ ਜੀ। ਇੱਦਾਂ ਹੀ ਮੈਂ ਫਿਰ ਅਗੇਨ ਨੈਸ਼ਨਲ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ, ਕਿਉਂਕਿ ਪਹਿਲੇ 3 ਮੈਡਲਿਸਟ ਹੁੰਦੇ ਨੇ ਉਹ ਫਿਰ ਕੈਂਪ 'ਚ ਆਏ। ਫਿਰ ਮੈਂ ਕੈਂਪ 'ਚ ਆਇਆ ਜੀ 18 ਦੇ ਵਿੱਚ, ਕਿਉਂਕਿ 17 ਦਸੰਬਰ 'ਚ ਹੋਈ ਸੀ। 18 ਦੇ ਵਿੱਚ ਫਿਰ ਅਸੀਂ ਐਡੀ ਏਸ਼ੀਅਨ ਗੇਮ ਦਾ ਟਾਰਗੇਟ ਸੀ। ਏਸ਼ੀਅਨ ਗੇਮ ਤੋਂ ਪਹਿਲਾਂ ਜੀ ਮੇਰੀ ਸ਼ੋਲਡਰ ਇੰਜਰੀ ਆ ਗਈ, ਫਿਰ ਕਮਰ ਦੀ ਇੰਜਰੀ ਆ ਗਈ ਜੀ। ਫਿਰ ਉਹ 'ਚੋਂ ਨਿਕਲਦਾ ਫਿਰ ਮੈਨੂੰ ਜਿਹੜੇ ਉੱਥੇ ਮੋਟੀਵੇਸ਼ਨ ਸਾਡੇ ਸਪੀਕਰ ਸੀ ਉਹ ਕਹਿੰਦੇ ਕਿ ਤੇਰੇ ਸਾਹਮਣੇ ਆਬਸਟੀਕਲ ਨੇ, ਵੀ ਸ਼ਾਇਦ ਤੈਨੂੰ ਪਰਮਾਤਮਾ ਲੈ ਕੇ ਆ ਵੀ ਆਬਸਟੀਕਲ ਨੇ। ਸ਼ਾਇਦ ਜਿਵੇਂ ਸਾਡੀ 2 ਕਿਲੋਮੀਟਰ ਦੀ ਰੇਸ ਹੈ, ਹਰੇਕ 500 ਤੈਨੂੰ ਆਬਸਟੀਕਲ ਆ ਰਹੇ ਨੇ। ਪਹਿਲੇ 500 ਤੇ ਆ ਗਿਆ, ਫਿਰ 1000 ਤੇ ਆ ਗਿਆ, ਫਿਰ 1500 ਤੇ ਆ ਗਿਆ, ਫਿਰ 2 ਕਿਲੋਮੀਟਰ। ਸ਼ਾਇਦ ਤੇਰੇ 1000 ਤੋਂ ਬਾਅਦ ਨਾ ਆਉਣ। ਉਹ ਕਹਿੰਦੇ ਨੇ ਵੀ ਕੀ ਪਤਾ ਕਿਸ ਜਿਹੜੇ ਗੁੱਛਾ ਚਾਬੀਆਂ ਦਾ ਲਈ ਫਿਰਦਾ ਸੀ ਕੋਈ ਤਾਲਾ ਖੋਲ੍ਹਣ ਵਾਸਤੇ, ਹਾਂਜੀ। ਉਹ ਸਾਰੀਆਂ ਚਾਬੀਆਂ ਲਾਈ ਗਿਆ। ਉਹਨੇ ਲਾਸਟ ਵਾਲੀ ਛੱਡਤੀ, ਕਹਿੰਦਾ ਇਹ ਕਿੱਥੇ ਖੁੱਲੂਗੀ। ਸ਼ਾਇਦ ਉਹਦੇ ਨਾਲ ਖੁੱਲ੍ਹ ਜਾਂਦੀ। ਬਿਲਕੁਲ। ਉਹ ਚੀਜ਼ ਮੇਰੇ ਲਈ ਸੀ ਵੀ ਸ਼ਾਇਦ ਇਹ ਮੈਨੂੰ ਕਿਸਮਤ ਵਾਪਸ ਮੋੜ ਕੇ ਲੈ ਕੇ ਆ, ਕੁਛ ਕਰਵਾਉਣਾ ਚਾਹੁੰਦੀ ਹੈ। ਮੈਂ ਗੇਮ ਫਿਰ ਲੱਗਿਆ ਰਿਹਾ ਜੀ, ਮਨ ਨਹੀਂ ਡੋਲਿਆ, ਚੱਲਦਾ ਰਿਹਾ। ਨਾਲ ਦੇ ਪਲੇਅਰਾਂ ਨੇ ਬਹੁਤ ਮੋਟੀਵੇਟ ਕੀਤਾ ਜੀ, ਕੋਚਾਂ ਨੇ ਅਤੇ ਮਾਤਾ ਪਿਤਾ ਨੇ। ਕਰਦੇ ਜੀ ਮੈਨੂੰ ਥੋੜ੍ਹਾ ਨੋਰਮਲ ਫੀਵਰ ਹੋ ਗਿਆ, ਅਤੇ ਨੋਰਮਲ ਫੀਵਰ ਤੋਂ ਬਾਅਦ ਉਹ ਮੇਰਾ ਵਿਗੜ ਕੇ ਟਾਈਫਾਈਡ ਹੋ ਗਿਆ ਜੀ। ਸਿਲੈਕਸ਼ਨ ਹੋ ਗਈ ਜੀ, ਫੋਰਨ ਕੋਚ ਸੀਗਾ, ਮੈਨੂੰ ਸਪੇਅਰ ਪਲੇਅਰ ਚੁਣ ਲਿਆ ਜੀ। ਜਦ ਕਿ ਅੱਜ ਤੱਕ ਮੈਂ ਇਹਦੇ ਖੇਡਾਂਗਾ ਤਾਂ ਮੈਂ ਬੋਰਡ ਦੇ ਵਿੱਚ ਹੀ ਖੇਡਾਂ, ਮੈਂ ਕਿਤੇ ਸਪੇਅਰ ਨਹੀਂ ਗਿਆ ਜੀ। ਸਪੇਅਰ ਪਲੇਅਰ ਜਦੋਂ ਮੈਨੂੰ ਬਹੁਤ ਫੀਲ ਹੋਵੇ ਕਿ ਮੈਂ ਸਪੇਅਰ ਪਲੇਅਰ, ਪਰ ਇਹ ਵੀ ਸੀ ਕਿ ਹਾਂ ਵੀ ਮੇਰੀ ਬੋਡੀ 'ਚ ਮੇਰੀ ਪ੍ਰੋਬਲਮ ਆਈ ਹੈਗੀ, ਟਾਈਫਾਈਡ ਹੋਇਆਗਾ। ਮੈਂ ਹਰੇਕ ਡਾਕਟਰ ਨੂੰ ਪੁੱਛਿਆ ਜੀ ਵੀ ਮੈਂ ਕਿੱਦਾਂ ਰਿਕਵਰ ਹੋ ਸਕਦਾ। ਉਹ ਕਹਿੰਦੇ ਵੀ ਲਿਕੁਇਡ ਜਿੰਨਾ ਲੈ ਸਕਦੇ ਹੋ, ਨਾਰੀਅਲ ਪਾਣੀ ਪੀਓ, ਨਾਰਮਲ ਪਾਣੀ ਪੀਓ, ਨਿੰਬੂ ਪਾਣੀ ਪੀਓ, ਵੀ ਕੋਈ ਤੁਸੀਂ ਤਲੀ ਚੀਜ਼ ਨਹੀਂ ਖਾਣੀ ਹੈਗੀ। ਚਲੋ ਮੈਂ ਉਹ ਚੀਜ਼ 'ਤੇ ਪਰਹੇਜ਼ ਕੀਤਾ ਪੂਰਾ ਜੀ, ਤਪੱਸਿਆ ਕੀਤੀ ਇਹ ਚੀਜ਼ 'ਤੇ, ਕੋਈ ਤਲੀ ਚੀਜ਼ ਨਹੀਂ ਖਾਣੀ, ਇੱਦਾਂ ਨਹੀਂ ਕਰਨਾ, ਇਹ ਨਹੀਂ ਕਰਨਾ, ਪ੍ਰੋਪਰ ਰੈਸਟ ਕਰਨੀ ਹੈ ਜੀ। ਹਰੇਕ ਚੀਜ਼ ਨੂੰ ਮੈਂ ਮਹੀਨੇ ਦੇ ਵਿੱਚ ਰਿਕਵਰ ਹੋ ਗਿਆ ਜੀ। 1-1.5 ਮਹੀਨੇ ਦੇ ਵਿੱਚ ਮੈਂ ਰਿਕਵਰ ਹੋ ਕੇ ਆਪਣੀ ਪਹਿਲੇ ਵਾਲੀ ਪਰਫਾਰਮੈਂਸ 'ਤੇ ਆ ਗਿਆ ਜੀ। ਜਿਹੜੇ ਪਲੇਅਰ ਨੇ ਖੇਡਣਾ ਸੀ ਉਹਨਾਂ ਨੂੰ ਬੀਟ ਕਰਨ ਲੱਗ ਗਿਆ ਜੀ। ਪਰ ਕੋਚ ਡਰ ਸਿਆ, ਜਿਹੜਾ ਫੋਰਨ ਕੋਚ ਸੀ ਉਹਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਸੀ, ਜਿਹੜਾ ਇੰਡੀਅਨ ਕੋਚ ਸੀ ਉਹਨੂੰ ਵਿਸ਼ਵਾਸ ਸੀ, ਪਰ ਉਹਦੀ ਉਹ ਗੱਲ ਮੰਨਦਾ ਨਹੀਂ ਸੀ ਫੋਰਨ ਕੋਚ। ਉਹਨੂੰ ਪਤਾ ਸੀ, ਜਿਹੜਾ ਇੰਡੀਅਨ ਕੋਚ ਸੀ ਇਸਮਾਈਲ ਬੇਗ, ਜਿਹੜਾ ਮੇਰੇ ਕੋਚ ਨੇ, ਜਿਹਨਾਂ ਨੇ ਸ਼ੁਰੂ ਤੋਂ ਪਤਾ ਸੀ ਵੀ ਇਹ ਐਡੀਆਂ ਪ੍ਰੋਬਲਮਸ ਨਿਕਲ ਕੇ ਆ ਕੇ ਬੰਦਾ ਕਰ ਲੈਂਦਾ। ਤਾਂ ਹੀ ਉਹਨਾਂ ਨੇ ਮੈਨੂੰ ਵਾਪਸ ਬੁਲਾਇਆ ਸੀ ਵੀ ਤੁਸੀਂ ਆਓਗੇ ਤਾਂ ਥੋੜ੍ਹੀ ਜਿਹੀ ਜਿਹੜੀ ਟੀਮ ਹੈ ਥੋੜ੍ਹਾ ਉਹਨਾਂ ਨੂੰ ਮੋਟੀਵੇਸ਼ਨ ਮਿਲੂਗਾ, ਅਤੇ ਮਿਲਿਆ ਵੀ ਹੈ ਟੀਮ ਨੂੰ, ਵਿਸ਼ਵਾਸ ਸੀ ਉਹਨਾਂ ਨੂੰ ਪੂਰਾ। ਹਾਂਜੀ। ਚਲੋ ਅਸੀਂ ਪਹਿਲਾਂ ਉੱਥੇ ਜਾ ਕੇ ਸਾਡੀ ਟਰਾਇਲ ਹੋਈ ਜੀ। ਮੇਰੇ ਨਾਲ ਮੇਰਾ ਪਾਰਟਨਰ ਸੁਖਮੀਤ ਸਿੰਘ ਹੁੰਦਾ ਜੀ, ਮੇਰੇ ਜ਼ਿਲ੍ਹੇ ਦਾ ਸੁਖਮੀਤ ਸਿੰਘ ਸਮਾਘ ਜੀ। ਕਦੇ ਮੈਂ ਉਹਦੇ ਨਾਲ ਬੋਟ 'ਚ ਜਾਂਦਾ ਡਬਲ ਸਕਲ 'ਚ, ਜੇ ਉਹਦੇ ਨਾਲ ਜਾਂਦਾ ਤਾਂ ਵੀ ਬੋਟ ਅੱਗੇ ਆਉਂਦੀ ਸਾਡੀ, ਪਹਿਲੇ ਨੰਬਰ 'ਤੇ ਆਉਂਦਾ ਜੀ। ਇੱਕ ਮੇਰੇ ਨਾਲ ਰਾਜਸਥਾਨ ਦਾ ਮੁੰਡਾ ਸੀ ਜੀ, ਓਮ ਪ੍ਰਕਾਸ਼, ਉਹ ਭਾਰਤੀ ਫੌਜ ਛੱਡ ਕੇ ਹੁਣ ਜੈਪੁਰ ਦੇ ਵਿੱਚ DSP ਜੁਆਇਨ ਕੀਤਾ ਉਹਨੇ, ਕਿਉਂਕਿ ਉਹਨਾਂ ਨੂੰ ਰਾਜਸਥਾਨ ਨੇ ਓਪਰਚੁਨਿਟੀ ਦਿੱਤੀ। ਕਦੇ ਉਹਦੇ ਨਾਲ ਮੈਨੂੰ ਮੌਕਾ ਮਿਲਦਾ, ਜੇ ਉਹਦੇ ਨਾਲ ਮੈਨੂੰ ਮੌਕਾ ਮਿਲਦਾ ਜੀ, ਉਹਦੇ ਨਾਲ ਮੈਂ ਅੱਗੇ ਬਹਿੰਦਾ ਜੀ, ਤਾਂ ਵੀ ਮੈਂ ਪਹਿਲੇ ਨੰਬਰ 'ਤੇ ਆਉਂਦਾ ਜੀ ਸਾਰੀਆਂ ਵੋਟਾਂ 'ਚੋਂ ਜੀ, ਇੰਡੀਆ 'ਚੋਂ ਹੀ। ਜੇ ਮੈਂ ਸੁਖਮੀਤ ਨਾਲ ਮੈਂ ਪਿੱਛੇ ਬਹਿੰਦਾ ਸੀ, ਕੋਆਰਡੀਨੇਸ਼ਨ ਸੀਗਾ ਜੀ। ਸੁਖਮੀਤ ਨਾਲ ਅੱਗੇ ਪਿੱਛੇ ਬਹਿ ਕੇ ਮੈਂ ਤਾਂ ਵੀ ਅੱਗੇ ਆਉਂਦਾ ਜੀ। ਇੰਨਾ ਬਿਮਾਰ ਹੁੰਦੇ ਮੈਨੂੰ ਕੌਨਫੀਡੈਂਸ ਆ ਗਿਆ ਆਪਣੇ ਆਪ ਨੂੰ ਕਿ ਨਹੀਂ ਹੁਣ ਮੈਂ ਕਰ ਸਕਦਾ। ਫਿਰ ਉਹਨਾਂ ਦਾ ਮੋਟੀਵੇਟ ਸੀ ਨਾਲ ਦਿਆਂ ਦਾ ਜੀ। ਸੁਖਮੀਤ ਨਵਾਂ ਸੀ ਬਿਲਕੁਲ ਹੀ, ਇੱਕ ਜ਼ਿਲ੍ਹੇ ਦਾ ਹੋ ਗਿਆ ਜੀ, ਇੱਕ ਉਹਦੇ ਨਾਨਕੇ ਮੇਰੇ ਪਿੰਡ ਦੇ ਹੋ ਗਏ ਜੀ।
ਉਹਨੂੰ ਮੋਟੀਵੇਟ ਕਰਨਾ ਜੀ, ਫਿਰ ਓਮ ਪ੍ਰਕਾਸ਼ ਨੂੰ ਮੋਟੀਵੇਟ ਕਰਨਾ ਜੀ, ਵੀ ਉਹ ਪੁਰਾਣਾ ਪਲੇਅਰ ਸੀਗਾ। ਤੇ ਮੇਰੇ ਸਾਹਮਣੇ ਚੁਣੌਤੀ ਰੱਖਤੀ ਕੋਚ ਨੇ ਵੀ ਤੁਸੀਂ ਦੱਸੋ ਵੀ ਤੁਹਾਨੂੰ ਕਿਹੜਾ ਪਲੇਅਰ ਚਾਹੀਦਾ ਜੀ। ਮੈਂ ਜੀ ਜੋ ਬੈਸਟ ਹੈ ਤੁਸੀਂ ਦੇਖਿਆ, ਫੋਰਨ ਕੋਚ ਸੀ, ਮੈਨੂੰ ਨਹੀਂ ਸੀ ਇੰਗਲਿਸ਼ ਆਉਂਦੀ, ਮੈਂ ਨਾਲ ਦੇ ਟਰਾਂਸਲੇਟਰ ਦੱਸਿਆ ਕਿ ਤੁਹਾਨੂੰ ਜੇ ਬਿਹਤਰ ਪਤਾ ਵੀ ਮੇਰੇ ਨਾਲ ਕਿਹੜਾ ਚੰਗਾ ਹੈ। ਉਹਨਾਂ ਨੇ ਮੈਨੂੰ ਓਮ ਪ੍ਰਕਾਸ਼ ਦਿੱਤਾ ਜੀ, ਜਦ ਕਿ ਉਸ ਟਾਈਮ 'ਤੇ ਮੇਰੇ ਕੋਲ ਮੌਕਾ ਸੀ ਕਿ ਮੈਂ ਸੁਖਮੀਤ ਨੂੰ ਵੀ ਲੈ ਸਕਦਾ ਸੀ, ਪਰ ਉੱਥੇ ਦੇਸ਼ ਦਾ ਸਵਾਲ ਸੀ। ਮੈਂ ਜ਼ਿਲ੍ਹੇ ਦੇ ਬੰਦੇ ਨੂੰ ਲੈ ਕੇ ਸ਼ਾਇਦ ਸਾਡਾ ਮੈਡਲ ਆ ਜਾਂਦਾ, ਜਾਂ ਜੇ ਆਇਆ ਤਾਂ ਸਾਡਾ ਹੁਣ ਵੀ ਡਬਲ 'ਚ ਸਾਡਾ ਚੌਥੇ ਨੰਬਰ 'ਤੇ ਰਹਿ ਗਏ ਸੀਗੇ। ਪਹਿਲੇ ਅਸੀਂ 1700 ਮੀਟਰ ਦੇ ਸਭ ਤੋਂ ਅੱਗੇ ਸੀ, ਗੋਲਡ 'ਤੇ ਚੱਲ ਰਹੇ ਸੀਗੇ। ਪਰ ਉੱਥੇ ਕੰਡੀਸ਼ਨ ਇੱਦਾਂ ਦੀ ਸੀ ਕਿ ਸਾਨੂੰ ਵਿੰਡ ਦੇ ਉਸ ਪਿੰਡ ਦੇ ਵਿੱਚ ਅਸੀਂ ਪ੍ਰੈਕਟਿਸ ਨਹੀਂ ਕੀਤੀ ਸੀ, ਅਸੀਂ ਪੂਨੇ ਦੇ ਵਿੱਚ ਪ੍ਰੈਕਟਿਸ ਕੀਤੀ ਸੀ। ਸਾਨੂੰ ਖੁੱਲ੍ਹਾ ਪਾਣੀ ਚਾਹੀਦਾ ਸੀ ਉਹਦੇ ਵਾਸਤੇ, ਜਿਹੜਾ ਕਿ ਆਪਣੇ ਹੈਗਾ ਭੋਪਾਲ ਹੈ ਜੀ, ਖੜਕਵਾਸਲਾ ਪੂਨੇ ਹੈ ਜੀ, ਹੈਦਰਾਬਾਦ ਹੈ ਜੀ। ਤੇ ਪਰ ਅਸੀਂ ਇੱਕ ਆਰਟੀਫਿਸ਼ਲ ਲੇਕ ਦੇ ਵਿੱਚ ਕਰਦੇ ਰਹੇ ਜੀ, ਜਿਹੜੇ ਪੂਨੇ ਦੇ ਵਿੱਚ ਹੈ ਜੀ, ਉੱਥੇ ਸ਼ਾਂਤ ਪਾਣੀ ਹੈ। ਤਾਂ ਮਾਹੌਲ ਜਿਹੜਾ ਐਕਸਪੀਰੀਅੰਸ ਦਾ ਬਹੁਤ ਫਰਕ ਪੈ ਜਾਂਦਾ ਜੀ ਪ੍ਰੈਕਟਿਸ ਦਾ ਜੀ। ਤਾਂ ਉਹਦੇ 'ਚ ਅਸੀਂ ਚੌਥੇ ਨੰਬਰ 'ਤੇ ਰਹਿ ਗਏ ਜੀ। ਅਗਲੇ ਦਿਨ ਉਹ ਜਿਹੜਾ ਪਿੱਛੇ ਬੈਠਾ ਸੀ ਉਹ ਰੋ ਰਿਹਾ ਸੀ, ਕਹਿੰਦਾ ਮੇਰੀ ਵਜ੍ਹਾ ਨਾਲ, ਕਿਉਂਕਿ ਮੈਂ ਉਹਦੇ ਨਾਲ ਅੱਗੇ ਬੈਠਾ ਸੀ ਓਮ ਪ੍ਰਕਾਸ਼ ਨਾਲ ਹੀ, ਕਹਿੰਦਾ ਮੇਰੀ ਵਜ੍ਹਾ ਨਾਲ ਤੁਹਾਡਾ ਮੈਡਲ ਨਹੀਂ ਆਇਆ। ਮੈਂ ਕਿਹਾ ਕੋਈ ਗੱਲ ਨਹੀਂ ਯਾਰ, ਮੇਰੇ ਮੂੰਹ 'ਚੋਂ ਨਿਕਲਿਆ, ਮੈਂ ਕਿਹਾ ਯਾਰ ਜੇ ਮੈਂ ਆਇਆ ਨਾ ਜੀ, ਕੌਨਫੀਡੈਂਸ ਹੀ ਮੰਨੋ ਉਹਨੂੰ, ਓਵਰ ਨਹੀਂ ਮੈਂ ਕਹਿ ਰਿਹਾ, ਕੌਨਫੀਡੈਂਸ ਹੀ ਮੇਰਾ। ਮੈਂ ਕਿਹਾ ਯਾਰ ਜੇ ਮੈਂ ਏਸ਼ੀਆ 'ਚ ਅੱਜ ਤੱਕ ਖਾਲੀ ਹੱਥ ਨਹੀਂ ਮੁੜਿਆ, ਆਪਣਾ ਕੱਲ੍ਹ ਨੂੰ ਇੱਕ ਇਵੈਂਟ ਹੈਗਾ, ਕੁਛ ਨਹੀਂ ਹੁੰਦਾ। ਮੈਨੂੰ ਇਹ ਵਿਸ਼ਵਾਸ ਸੀ ਕਿ ਸਾਡਾ ਇੱਕ ਸ਼ਾਇਦ ਬ੍ਰੌਂਜ਼ ਤਾਂ ਆਇਆ, ਪਰ ਉਸ ਦਿਨ ਸਾਡਾ ਰੋਇੰਗ ਟੀਮ ਦਾ ਕੋਈ ਵੀ ਮੈਡਲ ਨਹੀਂ ਆਇਆ ਜੀ। ਸਾਰੇ ਇੱਦਾਂ ਹੀ ਹਾਰੇ ਜੀ, 1-2 ਸੈਕਿੰਡਾਂ 'ਤੇ, ਕੁਛ ਮੈਕਰੋ ਸੈਕਿੰਡਾਂ 'ਤੇ ਹਾਰੇ ਜੀ। ਅਗਲੇ ਦਿਨ ਸਾਡੇ ਵਾਸਤੇ ਬਹੁਤ ਚੁਣੌਤੀ ਭਰਿਆ ਸੀਗਾ ਜੀ। ਇੱਕ ਏਸ਼ੀਅਨ ਗੇਮ ਆ ਜੀ, ਫੋਰਨ ਕੋਚ ਨੂੰ ਅਸੀਂ ਕਿਹਾ ਵੀ ਇਹ ਫੋਰਨ ਕੋਚ ਸਾਨੂੰ ਨਹੀਂ ਸੂਟੇਬਲ ਬੈਠ ਰਿਹਾ, ਇਹ ਸਾਡੀ ਗੱਲ ਹੀ ਨਹੀਂ ਮੰਨ ਰਿਹਾ, ਸਾਡੀ ਟਿਕਟ ਸਾਡੇ ਇੰਡੀਅਨਾਂ ਦੀ। ਫਿਰ ਇੰਡੀਅਨ ਕੋਚ ਨੇ ਕਮਾਂਡ ਲਈ ਉਸ ਤੋਂ ਅਗਲੇ ਦਿਨ। ਉਹ ਕਹਿੰਦੇ ਕਿ ਕਿਉਂਕਿ ਇੱਕ ਹੌਸਲਾ ਦੇਣਾ ਹੁੰਦਾ ਨਾ, ਆਪਣੇ ਪੰਜਾਬੀਆਂ 'ਚ ਤਾਂ ਉੱਦਾਂ ਹੀ ਹੌਸਲਾ ਬਹੁਤ ਹੁੰਦਾ ਜੀ, ਸਿਰਫ ਇੱਕ ਮੋਟੀਵੇਟ ਥੋੜ੍ਹੀ ਚੰਗਿਆੜੀ ਲਾਉਣ ਦੀ ਜ਼ਰੂਰਤ ਹੈ। ਕੋਚ ਕਹਿੰਦਾ ਕਿ ਮੈਂ ਵਾਪਸ ਇੰਡੀਆ ਨਹੀਂ ਜਾਣਾ ਜੇ ਮੈਡਲ ਨਾ ਆਇਆ, ਜੇ 골ਡ ਮੈਡਲ ਨਾ ਆਇਆ ਮੈਂ ਇੰਡੀਆ 'ਚ ਵਾਪਸ ਨਹੀਂ ਜਾਣਾ। ਹੁਣ ਮੈਂ ਸਭ ਤੋਂ ਸੀਨੀਅਰ ਪਲੇਅਰ ਸੀ, ਤੇ ਓਮ ਪ੍ਰਕਾਸ਼ ਬੈਠਾ ਜੀ, ਉਸ ਤੋਂ ਪਿੱਛੇ ਜਿਹੜਾ 2016 ਦਾ ਮੁੰਡਾ ਓਲੰਪਿਕ ਖੇਡਿਆ ਸੀ ਉਹ ਬੈਠਾ ਜੀ, ਉਹ ਵੀ ਸਿੰਗਲ ਸਕਲ 'ਚ ਸੀਗਾ ਜੀ। ਉਸ ਤੋਂ ਪਿੱਛੇ ਮੈਂ ਬੈਠਾ ਜੀ, ਤੇ ਮੈਂ ਆਪਣੀ ਕਮਾਂਡ ਮੁਤਾਬਕ ਦੱਸ ਰਿਹਾ ਸੀ ਵੀ ਆਪਾਂ ਇੱਦਾਂ ਰੇਸ ਲੜਨੀ, ਇੱਦਾਂ ਹੀ ਕਰਨਾ। ਕੋਚਾਂ ਨੇ ਸਾਨੂੰ ਟੈਕਟਿਕ ਜਿਹੜੀ ਦੱਸੀ ਸੀ ਉਸ ਤਰੀਕੇ ਨਾਲ ਹੀ ਅਸੀਂ ਪਹਿਲੇ 500 'ਚ ਪਿੱਛੇ ਵੀ ਸੀਗੇ ਜੀ, ਫਿਰ ਅਸੀਂ ਅੱਗੇ ਹੋਣਾ ਸਟਾਰਟ ਹੋ ਗਏ। ਸੁਖਮੀਤ ਨੂੰ ਦਾ ਵਿਸ਼ਵਾਸ ਹੋ ਗਿਆ, ਸੁਖਮੀਤ ਨਾਲ ਤੁਸੀਂ ਬਾਅਦ 'ਚ ਗੱਲ ਕੀਤੀ, ਸੁਖਮੀਤ ਨੂੰ ਵਿਸ਼ਵਾਸ ਹੋ ਗਿਆ 1000 ਤੋਂ ਬਾਅਦ ਕਿ ਆਪਣਾ ਮੈਡਲ ਹੈ, 골ਡ ਮੈਡਲ ਆਪਣਾ। ਪਰ ਮੈਨੂੰ ਇੱਕ ਦਿਨ ਪਹਿਲਾਂ ਜਿਹੜਾ ਝਟਕਾ ਖਾਧਾ ਸੀਗਾ, ਮੈਨੂੰ ਇਹ ਸੀਗਾ ਵੀ ਲਾਸਟ 'ਤੇ ਆਪਾਂ ਮਾਰ ਨਾ ਖਾ ਜਾਈਏ ਕਿਤੇ। ਮੈਂ ਇਹਨਾਂ ਦਾ ਵਿਸ਼ਵਾਸ ਨਾ ਕਰੋ ਗੋਰਿਆਂ ਦਾ, ਆਪਾਂ ਆਪਣੇ ਚੱਪੂ 'ਚ ਦਮ ਰੱਖੋ ਅਤੇ ਆਪਣੇ ਬਲੇਡ ਨੂੰ ਕਲੀਅਰ ਕਰਕੇ ਚੱਲਦੇ ਰਹੋ ਜੀ। ਮੈਂ ਸਾਰੀ ਰੇਸ 'ਚ ਬੋਲਦਾ ਹੀ ਆਇਆ ਜੀ, ਗਾਲਾਂ ਵੀ ਨਿਕਲ ਜਾਣਗੀਆਂ ਮੇਰੇ ਮੂੰਹ 'ਚੋਂ। ਪਰ ਜਦੋਂ ਮੈਡਲ ਆਇਆ ਜੀ, ਸੁਖਮੀਤ ਕਹਿੰਦਾ ਮੈਂ ਖੜ੍ਹਾ ਹੋਣਾ ਸਾਹਿਬ ਜੀ। ਮੈਂ ਕਿਹਾ ਰੁਕ ਜਾ ਜੀ, ਕਹਿੰਦਾ ਖੜ੍ਹਾ ਹੋਣਾ। ਉਹ ਖੜ੍ਹਾ ਹੋ ਗਿਆ, ਖੜ੍ਹਾ ਹੋ ਕੇ ਉਹਨੇ ਦੋਨੇ ਬਾਹਾਂ ਖੜੀਆਂ ਕਰਤੀਆਂ ਜੀ ਵੀ ਸਾਡਾ ਮੈਡਲ ਆ ਗਿਆ ਇੰਡੀਆ ਦਾ ਜੀ। ਅਤੇ ਉਹਨੂੰ ਚੱਕ ਲਿਆ ਡੋਪ ਵਾਲਿਆਂ ਨੇ ਜੀ, ਡੋਪ ਟੈਸਟ ਵਾਲਾ ਨੇ ਵੀ ਇਹ ਬੰਦਾ ਇੰਨਾ ਹੋ ਕੇ, ਕਿਉਂਕਿ ਉਹ ਯੰਗ ਸੀਗਾ ਜੀ, 24 ਸਾਲ ਦਾ, ਸਾਡੀ ਖੇਡ ਦਾ ਸਭ ਤੋਂ ਘੱਟ ਉਮਰ ਦਾ 골ਡ ਮੈਡਲਿਸਟ ਹੈ। ਅਤੇ ਉਸ ਤੋਂ ਬਾਅਦ ਅਗਲਾ ਕਹਿੰਦਾ ਮੈਂ ਵੀ ਖੜਾ ਹੋਣਾ, ਉਸ ਤੋਂ ਬਾਅਦ ਅੱਗੇ ਖੜੇ ਮੈਂ ਮੇਰੇ 'ਚ ਹਿੰਮਤ ਨਹੀਂ ਹੈਗੀ, ਕਿਉਂਕਿ ਮੈਂ ਬਿਮਾਰ ਹੋ ਕੇ ਗਿਆ ਸੀ ਅਤੇ ਮੈਥੋਂ ਖੜਾ ਨਹੀਂ ਹੋਇਆ ਗਿਆ ਉਹਦੇ ਵਿੱਚ ਹੀ, ਇੰਨਾ ਕੁ ਜ਼ੋਰ ਲੱਗ ਗਿਆ ਜੀ। ਪਰ ਜਦੋਂ ਮੈਡਲ ਸੈਰਮਨੀ ਹੋਈ ਸੀ, ਸਾਰਾ ਦੁੱਖ ਦਰਦ ਸਾਰੇ ਭੁੱਲ ਗਏ ਕਿ ਮੈਨੂੰ ਟਾਈਫਾਈਡ ਹੋਇਆ ਸੀ, ਮੈਨੂੰ ਇਹ ਹੋਇਆ ਸੀ, ਉਹ ਸਭ ਪਾਣੀ ਫਿਰ ਗਿਆ ਉਹਨਾਂ 'ਤੇ, ਜਿਹੜੇ ਮੇਰੇ ਦੁੱਖਾਂ ਸੀ। ਉਹਦਾ ਸਿਰਫ ਇੱਕੋ ਹੀ ਚੀਜ਼ ਸੀ ਵੀ 골ਡ ਮੈਡਲ ਹੈ, ਜਿਹੜਾ ਹਰ ਇੱਕ ਪਲੇਅਰ ਦਾ ਸੁਪਨਾ ਹੁੰਦਾ। ਮੇਰੇ ਇਹ ਗੱਲ ਸੁਣ ਕੇ ਵੀ, ਮੇਰੀ ਗੱਲ ਕਰਕੇ ਵੀ ਰੋਂਗਟੇ ਖੜੇ ਹੋ ਰਹੇ ਨੇ, ਹੈ ਨਾ ਜੀ। ਬਿਲਕੁਲ ਜੀ। ਵੀ ਜਿਹੜਾ ਇੱਕ ਵਾਅਦਾ ਕਰਿਆ ਸੀ ਕੋਚ ਦੇ ਨਾਲ ਕਿ ਜੇ ਕਰਨਾ ਤਾਂ ਚੰਗੀ ਤਰ੍ਹਾਂ ਕਰਨਾ, ਕਿਉਂਕਿ ਮੈਂ ਉਸ ਏਸ਼ੀਅਨ ਗੇਮ ਤੋਂ ਬਾਅਦ ਸਿੱਧਾ ਇਹੀ ਇੱਕ ਇੰਟਰਨੈਸ਼ਨਲ ਕੰਪੀਟੀਸ਼ਨ ਜਿਹੜਾ ਏਸ਼ੀਅਨ ਗੇਮ ਖੇਡਿਆ ਸੀ। ਜਦੋਂ 골ਡ ਆਇਆ ਤਾਂ ਕੋਚ ਫਿਰ ਹੋ ਰਿਹਾ ਸੀ ਜੀ। ਫਿਰ ਮੈਂ ਇੱਦਾਂ ਮਤਲਬ ਇਹਨਾਂ ਦੀ ਗੱਲ 'ਤੇ ਇੱਦਾਂ ਥਪਥਪਾ ਕੇ ਜੀ, ਮੈਂ ਕਿਹਾ ਜੀ ਹੁਣ ਕਿਹੜੀ ਗੱਲੋਂ ਰੋ ਰਹੇ ਹੋ, ਹੁਣ ਤਾਂ 골ਡ ਆ ਗਿਆ, ਤੁਸੀਂ ਤਾਂ ਇੰਡੀਆ ਜਾਣਾ ਹੁਣ। ਕਹਿੰਦੇ ਨਹੀਂ, ਕਹਿੰਦਾ ਵੀ ਤੇਰੇ 'ਤੇ ਵਿਸ਼ਵਾਸ ਸੀ, ਕਹਿੰਦਾ ਵੀ ਤੂੰ ਕਰਕੇ ਦਿਖਾਏਗਾ। ਮੈਂ ਕਿਹਾ ਜੀ ਮੈਨੂੰ ਮੇਰੀ ਟੀਮ 'ਤੇ ਸੀ, ਜਿਹੜੇ ਮੇਰੇ 3 ਪਲੇਅਰ ਸੀਗੇ, ਮੈਨੂੰ ਇਹਨਾਂ 'ਤੇ ਵਿਸ਼ਵਾਸ ਸੀ, ਇਹਨਾਂ ਨੂੰ ਮੇਰੇ 'ਤੇ ਸੀ, ਤਾਂ ਅਸੀਂ ਜਾ ਕੇ ਕੋਆਰਡੀਨੇਸ਼ਨ, ਕਿਉਂਕਿ ਬਿਨਾਂ ਕੋਆਰਡੀਨੇਸ਼ਨ ਤੋਂ ਟੀਮ ਵਰਕ ਦੇ ਵਿੱਚ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਸਿੰਗਲ ਚੱਲਦਾ ਸੀ। ਉਸ ਤੋਂ ਉਹ ਸਮੇਂ ਦੀ ਗੱਲ ਕਰੀਏ ਆਪਾਂ, ਜਦੋਂ ਤੁਹਾਡਾ 골ਡ ਆਇਆ, ਪਿੰਡ ਦੇ ਵਿੱਚ ਪਤਾ ਲੱਗਿਆ, ਘਰ ਦੇ ਵਿੱਚ ਪਤਾ ਲੱਗਿਆ, ਅਤੇ ਘਰ ਦਾ ਜਿਹੜਾ ਮਾਹੌਲ ਸੀ ਜਾਂ ਪਿੰਡ ਦਾ, ਉਹ ਕਿਸ ਤਰ੍ਹਾਂ ਦਾ ਸੀ? ਉੱਥੇ ਜੀ ਨੈਟਵਰਕ ਦੀ ਪ੍ਰੋਬਲਮ ਆਉਂਦੀ ਸੀ, ਉੱਥੇ ਸਾਨੂੰ ਵਾਈਫਾਈ 'ਤੇ ਹੋ ਕੇ ਵੀਡੀਓ ਕਾਲ ਕਰਨੀ ਪੈਂਦੀ। ਸਭ ਤੋਂ ਪਹਿਲਾਂ ਮੈਂ ਮੇਰੇ ਭਰਾ ਨਾਲ ਵੀਡੀਓ ਕਾਲ ਕੀਤੀ, ਉਹ ਘਰੇ ਹੀ ਸੀ। ਉਹਨੇ ਸਾਰੇ ਘਰ ਨੂੰ ਦੱਸਿਆ ਜੀ, ਸਾਰੇ ਪਰਿਵਾਰ ਨੂੰ ਦੱਸਿਆ, ਆਂਢ ਗੁਆਂਢ ਨੂੰ ਦੱਸਿਆ, ਚਾਚੇ ਤਾਇਆਂ ਨੂੰ ਦੱਸਿਆ ਜੀ। ਤਾਂ ਉਸੇ ਟਾਈਮ ਹੀ ਖੁਸ਼ੀ, ਮਤਲਬ ਤਾਂ ਅਸੀਂ ਉੱਥੇ ਇੰਨੇ ਖੁਸ਼ ਨਹੀਂ ਸੀ ਜਿੰਨੇ ਇੱਥੇ ਖੁਸ਼ੀ ਸੀ ਉਹਨਾਂ ਨੇ, ਕਿਉਂਕਿ ਉੱਥੇ ਜਦੋਂ ਮੈਡਲ ਮਿਲ ਰਿਹਾ ਸੀ ਅਸੀਂ ਬਹੁਤ ਖੁਸ਼ ਸੀਗੇ। ਫਿਰ ਹੌਲੀ ਫਿਰ ਅਸੀਂ ਉਹ ਮਾਹੌਲ 'ਚ ਢਲਦੇ ਨੋਰਮਲ ਹੋ ਗਈ, ਕਿਉਂਕਿ ਕੁਛ ਸਾਡੇ ਪਲੇਅਰ ਸੀ ਇਹਨਾਂ ਦੇ ਮੈਡਲ ਨਹੀਂ ਆਏ ਸੀਗੇ ਜੀ।
ਮਾਯੂਸੀ ਵੀ ਸੀ ਵੀ, ਕਿਉਂਕਿ ਟੀਮ ਵਰਕ ਇੰਡੀਆ ਦਾ ਨਾਮ ਸੀ। ਹਾਂਜੀ ਬਸ ਇੱਥੋਂ ਫਿਰ ਵਧਾਈਆਂ ਆਉਣੀ ਸ਼ੁਰੂ ਹੋ ਗਈਆਂ ਜੀ, ਕੋਈ WhatsApp ਤੇ ਜੀ, ਕੋਈ ਉੱਦਾਂ Facebook ਤੇ ਜੀ, ਕੋਈ ਕਿੱਦਾਂ ਤੇ ਜੀ। ਜਦੋਂ ਫਿਰ ਤੁਸੀਂ ਪਿੰਡ ਆਏ ਹੋ ਉਸ ਤੋਂ ਬਾਅਦ ਉੱਥੋਂ ਆ ਕੇ ਇੰਡੀਆ ਆ ਕੇ, ਤੇ ਉਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਸੀ ਪਿੰਡ ਦਾ ਜੀ? ਉਸ ਤਰ੍ਹਾਂ ਜੀ ਪਹਿਲਾਂ ਮੈਂ 2014 ਦੇ ਵਿੱਚ 12 ਦੇ ਵਿੱਚ ਮੈਂ ਇਕੱਲਾ ਸੀਗਾ ਜੀ। ਹੁਣ ਤਾਂ ਇਕੱਲਾ ਓਲੰਪਿਕ ਮੈਂ ਖੇਡਿਆ ਜੀ ਮਾਨਸਾ ਜ਼ਿਲ੍ਹੇ ਦਾ ਜੀ। 14 ਦੇ ਵਿੱਚ ਵੀ ਮੈਂ ਇਕੱਲਾ ਹੀ ਸੀ। ਤਾਂ ਉਦੋਂ ਮੈਂ ਇੱਕ ਕਿਹਾ ਸੀ ਕਿ ਐਤਕੀ ਮੈਂ ਇਕੱਲਾ ਹੋ ਵੀ ਮੈਂ ਚਾਹੁੰਦਾ ਵੀ ਅਗਲੀ ਵਾਰੀ ਅਸੀਂ 3 ਹੋਈਏ। ਹਾਂਜੀ ਤੇ ਉਹ ਵੀ ਮੈਂ ਕਹਿਣਾ ਵੀ ਮੇਰੇ ਜਿਹੜੇ ਬੋਲ ਸੀ ਉਹ ਪੂਰੇ ਹੋਏ ਜੀ। ਐਤਕੀ ਅਸੀਂ 18 ਦੇ ਵਿੱਚ 3 ਸੀ ਜੀ। ਮੈਂ ਸੀ, ਸੁਖਮੀਤ ਸੀ ਤੇ ਇੱਕ ਕੁੜੀ ਸੀ ਮਨਪ੍ਰੀਤ ਛੀਨੇ ਤੋਂ ਜੀ, ਹਾਂਜੀ ਕਬੱਡੀ ਪਲੇਅਰ ਜੀ। ਹਾਂਜੀ ਅਸੀਂ 3 ਸੀ। ਤਾਂ ਉਦੋਂ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਪਿਛਲੀ ਵਾਰੀ ਕਿਹਾ ਸੀ 3 ਹੋਈਏ। ਮੈਂ ਕਿਹਾ ਜੀ ਐਤਕੀ 3 ਆ, ਅਗਲੀ ਵਾਰੀ ਮੈਂ ਕਹਿਣਾ ਕਿ 13 ਹੋਈਏ ਜੀ। ਜੀ ਵੀ ਅੰਕੜਾ ਮੈਂ ਦੁੱਗਣਾ ਨਹੀਂ ਕਹਿੰਦਾ, ਵੀ ਮੈਂ ਕਹਿਣਾ ਵੀ ਬਹੁਤ ਗੁਣੇ ਹੋ ਜੇ। ਹਾਂਜੀ 13 ਹੋਈਏ ਅਸੀਂ 3 ਦੇ। ਜੀ ਤੇ ਕਹਿੰਦੇ ਠੀਕ, ਚਲੋ ਦੇਖਦੇ ਹਾਂ ਅੱਗੇ 22 ਆ ਰਿਹਾ ਤੇ ਹੋ ਸਕਦਾ 13 ਹੋਣ, ਤਾਂ ਬਹੁਤ ਚੰਗੀ ਗੱਲ ਹੈ ਜੀ, ਹਾਂਜੀ ਮਾਣ ਵਾਲੀ ਗੱਲ ਹੋ ਮੇਰੇ ਵਾਸਤੇ। ਹਾਂਜੀ ਹਾਂਜੀ ਚਲੋ ਪ੍ਰਮਾਤਮਾ ਤੁਹਾਡਾ ਸੁਪਨਾ ਪੂਰਾ ਉਹ ਕਰੂਗਾ ਜੀ। ਤਿੰਨਾਂ ਦੇ ਪਿੰਡਾਂ ਦਾ ਇਕੱਠ ਜੀ, ਹੋਰ ਬਹੁਤ ਇਲਾਕੇ ਦਾ ਇਕੱਠ, ਕਿਉਂਕਿ 14 ਦੇ ਵਿੱਚ ਵੀ ਮੇਰਾ ਇਕੱਠ ਹੋਇਆ ਸੀ ਇੱਦਾਂ ਹੀ। ਉਦੋਂ ਮੇਰਾ ਬ੍ਰੌਂਜ਼ ਮੈਡਲ ਸੀ, ਸੱਟ ਦਾ ਮੇਰਾ ਦਰਦ ਸੀਗਾ ਜੀ, ਮੈਥੋਂ ਖੜਿਆ ਨਹੀਂ ਜਾਂਦਾ ਸੀ ਗੱਡੀ 'ਚ। ਮੈਨੂੰ ਕੁਰਸੀ ਦੇ ਵਿੱਚ ਬਿਠਾ ਕੇ ਗੇੜਾ ਦਿੱਤਾ ਸੀ ਸਾਰੇ ਸ਼ਹਿਰ ਦੇ ਵਿੱਚ ਜੀ, ਪਿੰਡਾਂ ਦੇ ਵਿੱਚ ਜੀ। ਤੇ ਉਹ ਕਾਫਲੇ ਮਤਲਬ ਮੇਰਾ ਦਰਦ ਉਦੋਂ ਮੈਨੂੰ ਭੁਲਾਤਾ ਉਹਨਾਂ ਨੇ, ਹਾਂਜੀ ਵੀ ਮੇਰਾ ਬ੍ਰੌਂਜ਼ 골ਡ ਦੇ ਵਿੱਚ ਬਦਲਤਾ ਜੀ। ਹਾਂਜੀ ਲੋਕਾਂ ਨੇ, ਜਿਹੜੇ ਲੋਕ ਉੱਥੇ ਪਹੁੰਚੇ ਸੀ, ਮਤਲਬ ਇੰਨਾ ਮਾਣ ਸਨਮਾਨ ਇਹਨਾਂ ਨੇ ਦਿੱਤਾ ਜੀ। ਹਾਂਜੀ ਇੱਦਾਂ ਹੀ 18 ਦੇ ਵਿੱਚ ਬਹੁਤ ਵੱਡਾ ਕਾਫਲਾ ਆਏ, ਫਿਰ ਸਾਨੂੰ ਚੌਂਕ ਸਮਰਪਿਤ ਕੀਤਾ ਜੀ। ਚੌਂਕ 'ਤੇ ਸਾਨੂੰ ਲੈ ਕੇ ਗਏ ਜੀ, ਤੁਹਾਡੀਆਂ ਫੋਟੋਆਂ ਲਾਈਆਂ ਉੱਥੇ ਜੀ, ਆਪਣੇ ਕੈਂਚੀਆਂ ਮਾਨਸਾ ਕੈਂਚੀ ਚੌਂਕ 'ਤੇ ਜੀ। ਹਾਂਜੀ ਫਿਰ ਪੂਰੇ ਸ਼ਹਿਰ ਦੇ ਵਿੱਚ ਗੇੜਾ ਕੱਢਿਆ ਜੀ। ਫਿਰ ਸਾਨੂੰ ਅੱਡੋ ਅੱਡੀ ਪਿੰਡਾਂ ਦੇ ਵਿੱਚ, ਉਹਨੂੰ ਸੁਖਮੀਤ ਨੂੰ ਉੱਧਰ ਉਹਦੇ ਪਿੰਡ ਛੱਡਿਆ ਕਿਸ਼ਨਗੜ੍ਹ ਫਰਮਾਹੀ ਜੀ। ਮੈਨੂੰ ਇੱਥੇ ਛੱਡ ਕੇ ਮੇਰੇ ਨਾਲ ਜਿਹੜੀ ਕੁੜੀ ਸੀ ਉਹ ਇੱਥੇ ਤੱਕ ਆਈ। ਫਿਰ ਇੱਥੇ ਚਾਹ ਪਾਣੀ ਪਿਆ ਕੇ ਉਹਨੂੰ ਅਸੀਂ ਛੀਨੇ ਪਿੰਡ ਛੱਡ ਕੇ ਆਏ ਜੀ। ਜੀ ਹਾਂਜੀ। ਤੇ ਉਸ ਤੋਂ ਬਾਅਦ ਤੁਹਾਨੂੰ ਅਰਜਨ ਅਵਾਰਡ ਦੇ ਲਈ ਕਦੋਂ ਨੋਮੀਨੇਟ ਕੀਤਾ ਜਾਂਦਾ ਜੀ? ਇਹ ਜੀ ਮੈਂ ਸੋਚਿਆ ਨਹੀਂ ਸੀਗਾ ਕਿ ਕਿਉਂਕਿ ਮੈਂ ਤਾਂ ਗੇਮ ਛੱਡ ਚੁੱਕਾ ਸੀ 2014 ਦੇ ਵਿੱਚ ਹੀ, ਕੋਚ ਨੂੰ ਵੀ ਕਹਿ ਚੁੱਕਿਆ ਸੀ। ਮੈਨੇ ਜਿਹੜਾ ਮੇਰੀਆਂ ਖੇਡ ਪ੍ਰਾਪਤੀਆਂ ਸੀਗੀਆਂ ਜੀ, ਮੈਂ 2011 ਤੋਂ ਲੈ ਕੇ 14 ਤੱਕ 3 ਸਾਲ ਦੇ ਵਿੱਚ ਜਾਂ 4 ਸਾਲ ਦੇ ਵਿੱਚ ਆਪਾਂ ਕਹਿ ਲਈਏ ਕਿ ਉੱਦਾਂ 5 ਸਾਲ ਦੀ ਪ੍ਰਾਪਤੀਆਂ ਚਾਹੀਦੀਆਂ, ਪਰ ਮੇਰੇ 3 ਸਾਲ 'ਚ ਹੀ ਬਹੁਤ ਜ਼ਿਆਦੀਆਂ ਪ੍ਰਾਪਤੀਆਂ ਸੀ। ਮੈਨੂੰ 15 ਦੇ ਵਿੱਚ ਭਾਰਤ ਸਰਕਾਰ ਨੇ ਅਰਜੁਨ ਅਵਾਰਡ ਨਾਲ ਨਵਾਜਿਆ ਸੀਗਾ ਜੀ। ਹਾਂਜੀ ਹਾਂਜੀ। ਤੇ ਕਿਵੇਂ ਲੱਗ ਰਿਹਾ ਸੀਗਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਜਿਹੜਾ ਅਰਜਨ ਅਵਾਰਡ ਮਿਲਿਆ? ਨਹੀਂ ਤਾਂ ਕਈ ਵਾਰੀ ਇਹ ਹੁੰਦਾ ਹੈ ਵੀ ਪ੍ਰਾਪਤੀਆਂ ਬਹੁਤ ਹੁੰਦੀਆਂ ਨੇ ਖਿਡਾਰੀਆਂ ਦੀਆਂ, ਪਰ ਲਾਸਟ ਉਮਰ ਦੇ ਵਿੱਚ ਕਹਿ ਲਈਏ ਜਾਂ ਜ਼ਿੰਦਗੀ ਦੇ ਲਾਸਟ ਦੇ ਵਿੱਚ ਆ ਕੇ ਉਹਨਾਂ ਨੂੰ ਅਵਾਰਡ ਮਿਲਦੇ ਨੇ ਇੱਦਾਂ ਦੇ, ਪਰ ਤੁਹਾਨੂੰ ਛੋਟੀ ਉਮਰ ਦੇ ਵਿੱਚ ਮਿਲਿਆ, ਕਿਵੇਂ ਲੱਗਿਆ ਤੁਹਾਨੂੰ? ਉਸ ਟਾਈਮ ਮੇਰਾ ਕਹੇ ਸੀ ਕਿ ਮੈਂ ਗੇਮ ਤੋਂ ਸਾਈਡ ਹੋ ਗਿਆ ਸੀ, ਪਰ ਜਦੋਂ ਅਵਾਰਡ ਮਿਲਿਆ ਕਿਤੇ ਨਾ ਕਿਤੇ ਉਮੀਦ ਜਾਗੀ ਕਿ ਨਹੀਂ ਹੈਗਾ, ਹਜੇ ਕੁਝ ਕਰ ਸਕਦੇ ਹਾਂ। ਹਾਂਜੀ ਪਰ ਜਦੋਂ ਕੋਚ ਨੇ ਦੁਬਾਰਾ ਬੁਲਾਇਆ ਤਾਂ ਫਿਰ ਹੋਰ ਉਮੀਦ ਜਾਗ ਗਈ। ਹਾਂਜੀ ਪਰ ਅਵਾਰਡ ਜਿਹੜਾ ਮੈਨੂੰ ਮਿਲਿਆ ਸੀ, ਮੇਰੀ ਉਦੋਂ 25 ਸਾਲ ਉਮਰ ਹੋ ਗਈ 2015 ਦੇ ਵਿੱਚ ਹੀ। ਜੀ ਤੇ ਵੀ ਇੰਨੀ ਘੱਟ ਉਮਰ ਦੇ ਵਿੱਚ ਮੈਨੂੰ ਇਹ ਅਵਾਰਡ ਮਿਲਿਆ ਹੈਗਾ, ਵੀ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਸੀ, ਕਿਉਂਕਿ ਮਾਨਸਾ ਜ਼ਿਲ੍ਹੇ ਦਾ ਸ਼ਾਇਦ ਮੈਂ ਪਹਿਲੇ ਅਰਜੁਨ ਅਵਾਰਡੀ ਹਾਂ ਜੀ। ਹਾਂਜੀ। ਤੇ ਇਹ ਕਿੱਥੇ ਮਿਲਿਆ ਸੀ, ਕਿਹਨਾਂ ਨੇ ਦਿੱਤਾ ਸੀ? ਇਹ ਦਿੱਲੀ ਦੇ ਵਿੱਚ ਮਿਲਿਆ ਸੀ ਜੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਉਹਨਾਂ ਦੇ ਹੱਥੋਂ ਮਿਲਿਆ ਸੀ। ਤੇ ਉਸ ਤੋਂ ਬਾਅਦ ਗੱਲ ਕਰੀਏ, ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਸਨਮਾਨਿਆ ਗਿਆ, ਮਾਨਸਾ ਵੱਲੋਂ ਵੀ ਮਾਨਸਾ ਦੇ ਜਿਹੜਾ ਅਵਾਰਡ ਦੇ ਨਾਲ ਸਨਮਾਨਿਆ ਗਿਆ। ਤੇ ਇਹ ਕਿੱਥੇ, ਕਦੋਂ, ਤੇ ਇਸ ਤੋਂ ਬਿਨਾਂ ਤੁਹਾਨੂੰ ਹੋਰ ਕੀ ਕੀ ਜਿਹੜੇ ਮਾਨ ਸਨਮਾਨ ਨੇ ਇਸ ਦੇ ਸੰਬੰਧ 'ਚ ਹੋਏ ਹੈ? 2019 ਦੇ ਵਿੱਚ ਮੈਨੂੰ ਜੀ ਕੈਪਟਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਵਾਜਿਆ। ਉਦੋਂ ਮੈਂ ਇਕੱਲਾ ਹੀ ਨਹੀਂ, ਆਪਣੇ ਪੰਜਾਬ ਦੇ 110 ਪਲੇਅਰ ਸੀਗੇ, ਨਵੇਂ ਪੁਰਾਣੇ ਸਾਰੇ ਮਿਲਾ ਕੇ ਜਿਹੜੇ ਰਹਿ ਚੁੱਕੇ ਸੀਗੇ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਸੀ। ਵੀ ਉਦੋਂ ਵੀ ਮੈਂ ਕਿਹਾ ਸੀਗਾ ਵੀ ਅਗਰ ਪਲੇਅਰ ਨੂੰ ਉਹਦੇ ਟਾਈਮ ਟੂ ਟਾਈਮ ਸਨਮਾਨਿਤ ਕੀਤਾ ਜਾਵੇ ਤਾਂ ਉਹਦਾ ਉਤਸ਼ਾਹ ਵੱਧਦਾ ਜੀ। ਹਾਂਜੀ। ਤੇ ਉਦੋਂ ਅਸੀਂ ਗੱਲ ਕੀਤੀ ਵੀ, ਤੇ ਉਹ ਹਰ ਸਾਲ ਕਹਿ ਰਹੇ ਸੀ ਅਸੀਂ ਹਰ ਸਾਲ ਵੀ ਇਹ ਜਿਹੜੇ ਅਵਾਰਡ ਨੇ ਦਿਆ ਕਰਾਂਗੇ। ਫਿਰ ਪਿੱਛੇ ਕਰੋਨਾ ਆ ਗਿਆ ਹੁਣ 20 ਦੇ ਵਿੱਚ ਹੀ, ਉਹਦੇ ਕਾਰਨ ਸ਼ਾਇਦ ਨਹੀਂ ਦੇ ਪਾਏ ਹੋਈ, ਪਰ ਉਹਦੇ ਨਾਲ ਕੀ ਹੈ, ਪਲੇਅਰ ਦਾ ਉਤਸ਼ਾਹ ਵੱਧਦਾ ਜੀ। ਹਾਂਜੀ। ਇੱਦਾਂ ਹੀ ਮੈਨੂੰ 2018 ਦੇ ਵਿੱਚ ਹੀ ਤੁਸੀਂ ਖੇਡ ਕੇ ਆਏ ਸੀ, ਮਾਨਸਾ ਦੇ ਅਵਾਰਡ ਦਿੱਤਾ ਜੀ, ਫਕਰੇ ਮਾਨਸਾ ਅਵਾਰਡ ਦਿੱਤਾ ਜੀ। ਇੱਦਾਂ ਹੀ ਕੋਟਲੀ ਸ਼ਾਹੀਆਂ ਜੀ, ਨਵਦੀਪ ਸਿੰਘ ਗਿੱਲ ਨੇ ਜੀ, ਪੱਤਰਕਾਰ ਨੇ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਦੇ ਥਰੂ ਮੈਨੂੰ ਕਮਲਜੀਤ ਖੇਡਾਂ ਜੀ ਦੇ ਵਿੱਚੋਂ ਮੈਨੂੰ 2 ਵਾਰ ਹਰਜੀਤ ਬਾਜਾ ਖਾਨਾ ਜੀ ਯਾਦਗਾਰੀ ਖੇਡ ਅਵਾਰਡ ਮਿਲਿਆ ਜੀ। ਉਸ ਤੋਂ ਬਾਅਦ ਪੰਜਾਬ ਗੌਰਮਈ ਅਵਾਰਡ ਮਿਲਿਆ ਜੀ। ਹੋਰ ਬਹੁਤ ਨੇ ਜੀ, ਇੱਕ ਯੂਥ ਟਰਨ HT ਯੂਥ ਟਰਨ ਜੀ, ਹਿੰਦੁਸਤਾਨ ਟਾਈਮਜ਼ ਦੇ 5 ਸਟੇਟਾਂ ਦਾ ਅਵਾਰਡ ਹੁੰਦਾ, ਟੌਪ 30 ਅੰਡਰ 30, ਉਦੋਂ ਮੈਨੂੰ ਉਹ ਅਵਾਰਡ ਮਿਲਿਆ ਜੀ। ਹੋਰ ਬਹੁਤ ਅਵਾਰਡ ਨੇ ਜਿਹੜੇ ਮੇਰੇ ਹੁਣ ਕੁਝ ਯਾਦ ਨਹੀਂ ਹੈ, ਜਿਹੜੇ ਮੈਨੂੰ ਕਿਸੇ ਸੰਸਥਾ ਨੇ, ਕਦੇ ਕਿਸੇ ਸੰਸਥਾ ਨੇ ਜਿਹੜੇ ਨਵਾਜੇ ਜੀ। ਤੇ ਪ੍ਰਮੋਸ਼ਨ ਤੁਹਾਡੀ ਜਿਹੜੀ ਮੇਜਰ ਸੂਬੇਦਾਰ ਬਣੇ ਹੋ, ਇਹ ਕਦੋਂ ਬਣੀ ਸੀ? ਇਹ ਮੈਂ ਇਸੇ ਸਾਲ ਬਣਿਆ ਜੀ, ਇਹ ਸੂਬੇਦਾਰ ਮੇਜਰ ਬਣਿਆ ਜੀ ਮੈਂ 1 ਮਾਰਚ 2021 ਨੂੰ ਜੀ। ਜੀ। ਹਾਂਜੀ।
ਤੇ ਉਸ ਤੋਂ ਪਹਿਲਾਂ ਮਤਲਬ ਜਿਵੇਂ ਜਿਵੇਂ ਤੁਹਾਡੇ ਮੈਡਲ ਆਉਂਦੇ ਸੀ ਉਸ ਤਰੀਕੇ ਦੇ ਨਾਲ ਹੀ ਮਤਲਬ ਤੁਹਾਨੂੰ ਪ੍ਰਮੋਟ ਕੀਤਾ ਜਾਂਦਾ ਸੀ। ਹਾਂਜੀ, ਜਿੱਦਾਂ ਮੈਂ ਦੱਸਿਆ ਕਿ 2011 ਦੇ ਵਿੱਚ ਮੈਂ ਜਿਹੜਾ ਬ੍ਰੌਂਜ਼ ਮੈਡਲ ਲਿਆ ਸੀਗਾ ਜੀ, ਪਹਿਲਾ ਮੇਰਾ ਇੰਟਰਨੈਸ਼ਨਲ, ਜਿੱਥੋਂ ਮੇਰੀ ਸ਼ੁਰੂਆਤ ਹੋਈ ਇੰਟਰਨੈਸ਼ਨਲ ਦੀ, ਉੱਥੋਂ ਮੈਂ ਹਵਲਦਾਰ ਬਣਿਆ ਜੀ, 3 ਸਾਲ ਨੌਕਰੀ ਸੀ ਉਦੋਂ ਮੇਰੀ। ਫਿਰ 2013 ਦੇ ਵਿੱਚ ਮੈਂ ਫਿਰ ਇੰਟਰਨੈਸ਼ਨਲ ਦਾ 골ਡ ਲਿਆ ਜੀ, ਚਾਈਨਾ ਦੇ ਵਿੱਚੋਂ, ਏਸ਼ੀਆ ਦਾ, ਉਹ 'ਚੋਂ ਫਿਰ ਮੈਂ ਨਾਇਬ ਸੂਬੇਦਾਰ ਬਣਿਆ ਜੀ। ਫਿਰ ਉਸ ਤੋਂ ਬਾਅਦ ਸਾਡਾ ਜਿਹੜਾ ਆਊਟ ਆਫ 2 ਹੀ ਪ੍ਰਮੋਸ਼ਨ ਮਿਲਦੇ ਨੇ ਫੌਜ ਦੇ ਜੀ। ਉਸ ਤੋਂ ਬਾਅਦ ਜਿਹੜਾ ਅਗਲਾ ਰੈਂਕ ਮਿਲਣਾ ਹੁੰਦਾ ਉਹ ਯੂਨਿਟ ਦੀ ਸਟਰੈਂਥ ਦੇ ਹਿਸਾਬ 'ਤੇ ਮਿਲਦਾ ਜੀ, ਸੀਨੀਅਰਟੀ ਦੇ ਹਿਸਾਬ 'ਤੇ ਜੀ। ਉਹ ਮੈਨੂੰ 2016 ਦੇ ਵਿੱਚ 1 ਅਪ੍ਰੈਲ 2016 ਨੂੰ ਮੈਂ ਸੂਬੇਦਾਰ ਬਣਿਆ ਸੀ। ਫਿਰ ਜਾ ਕੇ ਮੈਂ 2021 ਦੇ ਵਿੱਚ 4 ਸਾਲ ਬਾਅਦ 1 ਅਪ੍ਰੈਲ ਹੁਣ ਮੈਂ ਸੂਬੇਦਾਰ ਮੇਜਰ ਬਣਿਆ ਜੀ। ਇਸ ਤੋਂ ਬਾਅਦ ਜਿਹੜੀ ਮੇਰੀ ਹੁਣ ਤੱਕ ਦੀ 12.5 ਸਾਲ ਦੇ ਵਿੱਚ ਮੈਂ ਸੂਬੇਦਾਰ ਮੇਜਰ ਬਣ ਗਿਆ ਜੀ, ਜਿਹੜਾ ਕਿ ਘੱਟੋ ਘੱਟ ਜੇ ਮੈਂ ਨਾਰਮਲ ਡਿਊਟੀ ਕਰਦਾ ਜੀ ਤਾਂ ਅਜੇ ਤੱਕ ਮੈਂ ਨੈਕ ਹੀ ਹੁੰਦਾ ਜੀ, ਮੈਂ ਹੌਲਦਾਰ ਵੀ ਨਹੀਂ ਬਣ ਪਾਉਣਾ ਸੀ। ਇਹ ਸਾਰਾ ਕੁਝ ਖੇਡਾਂ ਦੇ ਬਦੌਲਤ ਹੋਇਆ ਜੀ। ਹਾਂਜੀ ਹਾਂਜੀ, ਬਿਲਕੁਲ ਜੀ। ਅੱਛਾ ਬਾਈ ਜੀ, ਗੱਲ ਕਰੀਏ ਆਪਾਂ ਵੀ ਜਦੋਂ ਵੀ ਤੁਹਾਡਾ ਕੋਈ ਮੈਡਲ ਆਉਂਦਾ ਸੀ ਤੇ ਸਰਕਾਰਾਂ ਵੱਲੋਂ ਤੁਹਾਨੂੰ ਮਤਲਬ ਕਿ ਕੀ ਕੁਝ ਮਿਲਦਾ ਰਿਹਾ, ਕੀ ਤੁਹਾਡੀ ਮਦਦ ਹੁੰਦੀ ਰਹੀ ਹੈ ਸਰਕਾਰਾਂ ਵੱਲੋਂ? ਹਾਂਜੀ, ਸਮੇਂ ਦੀਆਂ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਸੀ, ਜਦੋਂ ਅਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਸੀਗੇ, ਮੈਡਲ ਏਸ਼ੀਅਨ ਚੈਂਪੀਅਨਸ਼ਿਪ ਹੋਵੇ, ਏਸ਼ੀਅਨ ਗੇਮ ਹੋਵੇ ਜਾਂ ਹੋਰ ਵੀ ਕੋਈ ਇਸ ਤੋਂ ਉੱਪਰ ਦਾ ਕੋਈ ਓਲੰਪਿਕ ਖੇਡ ਕੇ ਆਉਂਦਾ ਜੀ, ਸਿਰਫ ਜਿਹੜਾ ਮੈਡਲ ਲਿਸਟ ਸੀ ਉਹਨਾਂ ਨੂੰ ਸਾਨੂੰ ਟਾਈਮ ਟੂ ਟਾਈਮ ਸਾਡਾ ਕੈਸ਼ ਪ੍ਰਾਈਜ਼ ਹੈ ਜਾਂ ਉੱਦਾਂ ਮਾਣ ਸਤਿਕਾਰ ਹੈ ਜਿਵੇਂ ਸਟੇਟ ਅਵਾਰਡ ਹੈ, ਇਹ ਟਾਈਮ ਟੂ ਟਾਈਮ ਸਾਨੂੰ ਮਿਲਿਆ ਜੀ। ਹਾਂਜੀ, ਇਹ ਸਰਕਾਰਾਂ ਨੇ, ਮੈਂ ਚੰਗੀ ਗੱਲ ਮੰਨਦਾ ਕਿ ਕਿਉਂਕਿ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਜੇ ਸਰਕਾਰਾਂ ਟਾਈਮ ਟਾਈਮ ਮਾਣ ਸਤਿਕਾਰ ਕਰਦੀਆਂ ਤਾਂ ਖਿਡਾਰੀ ਦਾ ਉਤਸ਼ਾਹ ਵੱਧਦਾ ਜੀ। ਹਾਂਜੀ, ਬਿਲਕੁਲ ਜੀ। ਹੋਰ ਲੋਕਾਂ ਨੂੰ ਵੀ ਫਿਰ ਇਸ ਚੀਜ਼ ਦਾ ਹੁੰਦਾ ਨਾ ਜੀ। ਹਾਂਜੀ, ਫੇਰ ਹੀ ਵੱਧਦਾ। ਜਿਹੜੇ ਅਗਲੇ ਬੱਚੇ ਨੇ, ਅਗਲੀ ਆਉਣ ਵਾਲੀ ਜਨਰੇਸ਼ਨ ਆ, ਉਹ ਫੇਰ ਹੀ ਪ੍ਰੇਰਿਤ ਹੁੰਦੇ ਕਿ ਵਾਕਈ ਜੇ ਇਹਨੇ ਪਹਿਲਾਂ ਘਰ ਖਾਧਾ ਸੀ ਤਾਂ ਅੱਜ ਘਰ ਬਣਾਇਆ ਬਣਾਇਆ। ਹਾਂਜੀ, ਬਿਲਕੁਲ ਜੀ। ਸੋ ਅੱਜ ਕੱਲ੍ਹ ਬਾਈ ਤੁਸੀਂ ਆਰਮੀ ਦੇ ਵਿੱਚ ਨਾਰਮਲ ਡਿਊਟੀ ਕਰਦੇ ਹੋ ਜਾਂ ਗੇਮ ਵਗੈਰਾ ਵੀ ਕਰਦੇ ਹੋ? ਮੈਂ ਜੀ ਗੇਮ ਕਰਦਾ ਹੀ ਗਿਆ ਸੀਗਾ। ਹੁਣ ਜਦੋਂ ਮੇਰਾ ਇਹ ਰੈਂਕ ਆ ਗਿਆ ਜੀ, ਇਹ ਰੈਂਕ ਦਾ ਇਹ ਸਿਸਟਮ ਹੁੰਦਾ, ਜਿੱਥੇ ਰੈਂਕ ਲੱਗਣਾ ਹੁੰਦਾ ਉੱਥੇ ਜਾ ਕੇ ਆਪਣਾ ਪ੍ਰਮੋਸ਼ਨ ਲਾਉਣਾ ਪੈਂਦਾ ਹੈ, ਕਿਉਂਕਿ ਪੋਸਟਿੰਗ ਚੇਂਜ ਹੋ ਜਾਂਦੀ ਹੈ। ਹਾਂਜੀ। ਅਤੇ ਇਸ ਤੋਂ ਬਾਅਦ ਜਿਹੜੀ ਮੇਰੀ ਨੌਕਰੀ ਉਹ 4 ਸਾਲ ਹੀ ਬਚਦੀ ਹੈ ਜੀ। ਤਾਂ 12.5 ਸਾਲ ਦੀ ਮੇਰੀ ਇਹ ਰੈਂਕ ਆ ਗਿਆ, ਤਾਂ ਤਕਰੀਬਨ 16 ਸਾਲਾਂ ਦੇ ਵਿੱਚ ਮੈਂ, ਜੇ ਮੇਰੇ ਅਗਲੇ ਰੈਂਕ ਆਉਂਦੇ ਨੇ ਆਨਰਰੀ ਕੈਪਟਨ ਸ਼ਾਇਦ, ਤਾਂ ਮੈਂ ਰਿਟਾਇਰ ਆ ਸਕਦਾ ਜੀ। ਪਰ ਹੁਣ ਮੈਂ ਨਾਲ ਨਾਲ ਆਪਣੀ ਡਿਊਟੀ ਵੀ ਦੇਖ ਰਿਹਾ ਗਾ। ਕੈਂਪ 'ਚ ਮੇਰਾ ਨਾਮ ਵੀ ਹੈ ਜੀ, ਪਰ ਆਹ ਕਰੋਨਾ ਕਰਕੇ ਕੈਂਪ ਸਾਰੇ ਕਲੋਜ਼ ਕੀਤੇ ਹੋਏ ਨੇ। ਵੀ ਉਹਨਾਂ ਚਿਰ ਮੈਂ ਜਿੱਥੇ ਮੇਰੀ ਫੌਜ ਨੇ ਡਿਊਟੀ ਲਾਈ ਹੈ, ਮੈਂ ਉੱਥੇ ਡਿਊਟੀ ਵੀ ਨਿਭਾ ਰਿਹਾ ਜੀ। ਅਤੇ ਨਾਲ ਨਾਲ ਜਿਹੜੇ ਉੱਥੇ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਪੂਨੇ ਜੀ, ਆਪਣੇ ਤਿੰਨੋਂ ਸੈਨਾਵਾਂ ਦੀ ਜਿਹੜੀ ਉੱਥੇ ਟ੍ਰੇਨਿੰਗ ਹੁੰਦੀ ਹੈ ਆਫਿਸਰਾਂ ਦੀ, ਉੱਥੇ ਮੈਂ ਹੁਣ ਤੈਨਾਤ ਹਾਂ। ਅਤੇ ਉੱਥੇ ਹੀ ਮੈਂ ਜਿਹੜੇ ਕੈਡਟ ਆਉਂਦੇ ਨੇ ਉੱਥੇ ਰੋਇੰਗ ਉਹਨਾਂ ਨੂੰ ਸਿਖਾਉਣਾ ਜੀ। ਉੱਥੇ ਰੋਇੰਗ ਦਾ ਹੈਗਾ ਥੋੜ੍ਹਾ ਜਿਹਾ ਸਿਖਾਉਣ ਵਾਸਤੇ ਕਲੱਬ ਵਗੈਰਾ ਜੀ। ਜੀ। ਹਾਂਜੀ। ਸੋ ਦੋਸਤੋ, ਹੁਣ ਸਾਡੇ ਨਾਲ ਨੇ ਸਰਦਾਰ ਸਵਰਨ ਸਿੰਘ ਜੀ ਵਿਰਕ, ਸੂਬੇਦਾਰ ਸਾਹਿਬ ਦੇ ਮਾਤਾ ਜੀ, ਸਰਦਾਰਨੀ ਸੁਰਜੀਤ ਕੌਰ ਜੀ। ਆਓ ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਾਂ ਬਾਤਾਂ ਕਿ ਬਚਪਨ ਦੇ ਵਿੱਚ ਕਿਸ ਤਰ੍ਹਾਂ ਦੇ ਸੀ ਅਤੇ ਅੱਜ ਉਹ ਕੀ ਮਹਿਸੂਸ ਕਰਦੇ ਨੇ। ਹਾਂਜੀ ਮਾਤਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਾਤਾ ਜੀ, ਸਵਰਨ ਜਦੋਂ ਛੋਟਾ ਸੀ ਬਚਪਨ ਦੇ ਵਿੱਚ, ਉਦੋਂ ਇਹ ਕਿੰਨੀਆਂ ਕੁ ਸ਼ਰਾਰਤਾਂ ਕਰਦਾ ਸੀ, ਕਿੱਦਾਂ ਦਾ ਸੁਭਾਅ ਸੀ ਇਹਦਾ ਜੀ? ਸੁਭਾਅ ਤਾਂ ਇਹਦਾ ਠੀਕ ਸੀ, ਸ਼ਰਾਰਤਾਂ ਥੋੜ੍ਹੀਆਂ ਕਰਦਾ ਹੁੰਦਾ ਸੀ ਇਹ, ਪਰ ਜਦੋਂ ਪੜ੍ਹਾਈ 'ਚ ਨਲਾਇਕ ਸੀ ਥੋੜ੍ਹਾ ਜਿਹਾ। ਇਹਨੂੰ ਮੈਂ ਹੀ ਬਸ ਆ ਕਰਦੀ ਸੀ ਖੇਚਲ ਵੀ ਪੜ੍ਹ ਲੈ ਅਤੇ ਚੱਲ ਵੀ ਕੁਛ ਬਣ ਜਾਏਗਾ। ਕਰਦੇ ਕਹਿੰਦੇ ਸੀ ਉਹਨੇ ਵੈਸਾ ਮਗਰ ਲਾਉਂਦੀ ਕਿਉਂ ਨਹੀਂ ਹੋ? ਮੈਂ ਕਿਹਾ ਨਹੀਂ, ਮੈਂ ਪੜ੍ਹਾਵਾਂਗੀ, ਕੁਛ ਬਣ ਜਾਏਗਾ। ਮਾਵਾਂ ਤਾਂ ਬਹੁਤ ਕੁਛ ਸੋਚਦੀਆਂ ਨੇ ਬੱਚਿਆਂ ਵਾਸਤੇ। ਹਾਂਜੀ। ਅਤੇ ਪਰ ਮਿਹਨਤ ਕਰਕੇ ਬਣ ਗਿਆ ਸਭ ਕੁਛ, ਜਿਵੇਂ ਮੈਂ ਸੋਚਦੀ ਸਾਂ। ਬਹੁਤ ਖੁਸ਼ੀ ਮੈਨੂੰ ਹੁੰਦੀ ਹੁਣ। ਮਤਲਬ ਤੁਹਾਡੇ ਮਨ ਦੇ ਵਿੱਚ ਹੈਗਾ ਸੀ ਵੀ ਇਹ ਕੁਛ ਨਾ ਕੁਛ ਆਉਣ ਵਾਲੇ ਟਾਈਮ 'ਚ ਕਰੂ? ਕੱਦ ਕਾਠ ਵੇਖ ਕੇ ਮੈਂ ਸੋਚਦੀ ਸਾਂ ਵੀ ਬਣੇਗਾ ਕੁਛ ਨਾ ਕੁਛ। ਕੁਛ ਇਹਨਾਂ ਦਾ ਦਾਦਾ ਜੀ ਬਣਾਉਂਦਾ ਸੀ, ਕੁੜੀ ਨੂੰ ਖੁਰਾਕ ਦਿਆ ਕਰ, ਇਹਨੇ ਆਉਂਦੇ ਸਾਲ ਨੂੰ ਭਰਤੀ ਹੋ ਜਾਣਾ। ਅਤੇ ਉਹ ਮੇਰੇ ਮਨ 'ਚ ਖੁਸ਼ੀ ਸੀ ਵੀ ਚੱਲ ਕੁਛ ਬਣ ਜਾਏਗਾ। ਕਿੰਨਾ ਕੁ ਤੰਗ ਕਰਦੇ ਸੀ ਤੁਹਾਨੂੰ? ਤੰਗ ਤਾਂ ਛੋਟਾ ਹੁੰਦਾ, ਫਿਰ ਜੇ ਖੇਡ ਦਾ ਕੰਮ ਤਾਂ ਕਰਦਾ ਰਹਿੰਦਾ। ਜੇ ਅੜ ਜਾਂਦਾ ਫਿਰ ਐ ਨਹੀਂ ਪਤਾ ਕਿੱਧਰ ਨੂੰ ਤੁਰਲੀ ਮਾਰ ਕੇ ਨਿਕਲ ਜਾਂਦਾ, ਪਤਾ ਨਹੀਂ ਸੀ ਲੱਗਦਾ। ਲੱਭਦੀ ਰਹਿ ਜਾਂਦੀ, ਮਗਰ ਤੁਰੀ ਫਿਰਦੀ, ਲੱਭਦੀ ਫਿਰਦੀ ਇਹਨੂੰ ਮੈਂ। ਇਹਦੀ ਇਹ ਸ਼ਰਾਰਤਾਂ ਸੀ। ਤੇ ਕਹਿੰਦੇ ਕਿਸੇ ਪਾਸੇ ਜਾਂਦਾ, ਕਿਸੇ ਪਾਸੇ ਸੀ। ਪੜ੍ਹਾਈ ਲਈ ਮੈਂ ਸਕੂਲ ਘੱਲਦੀ ਅਤੇ ਜਾ ਕੇ ਆਪਦੇ ਤਾਏ ਘਰ ਲੋਕ ਕੇ ਬਹਿ ਜਾਂਦਾ। ਉੱਧਰੋਂ ਮੈਂ ਕਿਸੇ ਮੁੰਡੇ ਨੂੰ ਘੱਲ ਕੇ ਮੰਗਾ ਕੇ ਫਿਰ ਇਹਨੂੰ ਮੈਂ ਟਿਊਸ਼ਨ ਤੋਰਦੀ। ਅਤੇ ਇਹਦਾ ਬ੍ਰਦਰ ਜਿਹੜਾ ਸੀ ਉਹ ਨਹੀਂ ਸੀ ਇਸ ਤਰ੍ਹਾਂ ਦਾ। ਉਹ ਪਸ਼ੂ ਵੀ ਵਧੀਆ ਚਾਰਦਾ, ਕੰਮ ਵੀ ਵਧੀਆ ਕਰਦਾ ਸੀ, ਜਿਹੜੇ ਕੰਮ ਪਾਸੇ ਕਰਨਾ ਪੂਰਾ ਕਰਦਾ। ਇਹ ਥੋੜ੍ਹਾ ਜਿਹਾ ਢੀਠ ਸੀ, ਜਿੱਧਰ ਮੋੜਦਾ ਉੱਧਰ ਮੁੜਦਾ ਨਹੀਂ ਸੀ ਹੁੰਦਾ। ਅੱਗੋਂ ਅੜੀ ਕਰਦਾ, ਆਂਦਾ ਮੈਂ ਨਹੀਂ ਜਾਣਾ, ਨਹੀਂ ਕਰਨਾ। ਅਤੇ ਫਿਰ ਮੈਨੂੰ ਇਹ ਲੜਦੇ ਆਂਦੇ ਤੂੰ ਇਹਨੂੰ ਕਿਉਂ ਕਰਦੀ, ਇਹਨੂੰ ਰਹਿਣ ਦੇ ਇਸ ਤਰ੍ਹਾਂ। ਮੈਂ ਕਿਹਾ ਨਹੀਂ, ਮੈਂ ਕੁਛ ਕਰ ਲਏਗਾ, ਮਿਹਨਤ ਕਰੇਗਾ, ਕੁਛ ਬਣ ਹੀ ਜਾਏਗਾ। ਆਹ ਮੈਨੂੰ ਖੁਸ਼ੀ ਸੀ ਇਹਦੇ ਮਨ ਵਿੱਚ। ਤੇ ਘਰ ਦੇ ਜਿਹੜੇ ਹਾਲਾਤ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਕਿੱਦਾਂ ਸੀ? ਸਾਡੇ ਬਹੁਤ ਮਾੜੇ ਸੀ, ਬਹੁਤ ਤੰਗੀ ਕੱਟੀ ਹੈ, ਬਹੁਤ ਔਖੇ ਦਿਨ ਕੱਟ ਕੇ ਇਹਨਾਂ ਨੂੰ ਬੜੇ ਮਿਹਨਤ ਨਾਲ ਇਹਨਾਂ ਨੂੰ ਔਖਿਆਂ ਸੌਖਿਆਂ ਪੜ੍ਹਾਇਆ ਹੈ। ਬਹੁਤ ਗਰੀਬੀ ਕੱਟੀ ਅਸੀਂ।
ਤੇ ਹੁਣ ਛੋਟੀ ਉਮਰ ਦੇ ਵਿੱਚ ਹੀ ਸਵਰਨ ਬਾਈ ਨੇ ਅਰਜਨ ਅਵਾਰਡ, ਸਟੇਟ ਅਵਾਰਡ, ਹੋਰ ਅਨੇਕਾਂ ਅਵਾਰਡ ਜਿੱਤੇ ਨੇ। ਭਾਰਤ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਉੱਚਾ ਕੀਤਾ ਤੇ ਇੱਕ ਇਸ ਮਾਨਸਾ ਦੇ ਛੋਟੇ ਜਿਹੇ ਪਿੰਡ ਨੂੰ ਪੂਰੀ ਦੁਨੀਆ ਦੇ ਵਿੱਚ ਚਮਕਾਇਆ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ? ਬਹੁਤ ਖੁਸ਼ੀ ਮਹਿਸੂਸ ਕਰਨੇ ਆ ਵੀ ਇਸ ਤਰ੍ਹਾਂ ਦੇ ਬੱਚੇ ਸਭ ਦੇ ਹੋਣ ਜਿਹੜੇ ਉੱਚਾ ਨਾਂ ਕਰਨ, ਰੋਸ਼ਨ ਕਰਨ, ਜ਼ਿਲ੍ਹੇ ਦਾ ਨਾਂ ਉੱਚਾ ਕੀਤਾ, ਦੇਸ਼ ਦਾ ਉੱਚਾ ਕੀਤਾ, ਮਾਂ ਪਿਓ ਦਾ ਨਾਂ ਉੱਚਾ ਕੀਤਾ। ਸੋ ਵੀ ਸੋਚ ਆਨੇ ਵੀ ਬੜੀ ਖੁਸ਼ੀ ਹੈ, ਸਾਨੂੰ ਮਹਿਸੂਸ ਹੁੰਦੀ ਹੈ ਵੀ ਬੱਚੇ ਸਭ ਦੇ ਇਸ ਤਰ੍ਹਾਂ ਦੇ ਹੋਣ। ਅੱਛਾ ਸਵਰਨ ਬਾਈ, ਜਿਵੇਂ ਮਾਤਾ ਜੀ ਨੇ ਦੱਸਿਆ ਤੁਹਾਡੀ ਸ਼ਿਕਾਇਤ ਵੀ ਹੈ ਕਿ ਵਿੱਚ ਬਚਪਨ ਦੇ ਵਿੱਚ ਤੁਸੀਂ ਥੋੜਾ ਜਿਹਾ ਸ਼ਰਾਰਤਾਂ ਬਹੁਤ ਕਰਦੇ ਸੀ ਤੇ ਜਦੋਂ ਤੁਸੀਂ ਸਕੂਲ ਚੋਂ ਆਏ ਤੇ ਫਿਰ ਖੇਤ ਵੀ ਜਾਂਦੇ, ਮੱਝਾਂ ਮੁੱਝਾਂ ਚਾਰਦੇ, ਮਾੜਾ ਮੋਟਾ ਤਾਂ ਕੁਝ ਕਰਦੇ ਸੀ? ਹਾਂਜੀ ਕਰਦੇ ਸੀ ਕੰਮ। ਹਾਂਜੀ, ਮੈਂ ਮਾਤਾ ਨੇ ਸਹੀ ਦੱਸਿਆ ਜੀ। ਮੈਂ ਥੋੜਾ ਜਿਹਾ ਕੰਮ ਕਰਨ ਥੋੜਾ ਢੀਠ ਸੀਗਾ ਜੀ। ਭਰਾ ਮੇਰੇ ਨੂੰ ਫਿਕਰ ਸੀ ਸ਼ਾਇਦ ਘਰ ਦੇ ਹਾਲਾਤਾਂ ਦਾ ਜੀ, ਤੇ ਮੈਨੂੰ ਉਸ ਟਾਈਮ ਤੇ ਇੱਕ ਉਮਰ ਹੀ ਉਹੋ ਜਿਹੀ ਹੁੰਦੀ ਆ ਨਾ ਹਾਂਜੀ ਕਿ ਸ਼ਾਇਦ ਮੈਨੂੰ ਇਹ ਚੀਜ਼ਾਂ ਬਾਰੇ ਹਜੇ ਖਿਆਲ ਨਹੀਂ ਸੀ, ਮੇਰਾ ਗਿਆਨ ਨਹੀਂ ਸੀ ਉਨਾ ਜੀ। ਕਿ ਮੈਂ ਛੋਟਾ ਸੀਗਾ, ਇੱਕ ਛੋਟਾ ਕਹਿੰਦੇ ਲਾਡਲਾ ਹੁੰਦਾ ਨਾ ਜੀ। ਹਾਂਜੀ ਹਾਂਜੀ ਤੇ ਕੁੱਟ ਵੀ ਬਹੁਤ ਖਾਧੀ ਆ ਮਾਤਾ ਤੋਂ ਜੀ, ਜੀ। ਝਾੜੂ ਨਾਲ ਵੀ ਕੁੱਟ ਖਾਧੀ ਆ ਜੀ। ਅੱਛਾ ਜੀ। ਮੈਂ ਸਕੂਲੋਂ ਆਉਣਾ ਜੀ, ਆ ਕੇ ਮੈਨੂੰ ਆਪਣਾ ਨਾਮ ਲਿਖਣ ਦਾ ਸ਼ੌਂਕ ਹੁੰਦਾ ਸੀ ਤੇ ਮੈਂ ਕਦੇ ਕਾਲੇ ਤੇਲ ਨਾਲ ਲਿਖ ਦੇਣਾ ਜੀ ਕੰਧਾਂ ਤੇ ਜੀ, ਉਹਦੇ ਪਿੱਛੇ ਕੁੱਟ ਖਾਣੀ ਜੀ। ਫਿਰ ਪੇਟੀਆਂ ਢੱਲੋ ਕੇ ਜਾਣਾ ਜੀ, ਫਿਰ ਜਿਹੜੇ ਕੋਈ ਲੱਕੜ ਦੀ ਕੋਈ ਚੀਜ਼ ਮਿਲਦੀ ਪ੍ਰਕਾਰ ਨਾਲ ਉਹਦੇ 'ਤੇ ਨਾਮ ਲਿਖੀ ਜਾਣਾ ਜੀ। ਵੀ ਉਹ ਕਿਤੇ ਨਾ ਕਿਤੇ ਜਿਹੜਾ ਮੈਂ ਆਪਣਾ ਨਾਮ ਲਿਖਦਾ ਸੀਗਾ, ਜਦੋਂ ਮੈਂ 13 ਦਾ ਮੈਡਲ ਜਿੱਤਿਆ ਸੀ ਤਾਂ ਉਹਨੂੰ ਲਿਖਿਆ ਕਿ ਸਵਰਨ ਨੇ ਜਿੱਤਿਆ ਸਵਰਨ ਹੀ, ਤਾਂ ਸ਼ਾਇਦ ਮੇਰਾ ਨਾਮ ਜਿਹੜਾ ਸਵਰਨ ਹੈ, ਸਵਰਨ ਦਾ ਮਤਲਬ ਹੈ ਸੁਨਹਿਰਾ, ਗੋਲਡ, ਹੈ ਨਾ ਜੀ। ਹਾਂਜੀ ਤੇ ਜਦੋਂ ਮੈਂ ਉਹ ਗੋਲਡ ਜਿੱਤਿਆ ਸੀਗਾ ਜੀ 13 ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ, ਉਹ ਹਿੰਦੀ ਅਖਬਾਰ ਨੇ ਲਗਾਇਆ ਸੀਗਾ ਸਵਰਨ ਨੇ ਜਿੱਤਾ ਸਵਰਨ ਹੀ। ਫਿਰ ਮੈਨੂੰ ਆਪਣੇ ਨਾਮ ਦਾ ਮਤਲਬ ਪਤਾ ਲੱਗਿਆ ਕਿ ਜਿਹੜਾ ਮੈਂ ਆਪਣਾ ਨਾਮ ਲਿਖਦਾ ਸੀ ਸ਼ਾਇਦ ਇਹ ਵੀ ਪ੍ਰਮਾਤਮਾ ਮੈਥੋਂ ਲਿਖਾਉਣਾ ਸਹੀ ਲਿਖਾਉਂਦਾ ਸੀ, ਹੈ ਨਾ ਜੀ। ਹਾਂਜੀ ਤਾਂ ਉਹ ਚੀਜ਼ ਯਾਦ ਆ ਜੀ, ਹਜੇ ਵੀ ਕੁੱਟੋ ਵੀ ਯਾਦ ਆ ਜੀ। ਹੂੰ। ਤੇ ਉਹ ਘਰ ਦੇ ਜਿਹੜੇ ਹਾਲਾਤ ਸੀ ਉਹ ਵੀ ਯਾਦ ਨੇ। ਦੇਖੋ ਉਹ ਬੰਦਾ ਕਦੇ ਵੀ ਨਹੀਂ ਭੁੱਲਦਾ ਤੇ ਭੁੱਲਣੇ ਵੀ ਨਹੀਂ ਚਾਹੀਦੇ। ਬਿਲਕੁਲ ਜੀ, ਬਿਲਕੁਲ ਜੀ। ਕਿਉਂਕਿ ਹਾਲਾਤ ਇਦਾਂ ਸੀ, ਉਹਨੇ ਮੇਰੀ ਮਾਤਾ ਸੌਖੇ ਘਰੋਂ ਸੀ ਪਿੱਛੋਂ, ਕਦੇ ਇਹਨਾਂ ਨੇ ਘਰ ਦੇ ਜਿਹੜੇ ਕੰਮ ਸੀਗੇ ਮਾੜੇ ਮੋਟੇ ਜਿਹੜੇ ਆਪਣੇ ਨੋਰਮਲ ਰੋਟੀ ਪਕਾਉਣਾ ਜਾਂ ਨੋਰਮਲ ਕੰਮ ਸੀ ਉਹ ਕਰਦੇ ਆਏ ਨੇ। ਪਰ ਇੱਥੇ ਆ ਕੇ ਗੋਹਾ ਵੀ ਸੁੱਟਿਆ ਜੀ, ਇੱਥੇ ਨਰਮੇ ਵਾਲੀ ਆਪਣੀ ਬੈਲਟ ਹੈਗੀ ਮਾਲਵਾ ਬੈਲਟ, ਨਰਮਾ ਵੀ ਚੁਗਿਆ ਜੀ। ਤੇ ਉੱਥੇ ਜੇ ਮੇਰੇ ਨਾਨਕੇ ਨੇ ਸ਼ਾਹਬਤ ਮਾਰਕੰਡੇ ਨੇ ਜੀ, ਉੱਥੇ ਝੋਨੇ ਤੇ ਆਲੂ ਤੇ ਸੂਰਜਮੁਖੀ ਹੁੰਦਾ ਜੀ। ਤੇ ਇਹਨਾਂ ਨਰਮਾ ਇੱਥੇ ਆ ਕੇ ਦੇਖਿਆ ਤੇ ਮਾਤਾ ਦੱਸਣ ਦੀਆਂ ਗੱਲਾਂ ਨੇ ਵੀ ਮੈਂ ਕੰਮ ਜਦੋਂ ਮੈਂ ਕਰਿਆ ਤੁਸੀਂ ਕਿਉਂ ਨਹੀਂ ਕਰ ਸਕਦੇ। ਤੇ ਇਹ ਪ੍ਰੇਰਨਾ ਮੈਂ ਕਹਿਣਾ ਵੀ ਮਾਤਾ ਪਿਤਾ ਦੇ ਜਿਹੜੀ ਪ੍ਰੇਰਨਾ ਹੈ ਜਾਂ ਇਹਨਾਂ ਦੀ, ਮੈਂ ਤਾਂ ਮੰਨਦਾ ਕਿ ਇਹਨਾਂ ਦਾ ਕਰਮ ਹੈ ਜੀ ਜਿਹੜੇ ਅਸੀਂ ਚੰਗੇ, ਕਿਉਂਕਿ ਬੱਚੇ ਨੇ ਜਿਹੜੇ ਉਹ ਤਾਂ ਹੀ ਸੁੱਖ ਦੀ ਜ਼ਿੰਦਗੀ ਜੀ ਸਕਦੇ ਨੇ ਜੇ ਮਾਤਾ ਪਿਤਾ ਨੇ ਚੰਗੇ ਕਰਮ ਕਰੇ ਨਹੀਂ। ਜੇ ਅੱਜ ਮੈਂ ਚੰਗੇ ਕਰਮ ਕਰਾਂਗਾ ਤਾਂ ਅੱਗੇ ਜਿਹੜੀ ਮੇਰੀ ਆਉਣ ਵਾਲੀ ਜਿਹੜੀ ਪੀੜ੍ਹੀ ਸਾਡੀ ਹੋਊਗੀ ਉਹ ਚੰਗੇ ਕਰਮ ਜਿਊਗੀ। ਬਿਲਕੁਲ ਤਾਂ ਸਵਰਗ ਨਰਕ ਇੱਥੇ ਹੀ ਹੈ ਮੇਰੇ ਖਿਆਲ 'ਚ। ਇੱਥੇ ਹੈ ਜੀ, ਬਿਲਕੁਲ ਜੀ। ਬਾਕੀ ਬੰਦੇ ਨੂੰ ਸਲੀਕਾ, ਬੰਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ, ਜਿਵੇਂ ਹੁਣ ਤੁਸੀਂ ਕੀਤਾ, ਇਹ ਸਾਰੀ ਪ੍ਰੇਰਨਾ ਜਿਹੜੀ, ਜਿਵੇਂ ਸਿਆਣੇ ਕਹਿੰਦੇ ਨੇ ਕਿ ਬੱਚੇ ਦੇ ਸਭ ਤੋਂ ਪਹਿਲੇ ਟੀਚਰ ਨੇ ਜਿਹੜੇ, ਮਾਸਟਰ ਨੇ ਜਿਹੜੇ, ਉਹ ਮਾਤਾ ਪਿਤਾ ਨੇ। ਮਤਲਬ ਉਹ ਤੁਹਾਨੂੰ ਸਿੱਖਿਆਵਾਂ ਮਿਲੀਆਂ ਤੇ ਉਹਨਾਂ ਦੇ ਤੁਸੀਂ ਪੂਰਾ ਉਤਰੇ। ਸੋ ਹੁਣ ਸਵਰਨ ਬਾਈ, ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਜੀ, ਮੈਂ ਮੇਰੀ ਮਾਤਾ ਨੇ ਜਿਵੇਂ ਦੱਸਿਆ ਕਿ ਮਿਹਨਤ, ਇਮਾਨਦਾਰੀ ਤੇ ਲਗਨ, ਇਹ ਤਿੰਨੇ ਚੀਜ਼ਾਂ ਜਦੋਂ ਆਪਣੇ ਅੰਦਰ ਆ ਜਾਂਦੀਆਂ ਨੇ ਤਾਂ ਫਿਰ ਉਹ ਬੰਦੇ ਨੂੰ ਕਿਤੇ ਨਾ ਕਿਤੇ ਕਦੇ ਵੀ ਮੌਕਾ ਕਈ ਵਾਰੀ ਜ਼ਿੰਦਗੀ 'ਚ ਨਹੀਂ ਵੀ ਮਿਲਦਾ ਜੀ, ਪਰ ਬੰਦੇ ਨੂੰ ਆਪਣਾ ਮਨ ਨਹੀਂ ਡੋਲਣਾ ਚਾਹੀਦਾ ਜੀ। ਵੀ ਜਿਹੜੀ ਮਿਹਨਤ ਉਹ ਕਦੇ ਵਿਅਰਥ ਨਹੀਂ ਜਾਂਦੀ। ਭਰਤੀ ਹੋਣ ਵੇਲੇ ਵੀ ਜਿੱਦਾਂ ਮੈਂ ਤੀਜੀ ਭਰਤੀ ਤੇ ਭਰਤੀ ਹੋਇਆ ਜੀ, ਜਿੱਦਾਂ ਹੁਣ ਮੈਨੂੰ ਅੱਗੇ ਮੁਸ਼ਕਲਾਂ ਆਉਂਦੀਆਂ ਰਹੀਆਂ ਗੇਮ ਦੇ ਵਿੱਚ, ਦਿਲ ਨਹੀਂ ਛੱਡਣਾ ਕਦੇ ਵੀ। ਜਿਵੇਂ ਹੁਣ ਨਸ਼ੇ ਤੱਕ ਆਪਾਂ ਕਹਿ ਦਿੰਦੇ ਸੀ ਪਹਿਲਾਂ ਕਿ ਨਸ਼ਿਆਂ ਦੇ ਵਿੱਚ ਪੰਜਾਬ ਗਰਕਿਆ ਪਿਆ, ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ ਕਿ ਪੰਜਾਬ ਨਸ਼ਿਆਂ ਦੇ ਵਿੱਚ ਗਰਕਿਆ ਪਿਆ ਹੈਗਾ। ਟੈਲੈਂਟ ਬਹੁਤ ਹੈ ਪਰ ਆਪਾਂ ਨੂੰ ਮੌਕਾ ਨਹੀਂ ਮਿਲ ਰਿਹਾ। ਜਿੱਦਾਂ ਮੈਨੂੰ ਹੁਣ ਮੌਕਾ ਮਿਲ ਗਿਆ ਫੌਜ ਦੇ ਵਿੱਚ ਜਾ ਕੇ, ਸ਼ਾਇਦ ਮੈਂ ਫੌਜ ਦੇ ਵਿੱਚ ਨਾ ਜਾਂਦਾ, ਸ਼ਾਇਦ ਮੈਂ ਇਸ ਖੇਡ ਦੇ ਵਿੱਚ ਨਾ ਜਾਂਦਾ ਜੀ। ਸੋ ਆਪਣਾ ਇੱਕ ਏਮ ਬਣਾਉਣ, ਜਿਹੜੀ ਨੌਜਵਾਨ ਪੀੜ੍ਹੀ ਆ ਆਪਣਾ ਏਮ ਬਣਾਉਣ, ਕੋਈ ਵੀ ਹੈ, ਕਿਸੇ ਵੀ ਆਪਾਂ ਖੇਤਰ ਦੇ ਵਿੱਚ ਅਗਰ ਤਰੱਕੀ ਕਰਨੀ ਹੈ, ਕੋਈ ਵੀ ਆਪਾਂ ਕੰਮ ਕਰਨਾ ਤਾਂ ਉਹਦੇ ਪ੍ਰਤੀ ਆਪਾਂ ਨੂੰ ਪੂਰੀ ਲਗਨ ਤੇ ਆਪਣੀ ਪੂਰੀ ਮਿਹਨਤ ਤੇ ਇਮਾਨਦਾਰੀ ਦਿਖਾਉਣੀ ਪੈਣੀ ਹੈ, ਤਾਂ ਜਾ ਕੇ ਆਪਾਂ ਕਿਤੇ ਜਾ ਕੇ ਆਪਾਂ ਉਹ ਮੰਜ਼ਿਲ ਉਹ ਸਰ ਕਰ ਸਕਦੇ ਹਾਂ। ਹਾਂਜੀ, ਬਿਲਕੁਲ ਬਾਈ ਜੀ। ਹਾਂ ਮਾਤਾ ਜੀ, ਤੁਸੀਂ ਆਪਣੇ ਪਰਿਵਾਰ ਤੋਂ, ਦੋਨਾਂ ਬੱਚਿਆਂ ਤੋਂ ਪਹਿਲਾਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਕੱਟੀਆਂ ਉਹ ਗੱਲ ਵੱਖ ਹੈ, ਹੁਣ ਤੁਸੀਂ ਪੂਰਾ ਖੁਸ਼ ਹੋ ਜੀ? ਬਹੁਤ ਖੁਸ਼, ਬਾਲਕ ਸਾਹਿਬ ਦੀ ਕਿਰਪਾ ਹੈ, ਬਹੁਤ ਖੁਸ਼ ਅਸੀਂ। ਸੋ ਬਹੁਤ ਬਹੁਤ ਧੰਨਵਾਦ ਮਾਤਾ ਜੀ ਤੁਹਾਡਾ, ਤੇ ਸਵਰਨ ਬਾਈ ਤੁਹਾਡਾ ਵੀ, ਤੁਸੀਂ ਸਾਡੇ ਨਾਲ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸ਼ੇਅਰ ਕੀਤੀਆਂ। ਧੰਨਵਾਦ ਜੀ। ਮੈਂ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦਾ ਜੀ, ਵੀ ਜਦੋਂ ਅਸੀਂ ਛੋਟੇ ਹੀ ਸਾਡੇ ਕੋਲ ਸਿਰਫ ਇਕੱਲਾ ਸਾਈਕਲ ਸੀ, ਅੱਜ ਪਰਮਾਤਮਾ ਨੇ ਸਾਨੂੰ ਰੰਗ ਲਾਏ ਨੇ, ਭਾਗ ਲਾਏ ਨੇ, ਸ਼ਾਇਦ ਸਾਡੀ ਮਿਹਨਤ ਆ ਦੋਵਾਂ ਭਰਾਵਾਂ ਦੀ। ਤੇ ਸਾਡਾ ਹੁਣ ਵੀ ਅਸੀਂ ਜਦੋਂ ਆ ਜਾਂਦੇ ਹਾਂ ਜੀ ਘਰੇ ਆ ਕੇ, ਇਹ ਨਹੀਂ ਵੀ ਅਸੀਂ ਘਰੇ ਆ ਕੇ ਵਿਹਲੇ ਬਹਿ ਜਾਂਦੇ। ਭਰਾ ਮੇਰਾ ਪੰਜਾਬ ਪੁਲਿਸ 'ਚ ਹੈ ਜੀ, ਉਹ ਤੁਹਾਡੇ ਸਾਹਮਣੇ ਦੇਖੋ ਖੇਤੀ ਦਾ ਕੰਮ ਨਾਲ ਕਰਾਉਂਦਾ ਜੀ। ਤਾਂ ਮੈਂ ਵੀ ਹੁਣ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਵਾਹ ਕੇ ਆਇਆ ਜੀ।
ਤਾਂ ਕੰਮ ਕਰਨ ਵਾਲਾ ਬੰਦਾ ਘਟਦੇ ਨਹੀਂ ਹੈ, ਕੰਮ ਕਰਨ ਵਾਲਾ ਬੰਦੇ ਦੀ ਸਿਹਤ ਬਣਦੀ ਹੈ। ਸੋ ਬੰਦੇ ਨੂੰ ਕੰਮ ਕਰਦੇ ਰਹਿਣਾ ਚਾਹੀਦਾ, ਕਰਮ ਹੀ ਧਰਮ ਹੈ। ਹਾਂਜੀ ਬਿਲਕੁਲ ਜੀ ਬਾਈ ਜੀ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਸੋ ਦੋਸਤੋ, ਇਹ ਸਨ ਓਲੰਪੀਅਨ ਅਰਜਨ ਅਵਾਰਡੀ, ਸਟੇਟ ਅਵਾਰਡੀ ਸਰਦਾਰ ਸਵਰਨ ਸਿੰਘ ਜੀ ਵਿਰਕ, ਮੇਜਰ ਸੂਬੇਦਾਰ ਸਾਹਿਬ। ਅੱਜ ਆਪਾਂ ਨੇ ਇਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕੀਤੀਆਂ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਦੇ ਥੱਲੇ ਕਮੈਂਟ ਵੀ ਜ਼ਰੂਰ ਕਰਨਾ ਕਿ ਇਹ ਉਪਰਾਲਾ ਸਾਡਾ ਕਿਸ ਤਰ੍ਹਾਂ ਦਾ ਲੱਗਦਾ ਹੈ। ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਚਿਹਰੇ ਦੇ ਨਾਲ ਮਿਲਾਵਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।